ਹਾਲੇਲੂਇਆ। ਹੱਥਾਂ ਨੇ ਹਿਲਾਉਂਦੇ ਹਾਲੇਲੂਇਆ। ਆਪਣੇ ਪੜੋਸੀ ਦੇ ਵੱਲ ਹੱਥ ਵਧਾਓ, ਬੋਲੋ ਤੁਸੀਂ ਬਲੈਸ ਹੋ ਜੀ ਯਿਸੂ ਮਸੀਹ ਦੇ ਨਾਮ 'ਚ। ਤੁਸੀਂ ਬਲੈਸ ਹੋ ਜੀ ਯਿਸੂ ਮਸੀਹ ਦੇ ਨਾਮ 'ਚ। ਅੱਜ ਪਰਮੇਸ਼ਰ ਆਪਣੀਆਂ ਯੋਜਨਾਵਾਂ ਨੂੰ ਤੁਹਾਡੇ ਜੀਵਨ 'ਚ ਪ੍ਰਗਟ ਕਰਨ ਦੇ ਲਈ ਜਾ ਰਹੇ ਹਨ, ਤੁਹਾਡੀ ਫੈਮਿਲੀ 'ਚ ਪ੍ਰਗਟ ਕਰਨ ਦੇ ਲਈ ਜਾ ਰਹੇ ਹਨ ਪ੍ਰਭੂ ਯਿਸੂ ਮਸੀਹ ਨਾਮ 'ਚ। ਬੋਲੋ ਆਪਣੇ ਪੜੋਸੀ ਨੂੰ, ਜਦੋਂ ਬੋਲਦੇ ਹੋ ਤੁਸੀਂ ਭਵਿੱਖਬਾਣੀ ਕਰਦੇ ਹੋ ਆਪਣੇ ਪੜੋਸੀ ਦੇ ਉੱਪਰ। ਬਾਈਬਲ 'ਚ ਲਿਖਿਆ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੁਸੀਂ ਭਵਿੱਖਬਾਣੀ ਕਰਦੇ ਹੋ, ਤੁਸੀਂ ਬੀਜਦੇ ਹੋ ਸਾਹਮਣੇ ਵਾਲੇ ਦੇ ਜੀਵਨ 'ਚ। ਔਰ ਬਾਈਬਲ 'ਚ ਲਿਖਿਆ ਜਿਹੜਾ ਬੀਜਦਾ ਹੈ ਉਹ ਵੱਢਦਾ ਹੈ। ਥੈਂਕ ਯੂ ਜੀਸਸ। ਬੋਲੋ ਬੋਲੋ ਬੋਲੋ। ਪਰਮੇਸ਼ਰ ਤੁਹਾਨੂੰ ਬਲੈਸ ਕਰਨ ਦੇ ਲਈ ਜਾ ਰਹੇ ਹਨ, ਤੁਹਾਡੀ ਫੈਮਿਲੀ ਨੂੰ ਬਲੈਸ ਕਰਨ ਦੇ ਲਈ ਜਾ ਰਹੇ ਹਨ, ਵੱਡਾ ਵਾਅਦਾ ਤੁਹਾਡੇ ਜੀਵਨ 'ਚ ਪਰਮੇਸ਼ਰ ਲੈ ਕੇ ਆਉਣ ਦੇ ਲਈ ਜਾ ਰਹੇ ਹਨ। ਸ਼ਰਾਪਾਂ ਦਾ ਅੰਤ ਕਰਨ ਦੇ ਲਈ ਜਾ ਰਹੇ ਹਨ, ਬਿਮਾਰੀਆਂ ਨੂੰ ਖਤਮ ਕਰਨ ਦੇ ਲਈ ਜਾ ਰਹੇ ਹਨ, ਬੰਧਨਾਂ ਨੂੰ ਤੋੜਨ ਦੇ ਲਈ ਜਾ ਰਹੇ ਹਨ। ਤੁਹਾਡੀ ਜ਼ਿੰਦਗੀ 'ਚ ਟੇਢੇ ਮੇਢੇ ਰਾਸਤੇ ਨੂੰ ਪ੍ਰਭੂ ਜੀ ਸਿੱਧਾ ਕਰਨ ਦੇ ਲਈ ਜਾ ਰਹੇ ਹਨ। ਵੱਡੀਆਂ ਔਰ ਮਹਾਨ ਗੱਲਾਂ ਦੇ ਵੱਲ ਪ੍ਰਭੂ ਤੁਹਾਨੂੰ ਲੈ ਕੇ ਜਾਣ ਦੇ ਲਈ ਜਾ ਰਹੇ ਹਨ। ਵੱਡੀਆਂ ਗਵਾਹੀਆਂ ਪ੍ਰਗਟ ਕਰਨ ਦੇ ਲਈ ਜਾ ਰਹੇ ਹਨ। ਦੁੱਖਾਂ ਦਾ ਅੰਤ ਕਰਨ ਦੇ ਲਈ ਜਾ ਰਹੇ ਹਨ। ਅਸਫਲਤਾਵਾਂ ਦਾ ਅੰਤ ਕਰਨ ਦੇ ਲਈ ਜਾ ਰਹੇ ਹਨ। ਨਿਰਾਸ਼ਾਵਾਂ ਦਾ ਅੰਤ ਕਰਨ ਦੇ ਲਈ ਜਾ ਰਹੇ ਹਨ। ਥੈਂਕ ਯੂ ਜੀਸਸ। ਕਿੰਨੇ ਜਣੇ ਖੁਸ਼ ਹੈਗੇ ਅੱਜ ਦੇ ਦਿਨ ਦੇ ਵਿੱਚ? ਹਾਲੇਲੂਇਆ ਹਾਲੇਲੂਇਆ। ਕਿੰਨੇ ਜਣੇ ਆਨੰਦ ਕਰਦੇ ਹੋਏ ਪ੍ਰਭੂ ਦੇ ਘਰ ਦੇ ਵਿੱਚ ਅੱਜ ਪ੍ਰਵੇਸ਼ ਕਰਕੇ ਆਏ ਹਨ? ਬਾਈਬਲ 'ਚ ਸਾਫ਼-ਸਾਫ਼ ਲਿਖਿਆ ਧੰਨਵਾਦ ਦੇ ਜੈਕਾਰਿਆਂ ਦੇ ਨਾਲ। ਧੰਨਵਾਦ ਕਿਵੇਂ ਹੁੰਦਾ ਹੈ, ਕੋਈ ਦੱਸ ਸਕਦਾ ਹੈ ਮੈਨੂੰ? ਧੰਨਵਾਦ ਕਿਵੇਂ ਹੁੰਦਾ ਹੈ? ਪ੍ਰਭੂ ਜੀ ਧੰਨਵਾਦ, ਇਹ ਧੰਨਵਾਦ ਹੈ, ਪਰ ਬਾਈਬਲ 'ਚ ਲਿਖਿਆ ਧੰਨਵਾਦ ਦੇ ਜੈਕਾਰੇ ਕਿਵੇਂ ਹੋਣਗੇ? ਫਿਰ ਉਹਨਾਂ ਨੂੰ ਅਸੀਂ ਕਿਵੇਂ ਕਵਾਂਗੇ ਕਿ ਧੰਨਵਾਦ ਦੇ ਜੈਕਾਰਿਆਂ ਦੇ ਨਾਲ ਅਸੀਂ ਪ੍ਰਵੇਸ਼ ਕੀਤਾ ਹੈ ਪ੍ਰਭੂ ਦੇ ਘਰ 'ਚ? ਉਹ ਧੀਮੀ ਆਵਾਜ਼ ਦੇ ਵਿੱਚ ਧੰਨਵਾਦ ਨਹੀਂ ਹੁੰਦਾ ਹੈ, ਉਹ ਉੱਚੀ ਆਵਾਜ਼ ਦੇ ਵਿੱਚ ਧੰਨਵਾਦ ਹੁੰਦਾ ਹੈ। ਹਾਲੇਲੂਇਆ ਹਾਲੇਲੂਇਆ। ਔਰ ਉੱਚੀ ਆਵਾਜ਼ ਦਾ ਧੰਨਵਾਦ ਕਿਵੇਂ ਹੁੰਦਾ? ਧੰਨਵਾਦ ਪ੍ਰਭੂ ਜੀ, ਧੰਨਵਾਦ ਕਰਦੇ ਆ ਪਰਮੇਸ਼ਰ ਜੀ, ਧੰਨਵਾਦ ਕਰਦੇ ਪ੍ਰਭੂ ਯਿਸੂ ਮਸੀਹ ਜੀ, ਧੰਨਵਾਦ ਕਰਦੇ ਪਵਿੱਤਰ ਆਤਮਾ ਜੀ। ਇਸ ਤਰ੍ਹਾਂ ਪ੍ਰਭੂ ਦੇ ਘਰ ਦੇ ਵਿੱਚ ਵੜੋਗੇ, ਤੁਸੀਂ ਪ੍ਰਭੂ ਦੇ ਵਚਨ ਨੂੰ ਪੂਰਾ ਕਰੋਗੇ। ਔਰ ਇੱਕ ਗੱਲ ਯਾਦ ਰੱਖਿਓ, ਜਿਹੜਾ ਪ੍ਰਭੂ ਦੇ ਵਚਨ ਨੂੰ ਪੂਰਾ ਕਰਦਾ ਹੈ ਤਾਂ ਪਰਮੇਸ਼ਰ ਫਿਰ ਆਪਣੇ ਵਚਨ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਪੂਰਾ ਕਰਦਾ ਹੈ। ਕਈ ਵਾਰੀ ਪ੍ਰਭੂ ਦੇ ਘਰ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਅਸੀਂ ਡਿੱਗੇ ਹੋਏ ਮੋਢੇ ਤੇ ਥੱਕੇ ਹੋਏ ਪੈਰਾਂ ਦੇ ਨਾਲ, ਝੁਕਾਏ ਹੋਏ ਸਿਰ ਦੇ ਨਾਲ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ, ਸਾਡੇ ਜੀਵਨ 'ਚ ਪਰੇਸ਼ਾਨੀਆਂ ਹੋ ਸਕਦੀਆਂ ਨੇ, ਲੇਕਿਨ ਬਾਈਬਲ 'ਚ ਲਿਖਿਆ ਉਹ ਸਾਡਾ ਰਾਜਾ ਹੈ, ਉਹ ਸਾਡਾ ਪਰਮੇਸ਼ਰ ਹੈ, ਉਹ ਸਾਡਾ ਪਿਤਾ ਹੈ। ਉਹਦੀ ਹਜ਼ੂਰੀ 'ਚ ਬਾਈਬਲ 'ਚ ਲਿਖਿਆ ਧੰਨਵਾਦ ਦੇ ਜੈਕਾਰਿਆਂ ਦੇ ਨਾਲ ਆਇਓ ਜੀ। ਹੋ ਸਕਦਾ ਤੁਹਾਡੇ ਜੀਵਨਾਂ 'ਚ ਕੁਝ ਪਰੇਸ਼ਾਨੀਆਂ ਅਜਿਹੀਆਂ ਹੋਣ ਜਿਹੜੀਆਂ ਪਰੇਸ਼ਾਨੀਆਂ ਤੁਹਾਡੇ ਹਿਸਾਬ ਨਾਲ ਬਹੁਤ ਵੱਡੀਆਂ ਹੋਣ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਦੋਂ ਜਦੋਂ ਪ੍ਰਭੂ ਦੀ ਹਜ਼ੂਰੀ 'ਚ ਆਉਂਦੇ ਸਾਨੂੰ ਆਨੰਦ ਕਰਕੇ ਆਉਣਾ ਚਾਹੀਦਾ, ਕਿਉਂਕਿ ਪਰਮੇਸ਼ਰ ਸਾਨੂੰ ਦੇਖ ਰਿਹਾ ਹੈ, ਸਾਡੀਆਂ ਪਰੇਸ਼ਾਨੀਆਂ ਨੂੰ ਵੀ ਦੇਖ ਰਿਹਾ ਹੈ, ਔਰ ਉਹਨੇ ਕਿਵੇਂ ਅੰਤ ਕਰਨਾ ਹੈ ਉਹ ਇਹਨਾਂ ਗੱਲਾਂ ਨੂੰ ਜਾਣਦਾ ਹੈ। ਇਸ ਲਈ ਜਦੋਂ ਵੀ ਪ੍ਰਭੂ ਦੀ ਹਜ਼ੂਰੀ 'ਚ ਆਈਏ, ਆਪਣੀ ਪਰੇਸ਼ਾਨੀ ਨੂੰ, ਆਪਣੀ ਬਿਮਾਰੀ ਨੂੰ ਪ੍ਰਭੂ ਤੋਂ ਵੱਡਾ ਕਰਕੇ ਨਾ ਆਈਏ, ਪ੍ਰਭੂ ਦੇ ਵਚਨ ਦੇ ਨਾਲ ਵੱਡਾ ਕਰਕੇ ਨਾ ਆਈਏ। ਪ੍ਰਭੂ ਦਾ ਵਚਨ ਅਗਰ ਕਹਿ ਰਿਹਾ ਨਾ ਆਨੰਦ ਕਰਦੇ ਹੋਏ ਪ੍ਰਭੂ ਦੇ ਘਰ 'ਚ ਵੜੋ, ਤਾਂ ਪਰੇਸ਼ਾਨੀਆਂ ਅਗਰ ਰਵਾ ਰਹੀਆਂ ਹੈਗੀਆਂ ਨਾ ਤਦ ਵੀ ਆਨੰਦ ਕਰਦੇ ਹੀ ਵੜੋ, ਕਿਉਂਕਿ ਅਸੀਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਨਾ ਹੈ। ਜਦੋਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਦੇ ਹੋ ਸ਼ੈਤਾਨ ਹਾਰ ਜਾਂਦਾ ਹੈ। ਸ਼ੈਤਾਨ ਨੂੰ ਪਤਾ ਲੱਗਦਾ ਹੈ ਇੰਨੀ ਸਮੱਸਿਆ ਇਸ ਬੰਦੇ ਦੇ ਜੀਵਨ 'ਚ ਮੈਂ ਦਿੱਤੀ ਹੈ, 6 ਦਿਨ ਰੋਂਦਾ ਰਿਹਾ ਹੈ, ਪ੍ਰਭੂ ਦੇ ਘਰੇ ਆਉਂਦੇ ਆਨੰਦ ਆ ਗਿਆ ਇਹਦੇ ਜੀਵਨ ਦੇ ਵਿੱਚ। ਜਦੋਂ ਤੁਸੀਂ ਦੱਸੋਗੇ ਨਾ ਸ਼ੈਤਾਨ ਨੂੰ ਵੀ ਕਿ ਜਦੋਂ ਮੈਂ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਹੈ, ਮੈਂ ਉਹਦੇ ਵਚਨ ਨੂੰ ਪੂਰਾ ਕਰਨਾ ਹੈ, ਤੇ ਜਦੋਂ ਪ੍ਰਭੂ ਨੂੰ ਪਤਾ ਲੱਗੇਗਾ ਕਿ ਇਹ ਮੇਰਾ ਵਚਨ ਪੂਰਾ ਕਰਨ ਦੇ ਲਈ ਗੰਭੀਰ ਹੈ, ਮੇਰਾ ਬੇਟਾ ਮੇਰੀ ਬੇਟੀ, ਤਾਂ ਬਾਕੀ ਦੇ 6 ਦਿਨਾਂ ਦੇ ਵਿੱਚ ਵੀ ਤੁਹਾਡੇ ਜੀਵਨ 'ਚ ਆਨੰਦ ਭਰ ਦੇਗਾ, ਰੋਣ ਨਹੀਂ ਦੇਗਾ। ਤੁਹਾਡੀਆਂ ਬਿਮਾਰੀਆਂ ਤੁਹਾਨੂੰ ਦਬਾਉਣਗੀਆਂ ਨਹੀਂ, ਤੁਹਾਡੀਆਂ ਪਰੇਸ਼ਾਨੀਆਂ ਅਸਫਲਤਾਵਾਂ ਤੁਹਾਨੂੰ ਦਬਾਉਣਗੀਆਂ ਨਹੀਂ, ਲੇਕਿਨ ਪਰਮੇਸ਼ਰ ਦੀ ਮਹਿਮਾ ਤੁਹਾਡੇ ਜੀਵਨਾਂ 'ਚ ਤੁਸੀਂ ਦੇਖੋਗੇ, ਉਹ ਨਜ਼ਰ ਆਏਗੀ। ਫਿਰ ਸਿਰਫ ਪ੍ਰਭੂ ਦੇ ਘਰ ਦੇ ਅੰਦਰ ਵੜਦੇ ਹੀ ਧੰਨਵਾਦ ਦੇ ਜੈਕਾਰੇ ਔਰ ਆਨੰਦ ਨਹੀਂ ਹੋਏਗਾ, ਤੁਹਾਡੀ ਜੀਵਨ ਨੂੰ, ਤੁਹਾਡੀ ਲਾਈਫ ਨੂੰ ਪਰਮੇਸ਼ਰ ਆਨੰਦ ਦੇ ਨਾਲ ਭਰ ਦੇਣਗੇ। ਹਾਲੇਲੂਇਆ ਹਾਲੇਲੂਇਆ। ਇਸ ਲਈ ਜਦੋਂ ਪ੍ਰਭੂ ਦੇ ਘਰੇ ਆਈਏ ਸਾਡੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਆ, ਆਨੰਦ ਹੋਣਾ ਚਾਹੀਦਾ ਹੈ। ਜ਼ਬੂਰਾਂ 'ਚ ਇੱਕ ਜਗ੍ਹਾ ਤੇ ਬੜਾ ਸੋਹਣਾ ਲਿਖਿਆ ਹੈ ਕਿ ਉਹਨੇ ਮੇਰੇ ਰੋਣੇ ਨੂੰ ਨੱਚਣ 'ਚ ਬਦਲ ਦਿੱਤਾ ਹੈ। ਹਾਲੇਲੂਇਆ ਹਾਲੇਲੂਇਆ। ਇੱਕ ਗੱਲ ਯਾਦ ਰੱਖਿਆ ਕਰੋ, ਪ੍ਰਭੂ ਦੀ ਆਰਾਧਨਾ ਹੁੰਦੀ ਨਾ, ਪਰਵਾਹ ਨਾ ਕਰਿਓ ਨਾਲ ਕੌਣ ਖੜਾ ਹੈਗਾ। ਲੋਕਾਂ ਦੀ ਪਰਵਾਹ ਕਰਦੇ ਕਰਦੇ ਨਾ ਕਈ ਵਾਰੀ ਪ੍ਰਭੂ ਦੀ ਮਹਿਮਾ ਕਰਨੀ ਅਸੀਂ ਭੁੱਲ ਜਾਂਦੇ ਆ। ਇੱਕ ਗੱਲ ਯਾਦ ਰੱਖਿਓ, ਜੇ ਪ੍ਰਭੂ ਸਾਡੇ ਜੀਵਨ 'ਚ ਥੋੜਾ ਜਿਹਾ ਵੀ ਕੰਮ ਕਰਦੇ ਨਾ, ਸਮਝ ਲਓ ਜੇ ਜੋ ਰੋਣਾ ਹੈ ਉਹ ਖਤਮ ਹੋਣ ਦੇ ਲਈ ਜਾ ਰਿਹਾ। ਜਿਹੜਾ ਸਾਡਾ ਕੰਮ ਅਗਲਾ ਕਿ ਪ੍ਰਭੂ ਦੀ ਹਜ਼ੂਰੀ 'ਚ ਆਨੰਦ ਨਾਲ ਨੱਚਿਆ ਜਾਵੇ। ਨੱਚਣਾ ਗਲਤ ਨਹੀਂ ਹੈ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਨੱਚਣਾ ਗਲਤ ਹੈ। ਨਹੀਂ, ਨੱਚਣ ਦਾ ਮਤਲਬ ਪਤਾ ਕੀ ਹੈ? ਨੱਚਣ ਦਾ ਮਤਲਬ ਛੁਟਕਾਰਾ ਹੈ। ਯਾਦ ਕਰ ਲਓ ਜੇ ਨੱਚਣ ਦਾ ਮਤਲਬ ਕੀ ਹੈਗਾ ਹੈ? ਉੱਚੀ ਆਵਾਜ਼ ਬੋਲ ਕੇ ਦੱਸਿਆ ਕਰੋ ਪੂਰੀ ਤਾਕਤ ਨਾਲ, ਗਲਿਆਂ ਦੀ ਖੁੱਲ ਜਾਣੇ ਚਾਹੀਦੇ। ਨੱਚਣ ਦਾ ਮਤਲਬ ਕੀ ਹੈ? ਛੁਟਕਾਰਾ। ਨੱਚਣ ਦਾ ਮਤਲਬ ਆਨੰਦ ਹੈ। ਨੱਚਣ ਦਾ ਮਤਲਬ ਕੀ ਹੈਗਾ ਏ? ਆਨੰਦ। ਨੱਚਣ ਦਾ ਮਤਲਬ ਵਾਦਾ ਹੈ। ਨੱਚਣ ਦਾ ਮਤਲਬ ਕੀ ਹੈਗਾ ਏ? ਵਾਦਾ।
ਨੱਚਣ ਦਾ ਮਤਲਬ ਜਿੱਤ ਹੈ। ਨੱਚਣ ਦਾ ਮਤਲਬ ਕੀ ਹੈਗਾ ਏ? ਜਿੱਤ ਹੈ। ਸੋਚੋ ਜਦੋਂ ਤੁਸੀਂ ਸਿਰਫ ਨੱਚਦੇ ਹੋ ਪ੍ਰਭੂ ਦੀ ਹਜ਼ੂਰ 'ਚ, ਸ਼ੈਤਾਨ ਨੂੰ ਪਤਾ ਲੱਗ ਜਾਂਦਾ ਇਹ ਜਿੱਤ ਚੁੱਕਿਆ ਏ, ਇਹ ਵਧਣ ਦੇ ਲਈ ਜਾ ਰਿਹਾ ਏ, ਇਹ ਆਜ਼ਾਦ ਹੋ ਚੁੱਕਿਆ ਹੈ, ਪ੍ਰਭੂ ਨੇ ਇਹਨੂੰ ਆਜ਼ਾਦ ਕਰ ਦਿੱਤਾ ਹੈ। ਸੋਚੋ ਅਸੀਂ ਸੋਚਦੇ ਰਹਿੰਦੇ ਆ ਨਹੀਂ ਨਹੀਂ ਨਹੀਂ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਇੱਕ ਮੈਰਿਜ ਦੇ ਵਿੱਚ ਸੀ, ਇਹ ਬੜੀ ਪੁਰਾਣੀ ਗੱਲ ਹੈਗੀ ਆ, ਔਰ ਜਦੋਂ ਮੈਰਿਜ ਦੇ ਵਿੱਚ ਸੀ ਉੱਥੇ ਡੀਜੇ ਲੱਗਿਆ, ਸਭ ਨੱਚ ਰਹੇ ਨੇ, ਪੁਰਾਣੀ ਗੱਲ ਹੈਗੀ ਆ। ਕੁਝ ਵਿਅਕਤੀ ਵੀ ਉੱਥੇ ਬੈਠੇ ਹੋਏ ਨੇ, ਉਹ ਕਹਿੰਦੇ ਭਾਜੀ ਤੁਸੀਂ ਵੀ ਨੱਚ ਲਓ ਜਾ ਕੇ। ਉਹ ਕਹਿੰਦੇ ਜਦੋਂ ਤੱਕ ਦੋ ਪੈਗ ਅੰਦਰ ਨਹੀਂ ਨਾ ਜਾਂਦੇ ਨੱਚਣ ਦਾ ਸਵਾਦ ਵੀ ਆਉਂਦਾ ਨਹੀਂ ਹੈ। ਵਿਆਹਾਂ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਹੈ, ਦੇਖਣ ਨੂੰ ਮਿਲਦਾ ਹੈ, ਸ਼ਰਾਬ ਪੀਂਦੇ ਨੇ ਲੋਕੀ, ਨੱਚਦੇ ਨੇ, ਲੇਕਿਨ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਦੇ ਲੋਕਾਂ ਨੂੰ ਸ਼ਰਾਬ ਦੀ ਲੋੜ ਨਹੀਂ ਹੈ। ਸਿਰਫ ਪ੍ਰਭੂ ਦੀ ਹਜ਼ੂਰ 'ਚ ਘੁਟਨੇ ਤਾਂ ਟੇਕਣੇ ਨੇ, ਹਾਲਾਤਾਂ ਨੂੰ ਪ੍ਰਭੂ ਬਦਲ ਦੇਗਾ, ਰੋਣਾ ਨੱਚਣ ਦੇ ਵਿੱਚ ਬਦਲ ਜਾਏਗਾ। ਨੱਚਣ ਦਾ ਮਤਲਬ ਛੁਟਕਾਰਾ ਹੈ। ਇਸ ਲਈ ਪ੍ਰਭੂ ਦੀ ਹਜ਼ੂਰੀ 'ਚ ਆ ਕੇ ਕਦੇ ਵੀ ਸ਼ਰਮਾਇਆ ਨਾ ਕਰੋ, ਸਿਆਣੇ ਬਣ ਕੇ ਨਾ ਖੜੀਏ, ਉਮਰ ਦੇ ਲਿਹਾਜ਼ ਨਾਲ ਵੱਡੇ ਬਣ ਕੇ ਨਾ ਖੜੀਏ। ਬਾਕੀ ਤਾਂ ਛੋਟੇ ਨੇ, ਮੈਂ ਉਮਰ 'ਚ ਵੱਡਾ ਏ, ਉਮਰ ਦੇ ਵਿੱਚ ਮੈਚਿਓਰ ਬਣ ਕੇ ਨਾ ਖੜੀਏ। ਪ੍ਰਭੂ ਦੀ ਹਜ਼ੂਰੀ 'ਚ ਬੱਚਿਆਂ ਦੇ ਵਾਂਗੂ ਪੇਸ਼ ਆਈਏ। ਜਦੋਂ ਨੱਚਦੇ ਹਾਂ ਕਿੰਨੀਆਂ, ਹੁਣ ਦੱਸੋ ਵਿਆਹ ਦੇ ਵਿੱਚ ਨੱਚਣਾ, ਜਦੋਂ ਲੋਕੀ ਨੱਚਦੇ ਨੇ, ਠੀਕ ਹੈ ਉਹ ਨੱਚਣ ਦੇ ਤਰੀਕੇ ਗਲਤ ਨੇ, ਇਸ ਕਰਕੇ ਨੱਚਣ ਨੂੰ ਲੋਕੀ ਗਲਤ ਤਰੀਕੇ ਨਾਲ ਹੀ ਦੇਖਦੇ ਨੇ। ਸ਼ਰਾਬ ਪੀ ਕੇ ਨੱਚ ਰਹੇ ਹੁੰਦੇ ਨੇ ਲੋਕੀ, ਗੀਤ ਵੀ ਉਹੋ ਜਿਹਾ ਲੱਗ ਜਾਂਦਾ ਏ। ਕਿਸੇ ਨੇ ਨੱਚਦੇ ਨੱਚਦੇ ਪੁੱਠਾ ਜਿਹਾ ਗੀਤ ਲੱਗਿਆ ਹੁੰਦਾ, ਉਂਗਲ ਇੱਧਰ ਉੱਧਰ ਕਰਤੀ, ਨਾਲ ਹੀ ਲੜਾਈ ਹੋ ਜਾਂਦੀ ਹੈਗੀ। ਮੈਨੂੰ ਯਾਦ ਹੈ ਇੱਕ ਵਿਆਹ ਦੇ ਵਿੱਚ ਕੀ ਹੋਇਆ, ਉੱਥੇ ਵਿਆਹ ਦੇ ਵਿੱਚ ਹੀ ਸੀਗਾ ਮੈਂ, ਗੀਤ ਲਾਤਾ, ਉੱਤੋਂ ਸ਼ਰਾਬ ਪੀਤੀ ਹੋਈ ਆ, ਗੀਤ ਵੀ ਉਹੋ ਜਿਹਾ, ਤੇ ਨੱਚਦੇ ਨੱਚਦੇ ਉਂਗਲਾਂ ਜਦੋਂ ਐਂ ਜੇ ਕੀਤੀਆਂ ਨਾ ਤੇ ਕੁਰਸੀਆਂ ਹਵਾ 'ਚ ਉੱਡਦੀਆਂ ਪਈਆਂ ਨਜ਼ਰ ਆਉਂਦੀਆਂ ਸੀ 10-10 ਫੁੱਟ ਤੇ। ਸਾਰਾ ਵਿਆਹ ਹੀ ਖਰਾਬ ਹੋ ਗਿਆ ਹੈਗਾ। ਇਹਨਾਂ ਗੱਲਾਂ ਦੇ ਕਾਰਨ ਨੱਚਣ ਨੂੰ ਗਲਤ ਨਹੀਂ ਕਿਹਾ ਜਾਂਦਾ। ਵਿਆਹਾਂ ਦੇ ਵਿੱਚ ਨੱਚਿਆ ਕਿਉਂ ਜਾਂਦਾ? ਖੁਸ਼ੀ ਦੇ ਮਾਰੇ। ਪਰ ਬਾਈਬਲ ਦੇ ਵਿੱਚ ਵੀ ਜੋ ਪਰਮੇਸ਼ਰ ਦਾ ਵਚਨ ਦੱਸ ਰਿਹਾ ਹੈਗਾ ਨਾ, ਇਹ ਬਾਈਬਲ ਦੇ ਵਿੱਚੋਂ ਕੁਝ ਲਈਆਂ ਗਈਆਂ ਗੱਲਾਂ ਨੇ ਜਿਹਨੂੰ ਸ਼ੈਤਾਨ ਕਈ ਵਾਰੀ ਕਰਪਟ ਕਰ ਦਿੰਦਾ ਹੈ, ਔਰ ਲੋਕੀ ਇਹਨਾਂ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ, ਮਿਸਯੂਜ਼ ਕਰਦੇ ਨੇ। ਉੱਥੇ ਬਰਕਤ ਨਹੀਂ ਆਉਂਦੀ, ਸ਼ਰਾਬ ਆ ਜਾਂਦਾ ਹੈ ਕਈ ਵਾਰੀ। ਲੇਕਿਨ ਬਾਈਬਲ 'ਚ ਲਿਖਿਆ ਉਹਨੇ ਮੇਰਾ ਰੋਣਾ, ਹਿੰਦੀ 'ਚ ਲਿਖਿਆ ਨ੍ਰਿਤ ਦੇ ਵਿੱਚ ਬਦਲ ਦਿੱਤਾ, ਤੇ ਪੰਜਾਬੀ 'ਚ ਲਿਖਿਆ ਉਹਨੇ ਨੱਚਣ ਦੇ ਵਿੱਚ ਬਦਲ ਦਿੱਤਾ ਹੈਗਾ ਰੋਣਾ। ਜਦੋਂ ਤੁਹਾਡੇ ਜੀਵਨਾਂ 'ਚ ਪਰਮੇਸ਼ਰ ਛੋਟਾ ਜਿਹਾ ਵੀ ਕੰਮ ਕਰਦੇ ਨੇ, ਸਾਡਾ ਰਿਐਕਸ਼ਨ ਕੀ ਹੋਣਾ ਚਾਹੀਦਾ? ਫਿਰ ਸਾਡਾ ਰਿਐਕਸ਼ਨ ਇਹ ਹੋਣਾ ਚਾਹੀਦਾ, ਪ੍ਰਭੂ ਜੀ ਧੰਨਵਾਦ, ਤੁਸੀਂ ਇਹ ਕੰਮ ਮੇਰੇ ਜੀਵਨ 'ਚ ਕਰ ਦਿੱਤਾ। ਜੇ ਥੋੜਾ ਜਿਹਾ ਕੰਮ ਹੋਰ ਕਰ ਦਿੰਦੇ ਨਾ ਤੇ ਗੱਲ ਹੀ ਬਣ ਜਾਣੀ ਸੀ। ਇਹਦਾ ਮਤਲਬ ਅਸੀਂ ਧੰਨਵਾਦੀ ਨਹੀਂ ਆ। ਬਹੁਤ ਸਾਰੇ ਲੋਕੀ ਪਤਾ ਕੀ ਕਰਦੇ ਨੇ, ਥੋੜਾ ਜਿਹਾ ਕੰਮ ਹੁੰਦਾ ਤੇ ਪਰਮੇਸ਼ਰ ਥੋੜਾ ਜਿਹਾ ਦੇ ਕੇ ਦਿਖਦਾ ਹੈਗਾ ਵੀ ਇਹਦਾ ਰਿਐਕਸ਼ਨ ਕੀ ਹੈ, ਧੰਨਵਾਦੀ ਹੈ ਕਿ ਗੱਲਾਂ ਕਰਨ ਵਾਲਾ। ਤੇ ਥੋੜਾ ਜਿਹਾ ਕੰਮ ਜਦੋਂ ਕਰਦਾ ਨਾ ਪ੍ਰਭੂ, ਤੇ ਥੋੜਾ ਜਿਹਾ ਕੰਮ ਲੈ ਕੇ ਪ੍ਰਭੂ ਜੀ ਨੁਕਸ ਕੱਢੀ ਜਾਂਦੇ, ਪ੍ਰਭੂ ਜੀ ਜੇ ਥੋੜਾ ਹੋਰ ਜ਼ੋਰ ਲਾ ਦਿੰਦਾ ਨਾ ਤੇ ਆ ਵੀ ਕੰਮ ਹੋ ਹੀ ਜਾਣਾ ਸੀਗਾ। ਇਹ ਗੱਲ ਯਾਦ ਰੱਖਿਓ, ਅਗਰ ਤੁਸੀਂ ਧੰਨਵਾਦੀ ਨਹੀਂ ਨਾ ਹੈਗੇ, ਅਗਰ ਸਾਡੀ ਸੋਚ ਅਜਿਹੀ ਹੈ, ਪਰਮੇਸ਼ਰ ਕਦੇ ਵੀ ਸਾਨੂੰ ਵਧਾਉਣਗੇ ਨਹੀਂ। ਨਿੱਕੇ ਤੋਂ ਨਿੱਕੇ ਕੰਮ ਦੇ ਲਈ ਵੱਡਾ ਧੰਨਵਾਦ ਸਾਡੀ ਜ਼ੁਬਾਨ ਦੇ ਵਿੱਚੋਂ ਨਜ਼ਰ ਆਵੇ, ਸੁਣਾਈ ਦੇਵੇ, ਸਾਡੇ ਕੰਮਾਂ ਤੋਂ ਪਤਾ ਲੱਗੇ ਕਿ ਪਰਮੇਸ਼ਰ ਨੇ ਕੁਝ ਕੀਤਾ ਹੈ ਸਾਡੇ ਜੀਵਨ ਦੇ ਵਿੱਚ। ਅੱਜ ਦਾ ਜੋ ਵਚਨ, ਅਗਰ ਇੱਕ ਗੱਲ ਯਾਦ ਰੱਖਿਓ ਜੀ, ਅੱਜ ਦਾ ਵਚਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਤੁਹਾਡੇ ਵਿੱਚੋਂ ਕੁਝ ਲੋਕ ਜਿਹੜੇ ਹੈਗੇ ਨੇ, ਔਰ ਕੁਝ ਲੋਕ ਨਹੀਂ, ਮੈਂ ਕਹੂੰਗਾ ਆਲਮੋਸਟ ਸਾਰੇ ਲੋਕਾਂ ਦੇ ਲਈ ਇਹ ਵਚਨ, ਅੱਜ ਇਹ ਵਚਨ ਧਿਆਨ ਦੇ ਨਾਲ ਸੁਣ ਲਓ ਜੀ। ਅੱਜ ਦਾ ਵਚਨ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਕੇ ਰੱਖ ਦੇਣ ਵਾਲਾ, ਅਗਰ ਤੁਸੀਂ ਗੰਭੀਰਤਾ ਦੇ ਨਾਲ ਪ੍ਰਭੂ ਦੇ ਵਚਨ ਨੂੰ ਸੁਣਨ ਵਾਲੇ ਹੋ ਤਾਂ। ਕਿੰਨੇ ਜਣੇ ਗੰਭੀਰਤਾ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਨ ਲਈ ਤਿਆਰ ਹੋ? ਜਿਹੜੇ ਲੋਕੀ ਅੱਜ ਪ੍ਰਭੂ ਦਾ ਵਚਨ ਸੁਣਨਗੇ ਨਾ, ਸੁਣਨਗੇ, ਦੋਵਾਂ ਥਾਵਾਂ ਤੇ ਸਾਂਭ ਲੈਣਗੇ, ਉਹਦੇ ਮੁਤਾਬਕ ਚੱਲਣਗੇ, ਉਹਦੇ ਮੁਤਾਬਕ ਦੇਖਣਗੇ, ਉਹ ਵਚਨ ਦੇ ਮੁਤਾਬਕ ਬੋਲਣਗੇ, ਉਸ ਵਚਨ ਦੇ ਮੁਤਾਬਕ ਸੁਣਨਗੇ, ਉਹਨਾਂ ਦੀ ਜ਼ਿੰਦਗੀਆਂ ਪਰਮੇਸ਼ਰ ਪੂਰੇ ਤਰੀਕੇ ਨਾਲ ਬਦਲ ਕੇ ਰੱਖ ਦੇਣ ਦੇ ਲਈ ਰੈਡੀ ਹਨ। ਕਿੰਨੇ ਜਣੇ ਕੋਲ ਪ੍ਰਭੂ ਦਾ ਵਚਨ ਹੈ ਅੱਜ ਦੇ ਦਿਨ ਦੇ ਵਿੱਚ? ਕਿੰਨੇ ਜਣੇ ਕੋਲ ਬਾਈਬਲ ਹੈਗੀ ਆ? ਅਗਰ ਬਾਈਬਲ ਨਹੀਂ ਨਾ ਹੈ, ਨਾਮ ਲਿਖਵਾਓ। ਅਗਰ ਬਾਈਬਲ ਨਹੀਂ ਹੈ, ਸਾਨੂੰ ਬਾਈਬਲ ਚਾਹੀਦੀ ਹੈ, ਤੁਹਾਨੂੰ ਬਾਈਬਲ ਮਿਲ ਜਾਏਗੀ। ਥੈਂਕ ਯੂ ਜੀਸਸ। ਆਪਣੇ ਵਚਨ ਨੂੰ, ਆਪਣੀ ਬਾਈਬਲ ਨੂੰ ਉੱਪਰ ਉਠਾਓ, ਬੋਲੋ ਪਰਮੇਸ਼ਰ ਧੰਨਵਾਦ ਕਰਦੇ ਹਾਂ ਤੁਹਾਡੇ ਸਾਮਰਥੀ ਵਚਨ ਦੇ ਲਈ। ਅੱਜ ਦਾ ਵਚਨ ਮੇਰੇ ਲਈ ਹੈ, ਔਰ ਮੇਰੇ ਪਰਮੇਸ਼ਰ ਤੁਹਾਡੇ ਇਸ ਵਚਨ ਦੇ ਵਿੱਚ ਜੋ ਕੁਝ ਵੀ ਹੈ ਇਹ ਮੇਰੇ ਲਈ ਹੈ। ਅੱਜ ਜਦੋਂ ਤੁਹਾਡੇ ਵਚਨ ਨੂੰ ਮੈਂ ਸੁਣਨਾ ਹਾਂ, ਮੇਰੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ ਮੇਰੇ ਪਰਮੇਸ਼ਰ, ਇਹ ਮੈਂ ਵਿਸ਼ਵਾਸ ਕਰਦਾ ਹਾਂ। ਔਰ ਤੁਹਾਡੇ ਵਚਨ ਨੂੰ ਜ਼ਿਆਦਾ ਜਿਵੇਂ ਸੁਣਨਾ ਹੈ ਮੇਰੇ ਪ੍ਰਭੂ ਜੀ, ਮੇਰੀ ਪ੍ਰਾਰਥਨਾ ਹੈ ਸ਼ੈਤਾਨ ਇਸ ਵਚਨ ਨੂੰ ਚੋਰੀ ਨਾ ਕਰਨੇ ਪਾਏ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਜੋ ਮੇਰੀ ਪਹਿਚਾਨ ਹੈ ਉਹਨੂੰ ਮੈਂ ਜਾਣ ਪਾਵਾਂ, ਪਹਿਚਾਨ ਪਾਵਾਂ, ਔਰ ਉਸੇ ਤਰੀਕੇ ਦੇ ਨਾਲ ਚੱਲ ਪਾਵਾਂ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ
ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ। ਥੈਂਕ ਯੂ ਜੀਸਸ ਲਾਰਡ। ਸਭ ਜਨ ਧੰਨਵਾਦ ਕਰੇ ਪ੍ਰਭੂ ਦਾ। ਥੈਂਕ ਯੂ ਜੀਸਸ ਲਾਰਡ। ਪੂਰੀ ਤਾਕਤ ਦੇ ਨਾਲ ਹਾਲੇਲੂਇਆ। ਜਿਹੜੇ ਪੂਰੇ ਚੁਸਤ ਨੇ ਤੇ ਅੱਜ ਕੁਝ ਲੈ ਕੇ ਜਾਣਗੇ, ਉੱਚੀ ਆਵਾਜ਼ 'ਚ ਬੋਲੋ ਹਾਲੇਲੂਇਆ। ਜਿਹੜੇ ਸੱਚੀ ਮੁੱਚ ਚੁਸਤ ਨੇ, ਆਪਣੇ ਗਵਾਂਢੀ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਪੂਰੀ ਤਾਕਤ ਦੇ ਨਾਲ ਉਹਦੇ ਨਾਲ ਜ਼ਿਆਦਾ ਉੱਚੀ ਆਵਾਜ਼ 'ਚ ਬੋਲੋ ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਬਹੁਤ ਬਲੈਸ ਕਰ। ਅੱਜ ਜਦੋਂ ਮੈਂ ਵਚਨ ਸੁਣਾਉਣ ਦੇ ਲਈ ਜਾ ਰਿਹਾ ਨਾ, ਪ੍ਰਭੂ ਦੀ ਆਵਾਜ਼ ਨੂੰ ਤੁਸੀਂ ਸੁਣਨ ਦੇ ਲਈ ਜਾ ਰਹੇ ਹੋ, ਇਹ ਗੱਲ ਯਾਦ ਰੱਖਿਓ ਜੇ ਕਿੰਨੇ ਜਣੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹਾ ਸਮਾਂ ਦੇਖ ਚੁੱਕੇ ਨੇ ਕਿ ਤੁਸੀਂ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਔਰ ਕੋਈ ਵਿਅਕਤੀ ਤੁਹਾਡੇ ਨਾਲ ਖੜਿਆ ਨਹੀਂ, ਲੇਕਿਨ ਤੁਸੀਂ ਇਕੱਲਿਆਂ ਉਹਨੂੰ ਫੇਸ ਕੀਤਾ, ਰੋਂਦੇ ਹੋਏ, ਨਿਰਾਸ਼ਾ ਦੇ ਵਿੱਚ, ਥੱਕਦੇ ਹੋਏ, ਅੱਕਦੇ ਹੋਏ ਉਹਨੂੰ ਫੇਸ ਕੀਤਾ ਹੈਗਾ ਔਰ ਉਮੀਦ ਕੀਤੀ ਜਾ ਰਹੀ ਸੀ ਕੋਈ ਸਾਥ ਦੇਗਾ, ਪਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਸਾਥ ਨੂੰ ਦੇਖਿਆ ਹੀ ਨਹੀਂ। ਕਿੰਨੇ ਜਣੇ ਨੇ ਇਸ ਤਰ੍ਹਾਂ ਦਾ ਸਮਾਂ ਦੇਖਿਆ ਹੈ? ਵਾਓ। ਅੱਜ ਦਾ ਵਚਨ ਇਹਦਾ ਮਤਲਬ ਤੁਹਾਡੇ ਸਾਰਿਆਂ ਦੇ ਲਈ ਹੈ। ਇਹਦਾ ਮਤਲਬ ਪਰਮੇਸ਼ਰ ਤੁਹਾਨੂੰ ਦੇਖ ਰਿਹਾ ਹੈ। ਕਿੰਨੇ ਜਣੇ ਨੇ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਦੇਖਿਆ ਹੈ ਕਿ ਬੜਾ ਕਰੀਬੀ ਕੋਈ ਵਿਅਕਤੀ ਤੁਹਾਡੇ ਹੋਵੇ ਔਰ ਉਹ ਤੁਹਾਡੀ ਲਾਈਫ ਦੇ ਵਿੱਚ ਕੁਝ ਅਜਿਹਾ ਕੰਮ ਕਰਕੇ ਜਾਵੇ, ਤੁਹਾਡੀ ਲਾਈਫ ਹੀ ਪਲਟ ਗਈ ਹੋਵੇ ਔਰ ਉਹ ਵਿਅਕਤੀ ਜ਼ਿੰਮੇਦਾਰ ਹੋਵੇ ਔਰ ਤੁਸੀਂ ਆਪਣੇ ਜੀਵਨ 'ਚ ਉਸ ਵਿਅਕਤੀ ਦੇ ਕਾਰਨ ਬੜੀ ਪਰੇਸ਼ਾਨੀ ਦੇਖੀ ਹੋਵੇ। ਕਿੰਨੇ ਨੇ ਇਸ ਤਰ੍ਹਾਂ ਦੇਖ ਚੁੱਕੇ ਨੇ ਆਪਣੀ ਜ਼ਿੰਦਗੀ 'ਚ? ਥੈਂਕ ਯੂ ਜੀਸਸ। ਆਲਮੋਸਟ ਸਾਰੇ। ਥੈਂਕ ਯੂ ਜੀਸਸ। ਅਗਰ ਅਜਿਹਾ ਸਮਾਂ ਤੁਸੀਂ ਦੇਖਿਆ ਹੈ, ਇੱਕ ਹੋਰ ਸਵਾਲ ਹੈ, ਤੁਹਾਡੇ ਵਿੱਚੋਂ ਕਿੰਨੇ ਜਣੇ ਇੱਥੇ ਅਜਿਹੇ ਨੇ ਕਿ ਕੁਝ ਸਮੱਸਿਆਵਾਂ ਮੇਰੇ ਜੀਵਨ 'ਚ ਅਜਿਹੀਆਂ ਨੇ, ਕੁਝ ਸ਼ਰਾਪ ਅਜਿਹੇ ਨੇ, ਕੁਝ ਬਿਮਾਰੀਆਂ ਅਜਿਹੀਆਂ ਨੇ, ਡਾਕਟਰ, ਪੈਸੇ ਜਾਂ ਹੋਰ ਕਿਸੇ ਕੰਮ ਦੇ ਨਾਲ ਉਹ ਚੀਜ਼ਾਂ ਜਾ ਨਹੀਂ ਰਹੀਆਂ ਮੇਰੇ ਜੀਵਨ 'ਚੋਂ, ਕੁਝ ਸ਼ਰਾਪ ਅਜਿਹੇ ਨੇ ਉਹ ਚੀਜ਼ਾਂ ਜਾ ਨਹੀਂ ਰਹੀਆਂ ਮੇਰੇ ਜੀਵਨ ਦੇ ਵਿੱਚੋਂ? ਕਿੰਨੇ ਜਣੇ ਅਜਿਹੇ ਨੇ? ਕੁਝ ਸਮੱਸਿਆਵਾਂ ਜਾ ਨਹੀਂ ਰਹੀਆਂ ਮੇਰੇ ਜੀਵਨ 'ਚੋਂ। ਓਕੇ, ਮੈਂ ਫੇਰ ਕਹਿਣਾ ਚਾਹੁੰਦਾ, ਅੱਜ ਦਾ ਵਚਨ ਫਿਰ ਤੁਹਾਡੇ ਲਈ ਹੀ ਹੈ ਪੱਕਾ। ਇੱਕ ਗੱਲ ਯਾਦ ਰੱਖਿਓ ਜੀ, ਜੇ ਪਰਮੇਸ਼ਰ ਸਾਡੇ ਲਈ ਬੋਲਣ ਔਰ ਜਦੋਂ ਪ੍ਰਭੂ ਸਾਡੇ ਲਈ ਬੋਲਦੇ ਨੇ, ਉਹ ਸਿਰਫ ਬੋਲਦੇ ਨਹੀਂ, ਉਹ ਕੰਮ ਵੀ ਕਰਦੇ ਹਨ। ਅੱਜ ਤੁਸੀਂ ਜਿੰਨੇ ਜਣੇ ਗੰਭੀਰਤਾ ਦੇ ਨਾਲ ਇਹ ਫੈਸਲਾ ਲੈ ਰਹੇ ਹੋ ਕਿ ਪ੍ਰਭੂ ਅੱਜ ਤੁਹਾਡਾ ਵਚਨ ਸਿਰਫ ਸੁਣਨਾ ਨਹੀਂ ਹੈ, ਇਹਦੇ ਮੁਤਾਬਕ ਚੱਲਣਾ ਵੀ ਹੈ, ਤਾਂ ਇੱਕ ਗੱਲ ਸਮਝ ਲਓ, ਜੇ ਮੈਂ ਤੁਹਾਨੂੰ ਵਚਨ ਦੇ ਵਿੱਚੋਂ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਵੀ ਤੁਹਾਡੇ ਲਈ ਫੈਸਲਾ ਲੈਣ ਦੇ ਲਈ ਜਾ ਰਹੇ ਹਨ, ਵੱਡੇ ਕੰਮਾਂ ਨੂੰ ਕਰਨ ਦੇ ਲਈ। ਤੁਹਾਨੂੰ ਪਤਾ ਬਾਈਬਲ 'ਚ ਇੱਕ ਵਚਨ ਹੈ, ਸਭ ਉਪਦੇਸ਼ਕ 'ਚ ਲਿਖਿਆ ਹੈ ਕਿ ਜੋ ਅਸੀਂ ਸੋਚ ਰਹੇ ਹਾਂ ਕਿ ਸਾਡੇ ਨਾਲ ਕੁਝ ਬੁਰਾ ਹੋ ਗਿਆ, ਕਹਿੰਦੇ ਇਹ ਨਾ ਸੋਚੋ ਕੁਝ ਬੁਰਾ ਹੋ ਗਿਆ, ਕਹਿੰਦੇ ਇਹ ਪਹਿਲਾਂ ਵੀ ਹੋਇਆ ਏ। ਕਿੰਨੇ ਜਣੇ ਨੇ ਵਚਨ ਪੜ੍ਹਿਆ ਹੈਗਾ? ਕਹਿੰਦੇ ਇਹ ਆਕਾਸ਼ ਦੇ ਥੱਲੇ ਧਰਤੀ ਦੇ ਉੱਪਰ ਕੁਝ ਵੀ ਨਵਾਂ ਨਹੀਂ ਹੈ, ਇਹ ਪਹਿਲਾਂ ਵੀ ਹੋ ਚੁੱਕਿਆ। ਸਾਨੂੰ ਲੱਗਦਾ ਪਹਿਲੀ ਵਾਰੀ ਹੋਇਆ, ਕਹਿੰਦੇ ਪਹਿਲਾਂ ਵੀ ਹੋ ਚੁੱਕਿਆ ਏ। ਤੁਸੀਂ ਦੁਖੀ ਹੋਵੋਗੇ, ਤੁਹਾਨੂੰ ਦੁਖੀ ਕੀਤਾ ਗਿਆ ਹੋਏਗਾ, ਤੁਹਾਨੂੰ ਲੱਗਦਾ ਹੋਏਗਾ ਕਿ ਮੇਰੇ ਨਾਲ ਕੁਝ ਨਵਾਂ ਹੋਇਆ ਏ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਈਬਲ 'ਚ ਵੀ ਇੱਕ ਵਿਅਕਤੀ ਹੈ, ਇਹਦੇ ਨਾਲ ਪਹਿਲਾਂ ਵੀ ਜੋ ਕੁਝ ਤੁਸੀਂ ਅੱਜ ਫੇਸ ਕਰਦੇ ਪਏ ਹੋ, ਬਾਈਬਲ 'ਚ ਵੀ ਇੱਕ ਵਿਅਕਤੀ ਹੈ, ਇਹਦੇ ਨਾਲ ਵੀ ਅਜਿਹਾ ਹੋ ਚੁੱਕਿਆ ਹੈ। ਇਹਦਾ ਮਤਲਬ ਜੋ ਤੁਹਾਡੇ ਨਾਲ ਹੋਇਆ ਕੁਝ ਨਵਾਂ ਨਹੀਂ ਹੋਇਆ। ਪਹਿਲਾਂ ਵੀ ਬਾਈਬਲ 'ਚ ਇੱਕ ਵਿਅਕਤੀ ਹੈ, ਉਹ ਨਿਰਾਸ਼ਾਵਾਂ ਦੇ ਵਿੱਚੋਂ ਲੰਘ ਚੁੱਕਿਆ ਹੈ, ਪਰੇਸ਼ਾਨੀਆਂ ਦੇ ਵਿੱਚੋਂ ਲੰਘ ਚੁੱਕਿਆ ਹੈ, ਉਹਦੇ ਕਰੀਬੀਆਂ ਨੇ ਉਹਦੇ ਨਾਲ ਧੋਖਾ ਕੀਤਾ ਹੈ, ਉਹ ਇਹਨਾਂ ਗੱਲਾਂ ਦੇ ਵਿੱਚੋਂ ਲੰਘ ਚੁੱਕਿਆ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਇਹਨਾਂ ਪਰੇਸ਼ਾਨੀਆਂ, ਸਮੱਸਿਆਵਾਂ ਦੇ ਬਾਵਜੂਦ ਹੁਣ ਮੇਰੇ ਜੀਵਨ ਦਾ ਅੰਤ ਕੀ ਹੋਏਗਾ, ਮੇਰੇ ਜੀਵਨ 'ਚ ਅੱਗੇ ਕੀ ਹੋਏਗਾ? ਧੰਨਵਾਦ ਕਰਦੇ ਪਵਿੱਤਰ ਆਤਮਾ ਦਾ ਔਰ ਪਰਮੇਸ਼ਰ ਦੇ ਵਚਨ ਦਾ, ਉਹ ਤੁਹਾਨੂੰ ਅੱਜ ਦੱਸੇਗਾ ਤੁਹਾਡੇ ਜੀਵਨ 'ਚ ਅੱਗੇ ਕੀ ਹੋਏਗਾ। ਇਹ ਗੱਲ ਯਾਦ ਰੱਖਿਓ ਜੇ, ਜਿਹੜੇ ਕੰਮ ਦੀ ਸ਼ੁਰੂਆਤ ਪਰਮੇਸ਼ਰ ਕਰਦੇ ਨੇ, ਉਹ ਕੰਮ ਦਾ ਅੰਤ ਕਦੇ ਵੀ ਮਾੜਾ ਨਹੀਂ ਹੋ ਸਕਦਾ। ਕਦੇ ਦੇਖਿਆ ਹੈ ਜਦੋਂ ਬੱਚੇ ਨੂੰ ਸਕੂਲ ਪੜ੍ਹਨੇ ਪਾਇਆ ਜਾਂਦਾ ਹੈਗਾ, ਕਈ ਮਾਪਿਓ ਕਹਿੰਦੇ ਵੀ ਬੜੇ ਅੱਛੇ ਸਕੂਲ ਦੇ ਵਿੱਚ ਅਸੀਂ ਪਾਉਣਾ, ਕਦੇ ਤੁਸੀਂ ਦੇਖਿਆ ਹੈਗਾ ਕਿ ਪਹਿਲਾਂ ਤਾਂ ਬੱਚੇ ਨੂੰ ਬਿਲਕੁਲ ਅਜਿਹੇ ਸਕੂਲ ਦੇ ਵਿੱਚ ਪਾ ਦਿੱਤਾ ਗਿਆ ਹੋਵੇ ਜਿਸ ਸਕੂਲ ਦਾ ਕੋਈ ਸਟੈਂਡਰਡ ਹੀ ਨਹੀਂ ਹੈ, ਪੜ੍ਹਾਈ ਲਿਖਾਈ ਦਾ ਸਿਸਟਮ ਹੀ ਨਹੀਂ ਹੈ, ਉੱਥੇ ਪਾ ਦਿੱਤਾ ਜਾਵੇ ਬੱਚੇ ਨੂੰ ਪਹਿਲਾਂ ਪੜ੍ਹਨੇ, ਜਦੋਂ 5-6 ਕਲਾਸਾਂ ਪਾਸ ਕਰ ਜਾਵੇ ਫਿਰ ਉਹਨੂੰ ਇੰਗਲਿਸ਼ ਸਕੂਲ ਦੇ ਵਿੱਚ ਪਾ ਦਿੱਤਾ ਜਾਵੇ, ਪੂਰੇ ਹਾਈ ਫਾਈ ਦੇ ਵਿੱਚ। ਕਦੇ ਦੇਖਿਆ ਕਦੇ ਤੁਸੀਂ ਇਹੋ ਜਿਹਾ ਸਿਸਟਮ? ਜੇ ਮੰਨ ਲਓ ਬੱਚਾ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ ਕਲਾਸ ਦੇ ਵਿੱਚ, ਮੰਨ ਲਓ ਅਗਰ ਉਹ ਬਿਲਕੁਲ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹ ਰਿਹਾ ਹੈ, ਇੱਕੋ ਦਮ ਹਾਈ ਫਾਈ ਇੰਗਲਿਸ਼ ਸਕੂਲ ਦੇ ਵਿੱਚ ਉਹਨੂੰ ਪਾ ਦਿੱਤਾ ਜਾਏਗਾ, ਕਿ ਉਹ ਬੱਚਾ ਕੁਝ ਕਰ ਪਾਏਗਾ? ਨਹੀਂ, ਉਹਦਾ ਫਲੋ ਨਹੀਂ ਬਣੇਗਾ। ਇਹਦਾ ਮਤਲਬ ਸਾਨੂੰ ਇੰਨੀ ਸਮਝ ਹੈ ਕਿ ਬੱਚਾ ਅਗਰ ਅੱਛੇ ਤਰੀਕੇ ਨਾਲ ਉਹਨੂੰ ਪੜ੍ਹਾਉਣਾ ਲਿਖਾਉਣਾ ਹੈ, ਸ਼ੁਰੂ ਤੋਂ ਹੀ ਉਸੇ ਸਕੂਲ ਦੇ ਵਿੱਚ ਲਗਾਉਣਾ ਪਏਗਾ ਜੋ ਅਸੀਂ ਅੱਗੇ ਇਸ ਬੱਚੇ ਦੇ ਭਵਿੱਖ ਦੇ ਲਈ ਦੇਖਣਾ ਚਾਹੁੰਦੇ ਹਾਂ। ਉਹਦੀ ਸ਼ੁਰੂਆਤ ਸ਼ੁਰੂ ਤੋਂ ਹੀ ਅੱਛੀ ਕਰਨੀ ਪਏਗੀ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪ੍ਰਭੂ ਨੂੰ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਇਨਵਾਈਟ ਕਰਦੇ ਹਾਂ, ਨਿਮੰਤਰਿਤ ਕਰਦੇ ਹਾਂ, ਸੱਦਾ ਦਿੰਦੇ ਹਾਂ, ਔਰ ਜਿਹੜੀਆਂ ਗੱਲਾਂ ਨੂੰ ਪ੍ਰਭੂ ਜੀ ਸਾਡੇ ਜੀਵਨ 'ਚ ਸ਼ੁਰੂ ਕਰਦੇ ਨਾ, ਉਹ ਗੱਲਾਂ ਅੱਗੇ ਜਾ ਕੇ ਵਾਧੇ ਵਾਲੀਆਂ ਹੁੰਦੀਆਂ ਨੇ,
ਮਹਾਨ ਹੁੰਦੀਆਂ ਨੇ ਔਰ ਵੱਡੀਆਂ ਹੁੰਦੀਆਂ ਨੇ। ਔਰ ਅੱਜ ਪਰਮੇਸ਼ਰ ਤੁਹਾਡੇ ਜੀਵਨ 'ਚ ਵੀ ਉਸੇ ਤਰੀਕੇ ਨਾਲ ਤੁਹਾਨੂੰ ਦੱਸਣਗੇ, ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਕਰਨ ਦੇ ਲਈ ਜਾ ਰਹੇ ਹਨ ਉਸੇ ਤਰੀਕੇ ਦੇ ਨਾਲ। ਇੱਕ ਵਚਨ ਹੈ ਬੜਾ, ਮੈਨੂੰ ਇਹਨਾਂ ਨੂੰ ਦੱਸੋ, ਵੀਰਵਾਰ ਨੂੰ ਕਿੰਨੇ ਜਣੇ ਕਲਾਸ ਦੇ ਵਿੱਚ ਹੈਗੇ ਸੀ? ਪਰ 4 ਕਲਾਸ ਦੇ ਵਿੱਚ ਕਿੰਨੇ ਜਣੇ ਸੀਗੇ? ਉੱਚੇ ਹੱਥ ਉਠਾ ਕੇ ਦੱਸਿਆ ਕਰੋ। ਵੈਰੀ ਗੁੱਡ। ਮੈਨੂੰ ਇਮਾਨਦਾਰੀ ਨਾਲ ਦੱਸਿਓ, ਜੇ ਸੱਚੀ ਕਿੰਨੇ ਜਣਿਆਂ ਨੂੰ ਆਪਣੇ ਜੀਵਨ ਦੇ ਵਿੱਚ ਬਰਕਤ ਮਿਲੀ ਹੈ ਉਸ ਵਚਨ ਦੇ ਜ਼ਰੀਏ, ਸਾਨੂੰ ਕੁਝ ਸਿੱਖਣ ਦੇ ਲਈ ਮਿਲਿਆ ਹੈ। ਅੱਛਾ, ਅਸੀਂ ਕੁਝ ਜ਼ਿਆਦਾ ਸਿੱਖ ਪਾਏ ਹਾਂ। ਥੈਂਕ ਯੂ ਜੀਸਸ। ਵੀਰਵਾਰ ਦੀ ਕਲਾਸ ਜੋ ਹੁੰਦੀ ਹੈ, ਵੀਰਵਾਰ ਨੂੰ ਜੋ ਟੀਚਿੰਗ ਸੈਸ਼ਨ ਹੁੰਦਾ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਭ ਜਣ ਉਹਦੇ ਵਿੱਚ ਸ਼ਾਮਲ ਹੋਈਏ। ਜ਼ਿਆਦਾ ਅਗਰ ਕੁਝ ਸਿੱਖ ਪਾਵਾਂਗੇ ਨਾ ਪ੍ਰਭੂ ਦੇ ਵਚਨ ਦੇ ਵਿੱਚੋਂ, ਤੇ ਪਰਮੇਸ਼ਰ ਤੋਂ ਕੁਝ ਜ਼ਿਆਦਾ ਲੈ ਵੀ ਪਾਵਾਂਗੇ। ਅਗਰ ਬੀਜਣਾ, ਖੇਤ ਦੇ ਵਿੱਚ ਜੋ ਬੀਜ ਬੀਜਿਆ ਜਾਂਦਾ, ਉਹ ਬੀਜਣਾ ਇੱਕ ਬੀਜ ਤੋਂ ਕਿੰਨੇ ਫਲ ਲੈ ਕੇ ਆਉਣ ਦਾ ਉਹ ਕਾਰਨ ਬਣ ਸਕਦਾ ਹੈ। ਤੇ ਗੱਲ ਯਾਦ ਰੱਖਿਓ, ਵੀਰਵਾਰ ਨੂੰ ਸਵੇਰ ਉੱਠ ਕੇ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਨ ਦੇ ਲਈ ਇਕੱਠੇ ਹੁੰਦੇ ਹੋ ਨਾ, ਅਰਲੀ ਮਾਰਨਿੰਗ ਉੱਠ ਕੇ, ਇਹ ਵੀ ਤੁਹਾਡਾ ਬੀਜ ਹੈ। ਇਸ ਤੋਂ ਬਾਅਦ ਜਿਹੜਾ ਰਿਜ਼ਲਟ ਆਏਗਾ ਉਹ ਛੋਟਾ ਨਹੀਂ ਆਏਗਾ, ਵੱਡਾ ਆਏਗਾ। ਦੇਖੋ, ਵੀਰਵਾਰ ਦੀ ਕਲਾਸ ਜੋ ਹੁੰਦੀ ਉਹਦੇ ਵਿੱਚ ਸਿਰਫ ਸਾਡਾ ਮਕਸਦ ਟੀਚਿੰਗ ਹੈ। ਮੇਰੀ ਕੋਸ਼ਿਸ਼ ਨਹੀਂ ਹੁੰਦੀ ਕਿ ਚੰਗਾਈ ਦੇ ਵਿਸ਼ੇ ਮੈਂ ਉੱਥੇ ਕੁਝ ਬੋਲਾਂ, ਲੇਕਿਨ ਇੱਕ ਫੈਮਿਲੀ ਇਸ ਜਗ੍ਹਾ ਦੇ ਉੱਪਰ ਹੈ ਜਿਨ੍ਹਾਂ ਦੇ ਜੀਵਨ 'ਚ ਪਰਮੇਸ਼ਰ ਨੇ ਕੰਮ ਕੀਤਾ ਹੈਗਾ। ਤੁਸੀਂ ਆਪਣਾ ਹੱਥ ਉਠਾ ਕੇ ਦੱਸ ਸਕਦੇ ਹੋ। ਲਾਈਵ ਸੈਸ਼ਨ ਦੇ ਵਿੱਚ ਸੋਚੀਏ, ਆਨਲਾਈਨ ਪਰਮੇਸ਼ਰ ਕਿਵੇਂ ਕੰਮ ਕਰਦਾ ਹੈਗਾ। ਮੈਂ ਫੇਰ ਕਹਿਣਾ ਚਾਹੁੰਦਾ, ਸਾਡਾ ਮਕਸਦ ਉਸ ਕਲਾਸ ਦੇ ਵਿੱਚ ਚੰਗਾਈ ਕਰਨਾ ਨਹੀਂ ਹੈ। ਫਿਰ ਵੀ ਮੈਂ ਪ੍ਰਾਰਥਨਾ ਕਰਕੇ ਆਮੀਨ ਕੀਤੀ। ਮੈਂ ਕਿਹਾ ਚਲੋ ਮੈਂ ਚੰਗਾਈ ਦੇ ਵਿਸ਼ੇ ਮੈਂ ਬੋਲਣਾ ਨਹੀਂ ਚਾਹੁੰਦਾ, ਲੇਕਿਨ ਮੈਂ ਤੁਹਾਨੂੰ ਦੱਸਦਾ ਪਰਮੇਸ਼ਰ ਨੇ ਮੈਨੂੰ ਆਹ ਦੱਸਿਆ ਹੈ, ਮੈਂ ਆਹ ਦੇਖਿਆ ਹੈ ਆਪਣੀ ਆਤਮਾ ਦੇ ਵਿੱਚ। ਇੱਕ ਗੱਲ ਸਮਝੋ, ਚੰਗਾਈ ਈਜ਼ੀ ਹੈ, ਆਸਾਨ ਹੈ। ਚੰਗਾਈ, ਛੁਟਕਾਰਾ ਆਸਾਨ ਹੈ ਅਗਰ ਪ੍ਰਭੂ ਦੇ ਵਚਨ ਨੂੰ ਸਹੀ ਤਰੀਕੇ ਨਾਲ ਸੁਣਦੇ ਪਏ ਹਾਂ। ਸੋਚੀਏ, ਚਰਚ ਵਿੱਚ ਆ ਕੇ ਵਚਨ ਸੁਣੋਗੇ। ਅਗਰ ਲਾਈਵ ਮੈਂ ਆਪਣੇ ਘਰ ਦੇ ਵਿੱਚ ਹਾਂ, ਤੁਸੀਂ ਆਪਣੇ ਪਿੰਡ ਦੇ ਵਿੱਚ ਹੋ, ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ 'ਚ ਇੱਕ ਦੂਰੀ ਤੇ ਬੈਠੇ ਹੋਏ ਹੋ, ਅਗਰ ਵਚਨ ਸੁਣਦੇ ਸੁਣਦੇ ਹੀ ਪ੍ਰਭੂ ਤੁਹਾਨੂੰ ਉੱਥੇ ਬਰਕਤ ਦੇ ਰਿਹਾ ਹੈ, ਤੇ ਸੋਚੋ ਜਦੋਂ ਪ੍ਰਭੂ ਦੇ ਘਰੇ ਆਓਗੇ, ਸਹੀ ਤਰੀਕੇ ਨਾਲ ਵਚਨ ਸੁਣੋਗੇ, ਸਹੀ ਤਰੀਕੇ ਨਾਲ ਬੈਠੋਗੇ, ਸਹੀ ਤਰੀਕੇ ਨਾਲ ਆਰਾਧਨਾ ਕਰੋਗੇ, ਤਾਂ ਸੋਚੋ ਫਿਰ ਪਰਮੇਸ਼ਰ ਕੀ ਕਰੇਗਾ ਤੁਹਾਡੇ ਜੀਵਨ ਦੇ ਵਿੱਚ। ਛੋਟੇ ਕੰਮ ਕਰੇਗਾ ਜਾਂ ਵੱਡੇ ਕੰਮ ਕਰੇਗਾ? ਫਿਲਿੱਪੀਆਂ ਦੀ ਪੱਤਰੀ ਕਿੰਨੇ ਜਣਿਆਂ ਨੂੰ ਪਤਾ ਕਿ ਬਾਈਬਲ ਦੇ ਵਿੱਚ ਹੈਗੀ, ਨਵੇਂ ਨਿਯਮ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ ਆ? ਪੌਲੁਸ ਲਿਖਦਾ ਪਿਆ ਫਿਲਿੱਪੀਆਂ ਦੀ ਕਲੀਸਿਆ ਨੂੰ, ਕਹਿੰਦਾ ਖੁਸ਼ ਰਿਹਾ ਕਰੋ, ਆਨੰਦਿਤ ਰਿਹਾ ਕਰੋ। ਕਿੱਥੋਂ ਬਹਿ ਕੇ ਲਿਖਦਾ ਪਿਆ? ਜੇਲ੍ਹ ਦੇ ਅੰਦਰ ਬਹਿ ਕੇ ਲਿਖਦਾ ਪਿਆ। ਹੁਣ ਜਿਹੜਾ ਵਿਅਕਤੀ ਜੇਲ੍ਹ 'ਚ ਬੈਠਾ ਔਰ ਜਿਹੜਾ ਵਿਅਕਤੀ ਆਜ਼ਾਦ ਹੈ, ਜਿਹੜਾ ਵਿਅਕਤੀ ਸੋਚੀ ਜੇਲ੍ਹ 'ਚ ਬੈਠਾ, ਉਹ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ ਜਾਂ ਜਿਹੜਾ ਬਾਹਰ ਆਜ਼ਾਦ ਘੁੰਮਦਾ ਪਿਆ ਉਹ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ? ਜਿਹੜਾ ਆਜ਼ਾਦ ਹੈ ਉਹ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ। ਫਿਲਿੱਪੀਓ ਦੀ ਪੱਤਰੀ ਪੜ੍ਹਦੇ ਇੱਥੋਂ ਪਤਾ ਲੱਗਦਾ ਜਿਹੜੇ ਲੋਕ ਆਜ਼ਾਦ ਨੇ ਉਹਨਾਂ ਦੇ ਵਿੱਚ ਆਨੰਦ ਹੀ ਨਹੀਂ ਹੈਗਾ, ਖੁਸ਼ੀ ਹੈ ਨਹੀਂ। ਇੱਕ ਬੰਦਾ ਜੇਲ੍ਹ 'ਚ ਬੈਠਾ ਹੈ, ਉਹ ਸਿਖਾ ਰਿਹਾ ਹੈ, ਕਹਿੰਦਾ ਆਨੰਦਿਤ ਰਿਹਾ ਕਰੋ, ਖੁਸ਼ ਰਿਹਾ ਕਰੋ। ਮੈਨੂੰ ਇਹ ਗੱਲ ਦੱਸੋ, ਜੇਲ੍ਹ 'ਚ ਬੈਠਾ ਹੋਇਆ ਪੌਲੁਸ ਜ਼ਮਾਨਤ ਲੈ ਕੇ ਗਿਆ ਸੀਗਾ ਉੱਥੇ ਮੀਟਿੰਗ ਕਰਨ ਦੇ ਲਈ ਫਿਲਿੱਪੀਆਂ ਦੀ ਕਲੀਸਿਆ ਨੂੰ, ਕਿ ਖੱਤ ਲਿਖਿਆ ਸੀ ਉਹਨੇ? ਇਹਦਾ ਮਤਲਬ ਜੋ ਖੱਤ ਦੇ ਵਿੱਚ ਪ੍ਰਭੂ ਦਾ ਵਚਨ ਲਿਖ ਕੇ ਭੇਜਿਆ ਸੀ ਉਹ ਬੜਾ ਪ੍ਰਭਾਵਸ਼ੀਲ ਸੀ। ਤੇ ਵੀਰਵਾਰ ਨੂੰ ਆਨਲਾਈਨ ਆ ਕੇ ਜਦੋਂ ਤੁਸੀਂ ਪ੍ਰਭੂ ਦਾ ਵਚਨ ਸੁਣਦੇ ਨਾ, ਉਹ ਵੀ ਪ੍ਰਭਾਵਸ਼ੀਲ ਤਰੀਕੇ ਨਾਲ ਤੁਹਾਡੇ ਜੀਵਨ 'ਚ ਖਰੇ ਕਰੇਗਾ। ਉਹਦੇ ਲਈ ਲੋੜ ਨਹੀਂ ਰਹੇਗੀ ਕਿ ਪ੍ਰਭੂ ਦਾ ਦਾਸ ਆ ਕੇ ਤੁਹਾਡੇ ਉੱਪਰ ਹੱਥ ਰੱਖੇ, ਤੁਹਾਡਾ ਪਾਸਟਰ ਤੁਹਾਡੇ ਉੱਪਰ ਹੱਥ ਰੱਖੇ। ਅਗਰ ਯਹੋਵਾ ਪਰਮੇਸ਼ਰ ਦਾ ਹੱਥ ਤੁਹਾਡੇ ਉੱਪਰ ਹੈਗਾ ਨਾ, ਤੁਹਾਡੇ ਪਾਸਟਰ ਨੂੰ ਹੱਥ ਰੱਖਣ ਦੀ ਲੋੜ ਨਹੀਂ ਹੈ ਤੁਹਾਡੇ ਉੱਪਰ। ਜ਼ਬੂਰ ਸਾਰੇ ਨੇ ਕੱਢਾਂਗੇ ਉਹਦਾ 55 ਅਧਿਆਏ। ਤੁਹਾਡੇ ਸਾਰਿਆਂ ਦੇ ਵਿੱਚੋਂ ਮੈਂ ਪੁੱਛ ਕੇ ਹਟਾਂ ਕਿ ਤੁਹਾਡੇ ਜੀਵਨ 'ਚ ਕੁਝ ਨਾ ਕੁਝ ਅਜਿਹਾ ਤੁਸੀਂ ਫੇਸ ਕੀਤਾ ਜਿਹਦੇ ਵਿੱਚ ਤੁਸੀਂ ਇਕੱਲੇ ਹੀ ਰਹਿ ਗਏ ਸੀਗੇ, ਜਿਹਦੇ ਵਿੱਚ ਤੁਹਾਨੂੰ ਪਰੇਸ਼ਾਨ ਕੀਤਾ ਗਿਆ ਹੈ ਤੁਹਾਡੇ ਨੇੜਲੇ ਵਿਅਕਤੀਆਂ ਦੇ ਵੱਲੋਂ ਤੁਹਾਨੂੰ। ਮੈਂ ਤੁਹਾਨੂੰ ਦੱਸਿਆ ਇਹ ਤੁਹਾਡੇ ਨਾਲ ਨਵਾਂ ਨਹੀਂ ਹੋਇਆ। ਬਾਈਬਲ 'ਚ ਇੱਕ ਬੰਦਾ ਹੈਗਾ, ਉਹਦੇ ਨਾਲ ਵੀ ਅਜਿਹਾ ਹੋਇਆ ਹੈ। ਅਗਰ ਤੁਸੀਂ ਅੱਜ ਆਪਣੇ ਜੀਵਨ 'ਚੋਂ ਬੁਰੇ ਦੌਰ ਦੇ ਵਿੱਚੋਂ ਲੰਘ ਰਹੇ ਹੋ, ਪਰੇਸ਼ਾਨੀਆਂ ਦੇ ਵਿੱਚੋਂ ਲੰਘ ਰਹੇ ਹੋ, ਸੰਘਰਸ਼ ਦੇ ਵਿੱਚੋਂ ਲੰਘ ਰਹੇ ਹੋ, ਤਾਂ ਖੁਸ਼ਖਬਰੀ ਮੈਂ ਇਹ ਦੇਣਾ ਚਾਹੁੰਦਾ ਕਿ ਅੱਗੇ ਹੋ ਸਕਦਾ ਤੁਹਾਨੂੰ ਨਜ਼ਰ ਨਾ ਆ ਰਿਹਾ ਹੋਵੇ, ਪਰ ਇਹਦੇ ਜੀਵਨ 'ਚ ਜੋ ਕੁਝ ਹੋਇਆ ਹੈ, ਅਸੀਂ ਕਹਿੰਦੇ ਸਾਡੇ ਵੀ ਜੀਵਨ 'ਚ ਵੀ ਕੁਝ ਗਲਤ ਹੋਇਆ ਹੈ, ਇਸ ਬੰਦੇ ਦੇ ਜੀਵਨ 'ਚ ਕੁਝ ਗਲਤ ਹੋਇਆ ਹੈ, ਪਰ ਇਹਨੇ ਪ੍ਰਭੂ ਅੱਗੇ ਪ੍ਰਾਰਥਨਾ ਜਦੋਂ ਕੀਤੀ, ਇਹਦੇ ਜੀਵਨ 'ਚ ਅੱਗੇ ਜਾ ਕੇ ਪਰਮੇਸ਼ਰ ਨੇ ਕੀ ਕੀਤਾ ਹੈ, ਉਹੀ ਪਰਮੇਸ਼ਰ ਅੱਜ ਤੁਹਾਡੇ ਜੀਵਨ 'ਚ ਕਰੇਗਾ ਅਗਰ ਵਚਨ ਧਿਆਨ ਦੇ ਨਾਲ ਸੁਣੋਗੇ। 55 ਅਧਿਆਏ ਮੈਂ ਧਿਆਨ ਦੇ ਨਾਲ ਸੁਣਿਓ ਜੋ ਮੈਂ ਕੀ ਜੋ ਪੜ੍ਹਨ ਦੇ ਲਈ ਜਾ ਰਿਹਾ ਪ੍ਰਭੂ ਦੇ वचन ਨੂੰ। पहली आयत को, हे परमेश्वर मेरी प्रार्थना की और कान लगा और मेरी गिड़गिड़ाहट से मुंह न मोड़, मेरी ओर ध्यान देकर मुझे उत्तर दे। मैं चिंता के मारे छटपटाता हूँ और व्याकुल रहता हूँ, क्योंकि शत्रु कोलाहल और दुष्ट उपद्रव कर रहे हैं। वे मुझ पर दोषारोपण करते हैं और क्रोध में आकर सताते हैं। मेरा मन भीतर भीतर संकट में है,
चौथी आयत मैं रुकदा थोड़ा जा। मैं दोबारा पहली आयत तो पढ़ूंगा। किन्ने जने कोल बाइबल हैगी आ? अपने पेन हत्थ च ले लो जी। हुण ध्यान देना, मैं दोबारा पहली आयत तो पढ़न दे लई जा रहा। दा कारण है जो परमेश्वर मेरे दिल च पाउंदा है। पेन ले लो जी अपने। हुण ਜਿਹੜੀਆਂ मैं गल्लां ਇਹਦੇ ਚ पढ़न दे लई जा रहा, तुसीं पढ़दे जा रहे हो, अंडरलाइन करदे हो। ਜਿਹੜੀਆਂ चीज़ां तुहाडे जीवन च परेशानी वालियां हैगीਆਂ ना, 16 आयत तक कहीं चली जाना, ਉਹਨੂੰ अंडरलाइन करदे जाओ जे। हुण ਇਹ व्यक्ति ਦੇ जीवन च परेशानियां भी काउंट करते जाओ जे, आपदे जीवन दी भी मैच करते जाओ जे। हे परमेश्वर, मेरी प्रार्थना की ओर कान लगा और मेरी गिड़गिड़ाहट से मुंह ना मोड़। मेरी ओर ध्यान देकर मुझे उत्तर दे। मैं चिंता के मारे छटपटाता हूँ और व्याकुल रहता हूँ, क्योंकि शत्रु कोलाहल और दुष्ट उपद्रव कर रहे हैं। वे मुझ पर दोषारोपण करते हैं और क्रोध में आकर सताते हैं। मेरा मन भीतर ही भीतर संकट में है और मृत्यु का भय मुझ में समा गया है। भय और कंपकपी ने मुझे पकड़ लिया है और भय के कारण मेरे रोए रोए खड़े हो गए हैं। तब मैंने कहा, भला होता कि मेरे कबूतर के से पंख होते तो मैं उड़ जाता और विश्राम पाता। देखो, फिर तो मैं उड़ते उड़ते दूर निकल जाता और जंगल में बसेरा लेता। सेला। सतवीं आयत में फिर रोकता है। सेला का मतलब पता की हुंदा? किन्ने जिन्हां दी बाइबल च लिखा सेला? सेला का मतलब स्टे। इत्थे जिहड़ा ना भजनकार रुक गया है। 8वीं आयत तो फिर पढ़ते गए। मैं प्रचंड ब्यार और आंधी के झोंके से बचकर किसी शरण स्थान में भाग जाता। हे प्रभु, उनका सत्यानाश कर और उनकी भाषा में गड़बड़ी डाल दे, क्योंकि मैंने नगर में उपद्रव और झगड़ा देखा है। रात दिन वे उसकी शहरपनाह पर चढ़कर चारों ओर घूमते हैं और उसके भीतर दुष्टता और उत्पात होता है। उसके भीतर दुष्टता ने बसेरा डाला है और अंधेर, अत्याचार और छल उसके चौक से दूर नहीं होते। जो मेरी नामधराई करता है वह शत्रु नहीं था, नहीं तो मैं उसको सह लेता। जो मेरे विरुद्ध बढ़ाई मारता है वह मेरा बैरी नहीं है, नहीं तो मैं उससे छिप जाता। परंतु वह तो तू ही था जो मेरी बराबरी का मनुष्य, मेरा परम मित्र और मेरी जान पहचान का था। हम दोनों आपस में कैसी मीठी मीठी बातें करते थे और हम भीड़ के साथ परमेश्वर के भवन को जाते थे। उसको मृत्यु अचानक आ दबाए, वह जीवित ही अंधलोक में उतर जाए, क्योंकि उनके घर और मन दोनों में बुराइयां और उत्पात भरा है। हालेलुया। ਤੁਹਾਨੂੰ ਪਤਾ ਦਾਊਦ ਇਹ ਭਜਨ ਲਿਖਦਾ ਪਿਆ ਹੈਗਾ। ਦਾਊਦ ਭਜਨ ਲਿਖਦਾ ਪਿਆ, ਪਤਾ ਉਹਦੇ ਸਾਥੀਆਂ ਦੇ ਵੱਲੋਂ ਹੀ ਕੁਝ ਗੜਬੜੀ ਹੋ ਗਈ ਉਹਦੇ ਜੀਵਨ 'ਚ। ਤੁਹਾਡੇ ਵਿੱਚੋਂ ਕਿੰਨੇ ਜਣੇ ਨੇ ਅੰਡਰਲਾਈਨ ਕੀਤਾ ਹੈਗਾ? ਅੰਡਰਲਾਈਨ ਕਰਨ ਤੋਂ ਬਾਅਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬੜਾ ਕੁਝ ਮਿਲਿਆ ਹੋਣਾ ਕਿ ਇਹ ਚੀਜ਼ਾਂ ਮੇਰੇ ਜੀਵਨ 'ਚ ਹੈਗੀਆਂ। ਥੋੜ੍ਹੀਆਂ ਜਿਹੀਆਂ ਗੱਲਾਂ ਕਿ ਜ਼ਿਆਦਾ ਗੱਲਾਂ ਤੁਹਾਡੇ ਜੀਵਨ 'ਚ ਜਦੋਂ ਅੰਡਰਲਾਈਨ ਕੀਤੀਆਂ ਗਈਆਂ? ਪੁੱਛੀ ਬੋਲ ਕੇ ਦੱਸੇ, ਥੋੜ੍ਹੀਆਂ ਗੱਲਾਂ ਕਿ ਜ਼ਿਆਦਾ ਗੱਲਾਂ? ਹੁਣ ਤੁਹਾਨੂੰ ਇਹ ਜ਼ਿਆਦਾ ਗੱਲਾਂ ਜਦੋਂ ਜ਼ਿਆਦਾ ਪਰੇਸ਼ਾਨੀਆਂ ਆਪਣੇ ਜੀਵਨ 'ਚ ਲੱਗਦੀਆਂ ਹੋਣਗੀਆਂ ਨਾ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਪਰਮੇਸ਼ਰ ਤੂੰ ਕਿਵੇਂ ਠੀਕ ਕਰੇਗਾ ਇੰਨੀਆਂ ਗੜਬੜੀਆਂ, ਇੰਨੀਆਂ ਸਮੱਸਿਆਵਾਂ ਜੋ ਮੇਰੇ ਜੀਵਨ 'ਚ ਹੈਗੀਆਂ, ਤੂੰ ਪਰਮੇਸ਼ਰ ਕਿਵੇਂ ਠੀਕ ਕਰੇਗਾ? ਇਹ ਸਮੱਸਿਆਵਾਂ ਤਾਂ ਮੇਰੀ ਸਮਝ ਦੇ ਨਾਲ ਮੈਂ ਖੁਦ ਦੂਰ ਨਹੀਂ ਕਰ ਸਕਦਾ। ਇਹ ਕਿਵੇਂ ਮੇਰੇ ਜੀਵਨ ਦੇ ਵਿੱਚੋਂ ਇਹ ਸਮੱਸਿਆਵਾਂ ਦੂਰ ਹੋਣਗੀਆਂ, ਇਹ ਪਰੇਸ਼ਾਨੀਆਂ ਮੇਰਾ ਖਹਿੜਾ ਛੱਡਣਗੀਆਂ? ਦਾਊਦ ਨੂੰ ਵੀ ਕੁਝ ਜ਼ਿਆਦਾ ਪਤਾ ਨਹੀਂ ਹੈ, ਪਰ ਬਾਈਬਲ ਦੇ ਵਿੱਚ ਲਿਖਿਆ ਹੈ ਦਾਊਦ ਨੂੰ ਜਦੋਂ ਕੁਝ ਪਤਾ ਨਹੀਂ ਲੱਗਦਾ ਪਿਆ, ਕੁਝ ਸਮਝ ਨਹੀਂ ਆ ਰਹੀ, ਵਚਨ ਦੇ ਵਿੱਚ ਲਿਖਿਆ ਉਹ ਪਰਮੇਸ਼ਰ ਦੇ ਸਾਹਮਣੇ ਜਾਂਦਾ ਹੈ। ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ, ਅਗਰ ਤੁਹਾਡੇ ਜੀਵਨ 'ਚ ਜੋ ਵੀ ਗੜਬੜੀਆਂ ਔਰ ਸਮੱਸਿਆਵਾਂ, ਪਰੇਸ਼ਾਨੀਆਂ, ਸ਼ਰਾਬ ਬੰਧਨ ਹੈਗੇ ਨਾ, ਅਗਰ ਸਮਝ ਨਹੀਂ ਨਾ ਆ ਰਹੀ ਕਿ ਇਹ ਗੱਲਾਂ ਕਿਵੇਂ ਠੀਕ ਹੋਣਗੀਆਂ, ਤਾਂ ਤੁਹਾਨੂੰ ਸਿਰਫ ਔਰ ਸਿਰਫ ਮਨੁੱਖਾਂ ਦੇ ਸਾਹਮਣੇ ਨਹੀਂ ਕਿ ਅਸੀਂ ਮਨੁੱਖਾਂ ਸਾਹਮਣੇ ਗੱਲਾਂ ਨੂੰ ਬੋਲੀਏ, ਸਿਰਫ ਤੁਹਾਨੂੰ ਪਰਮੇਸ਼ਰ ਦੇ ਸਾਹਮਣੇ ਜਾ ਕੇ ਬੋਲਣ ਦੀ ਲੋੜ ਹੈ, ਪ੍ਰਾਰਥਨਾ ਕਰਨ ਦੀ ਲੋੜ ਹੈ। ਬਾਈਬਲ 'ਚ ਲਿਖਿਆ ਦਾਊਦ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਪਿਆ ਹੈ। ਉਹਨੂੰ ਪਤਾ ਸਿਰਫ ਪਰਮੇਸ਼ਰ ਮੇਰੇ ਖਰਾਬ ਹਾਲਾਤਾਂ ਨੂੰ ਬਦਲ ਸਕਦਾ ਹੈ। ਪਰਮੇਸ਼ਰ ਮੇਰੇ ਜੀਵਨ 'ਚੋਂ ਗੜਬੜੀਆਂ ਨੇ ਉਹਦੇ ਵਿੱਚੋਂ ਮੈਨੂੰ ਬਾਹਰ ਕੱਢ ਸਕਦਾ ਹੈ। ਪਰਮੇਸ਼ਰ ਮੇਰੇ ਜੀਵਨ 'ਚ ਜੋ ਨਿਰਾਸ਼ਾ ਉਹਦੇ ਵਿੱਚੋਂ ਮੈਨੂੰ ਬਾਹਰ ਕੱਢ ਸਕਦਾ ਹੈ। ਬਾਈਬਲ 'ਚ ਲਿਖਿਆ ਉਹ ਪਰਮੇਸ਼ਰ ਸਾਹਮਣੇ ਗਿੜਗਿੜਾਹਟ, ਆਪਣੀ ਪ੍ਰਾਰਥਨਾ ਨੂੰ ਗਿੜਗਿੜਾਹਟ ਕਹਿ ਰਿਹਾ ਹੈ। ਗਿੜਗਿੜਾਉਂਦਾ ਬੰਦਾ ਕਿਵੇਂ ਹੁੰਦਾ ਪਤਾ? ਗਿੜਗਿੜਾਉਣਾ ਸਮਝਦੇ ਹੋ? ਮਿੰਨਤਾਂ ਕੱਢਣੀਆਂ, ਤਰਲੇ ਪਾਉਣੇ। ਬਾਈਬਲ ਦੇ ਮੁਤਾਬਕ ਜਦੋਂ ਵਚਨ ਪੜ੍ਹਦੇ ਹੋ, ਪਰਮੇਸ਼ਰ ਦੇ ਸਾਹਮਣੇ ਇਸ ਤਰੀਕੇ ਨਾਲ ਪ੍ਰਾਰਥਨਾ ਕਰਦਾ ਪਿਆ ਹੈ। ਇਹਦਾ ਮਤਲਬ ਉਹਦੇ ਜੀਵਨ 'ਚ ਗੜਬੜੀ ਆ ਗਈ ਹੈ, ਜੋ ਪਰੇਸ਼ਾਨੀ ਆ ਗਈ, ਉਹ ਥੋੜੀ ਜਿਹੀ ਨਹੀਂ ਬਹੁਤ ਜ਼ਿਆਦਾ ਆ ਗਈ ਹੈ। ਪ੍ਰਾਰਥਨਾ ਦੇ ਲਈ ਵੀ ਪੂਰੀ ਹਿੰਮਤ ਨਹੀਂ ਉਹਦੇ ਅੰਦਰ। ਅੱਜ ਅਗਰ ਤੁਹਾਡੇ ਅੰਦਰ ਹਿੰਮਤ ਨਹੀਂ ਨਾ ਹੈਗੀ,
ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਦਾਊਦ ਦੇ ਅੰਦਰ ਵੀ ਉਸ ਸਮੇਂ ਹਿੰਮਤ ਨਹੀਂ ਸੀਗੀ। 16ਵੀਂ ਆਇਤ ਹੁਣ ध्यान देना, सुने जो की कहता पिया, परंतु मैं तो परमेश्वर को पुकारूंगा और यहोवा मुझे बचा लेगा। सांझ को, भोर को, दोपहर को, तीनों पहर मैं दुहाई दूंगा और कराहता रहूंगा और वह मेरा शब्द सुन लेगा। हालेलुया, परमेश्वर का धन्यवाद करिए। हालेलुया। ਉਹ ਕਹਿੰਦਾ ਮੈਂ ਸਵੇਰੇ ਪ੍ਰਾਰਥਨਾ ਕਰੂੰਗਾ, ਮੈਂ ਦੁਪਹਿਰੇ ਪ੍ਰਾਰਥਨਾ ਕਰੂੰਗਾ, ਮੈਂ ਸ਼ਾਮ ਨੂੰ ਪ੍ਰਾਰਥਨਾ ਕਰੂੰਗਾ। ਜਦੋਂ ਉਹਨੂੰ ਮੈਂ ਪੁਕਾਰੂੰਗਾ ਉਹ ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਮੈਨੂੰ ਦੇਊਗਾ। ਉਹਨੂੰ ਤਰੀਕਾ ਲੱਭ ਗਿਆ ਹੈਗਾ। ਤੁਹਾਨੂੰ ਐ ਨਹੀਂ ਲੱਗਦਾ ਪਹਿਲੀ ਐਤ ਜਦੋਂ ਸ਼ੁਰੂ ਹੋਇਆ ਨਿਰਾਸ਼ਾ ਬੜੀ ਹੈ ਉਹਦੇ ਅੰਦਰ, 16ਵੀਂ ਐਤ ਤੇ ਪਹੁੰਚ ਕੇ ਕਹਿੰਦਾ ਮੈਂ ਪ੍ਰਭੂ ਅੱਗੇ ਪ੍ਰਾਰਥਨਾ ਕਰੂੰਗਾ, ਮੈਂ ਪਰਮੇਸ਼ਰ ਨੂੰ ਪੁਕਾਰੂੰਗਾ। 17ਵੀਂ ਐਤ ਤੇ ਤੁਹਾਨੂੰ ਐ ਨਹੀਂ ਲੱਗਦਾ ਸਭ ਕੁਝ ਬਦਲ ਗਿਆ ਉਹਦੀ ਜ਼ਿੰਦਗੀ ਦੇ ਵਿੱਚ। ਹੁਣ 18ਵੀਂ ਐਤ, जो लड़ाई मेरे विरुद्ध मची थी उसने मुझे कुशल के साथ बचा लिया है। उन्होंने मुझे बहुतों को संग लेकर मेरा सामना किया था। परमेश्वर जो आदि से विराजमान है ये सुनकर उनको उत्तर देगा। हालेलुया। बाइबल च लिखा है अगले पल ही वो डिक्लेयर कर दिंदा कि परमेश्वर ने मैनू बचा लिया हैगा। एक पासे दाऊद पहला मिन्नतां कट रहा है, गिड़गिड़ाहट ਉਹਦੇ ਅੰਦਰ ਹੈ। ਇੱਕੋ ਦਮ ਜਦੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ, ਪ੍ਰਾਰਥਨਾ ਕਰਦਾ ਪਿਆ ਹੈ, ਪ੍ਰਾਰਥਨਾ ਕਰਦਾ ਪਿਆ ਹੈ, 16ਵੀਂ 17ਵੀਂ 18ਵੀਂ ਚ ਆ ਕੇ ਉਹਦੇ ਸ਼ਬਦ ਹੀ ਬਦਲ ਜਾਂਦੇ ਨੇ। 18ਵੀਂ ਚ ਆ ਕੇ ਸਿੱਧਾ ਹੀ ਕਹਿੰਦਾ ਕਿ ਪਰਮੇਸ਼ਰ ਨੇ ਤਾਂ ਮੈਨੂੰ ਬਚਾ ਲਿਆ ਹੈਗਾ ਏ। ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਇਹ ਪੂਰਾ ਜ਼ਬੂਰ ਪ੍ਰਾਰਥਨਾ ਕਰਦਾ ਪਿਆ ਔਰ ਗਾ ਰਿਹਾ, ਉਹ ਇੱਕ ਜਗ੍ਹਾ ਤੇ ਬੈਠਾ ਹੋਇਆ ਹੈ। ਇੱਕ ਜਗ੍ਹਾ ਤੇ ਬੈਠਾ, ਉਹ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਉਹਨੇ 15 ਆਇਤਾਂ ਤੱਕ। 16ਵੀਂ ਆਇਤ ਚ ਆ ਕੇ ਕਹਿੰਦਾ ਮੈਂ ਪ੍ਰਾਰਥਨਾ ਕਰੂੰਗਾ, ਪ੍ਰਭੂ ਨੂੰ ਪੁਕਾਰੂੰਗਾ। 17ਵੀਂ ਆਇਤ ਚ ਕਹਿੰਦਾ ਹੈਗਾ ਏ ਮੈਂ 3 ਵਾਰੀ ਪ੍ਰਾਰਥਨਾ ਕਰੂੰਗਾ। ਉਹਨੇ 17ਵੀਂ ਆਇਤ ਚ ਆ ਕੇ ਕੀ ਕੀਤਾ? ਪਰਮੇਸ਼ਰ ਦੇ ਨਾਲ ਵਾਅਦਾ ਕੀਤਾ ਹੈਗਾ। ਕਿੰਨੇ ਵਾਰੀ ਪ੍ਰਾਰਥਨਾ ਕਰਨੀ ਗਿਆ? ਕਿੰਨੇ ਵਾਰੀ ਪ੍ਰਾਰਥਨਾ ਕਰਨੀ ਗਈ? ਅੱਜ ਅਗਰ ਜ਼ਿਆਦਾ ਪਰੇਸ਼ਾਨੀ ਚ ਹੈਗਾ ਨਾ, ਕੱਲੀ ਪ੍ਰਾਰਥਨਾ ਨਾ ਕਰਿਓ ਜੇ, ਪ੍ਰਭੂ ਦੇ ਨਾਲ ਵਾਅਦਾ ਕਰਕੇ ਜਾਇਓ ਜੇ। 18ਵੀਂ ਆਇਤ ਚ ਆਉਂਦੇ ਹਾਲਾਤ ਬਦਲ ਗਏ। ਕਹਿੰਦਾ ਮੇਰੇ ਪ੍ਰਭੂ ਨੇ ਮੈਨੂੰ ਜਿੱਤ ਦੇ ਦਿੱਤੀ ਹੈਗੀ ਆ, ਮੇਰੇ ਵਿਰੋਧੀਆਂ ਨੂੰ ਦਬਾ ਦਿੱਤਾ ਹੈਗਾ। 18ਵੀਂ ਆਇਤ ਚ ਆ ਕੇ ਉਹ ਸਾਰਾ ਕੁਝ ਤੈਅ ਕਰ, ਇੱਕ ਜਗ੍ਹਾ ਤੇ ਬੈਠਾ ਹੋਇਆ। ਸੋਚੀਏ ਜਦੋਂ ਪ੍ਰਾਰਥਨਾ ਕਰਨ ਲੱਗਿਆ ਗਾਏ, ਉਹ ਪ੍ਰਾਰਥਨਾ ਕਰਦਾ ਪਿਆ, ਪਰੇਸ਼ਾਨੀਆਂ ਦਾ ਜ਼ਿਕਰ ਕਰਦਾ ਪਿਆ ਏ। 16ਵੀਂ ਆਇਤ ਤੱਕ ਆਉਂਦੇ ਉਹਦੇ ਪ੍ਰਭੂ ਦਾ ਆਤਮਾ ਉਹਦੇ ਤੇ ਕੰਟਰੋਲ ਕਰ ਲੈਂਦਾ ਏ। 17ਵੀਂ ਆਇਤ ਚ ਆ ਕੇ ਉਹ ਪਰਮੇਸ਼ਰ ਦੇ ਨਾਲ ਵਾਅਦਾ ਕਰ ਲੈਂਦਾ ਏ, ਪ੍ਰੋਮਿਸ ਕਰ ਲੈਂਦਾ। 18ਵੀਂ ਆਇਤ ਚ ਪਰਮੇਸ਼ਰ ਉਹਨੂੰ ਬੁੱਧੀ ਦਿੰਦਾ ਏ, ਦੇਖਣ ਵਾਲੀਆਂ ਅੱਖਾਂ ਦੇ ਦਿੰਦਾ ਏ। 18ਵੀਂ ਆਇਤ ਚ ਆ ਕੇ ਉਹ ਆਪਣੇ ਉੱਤੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੰਦਾ ਹੈ। ਅੱਜ ਤੁਸੀਂ ਅਗਰ ਪਰੇਸ਼ਾਨੀ ਦੇ ਵਿੱਚ ਹੋ, ਪ੍ਰਭੂ ਦੇ ਨਾਲ ਵਾਅਦਾ ਕਰ ਲਿਓ ਜੇ, ਪ੍ਰਾਰਥਨਾ ਦੇ ਵਿੱਚ ਕਮਿਟਮੈਂਟ ਕਰ ਲਿਓ ਜੇ, ਪਰਮੇਸ਼ਰ ਤੁਹਾਨੂੰ ਦੇਖਣ ਵਾਲੀਆਂ ਅੱਖਾਂ ਦੇ ਦੇਗਾ। ਤੁਹਾਡੀ ਖੁਦ ਦੀ ਭਵਿੱਖਬਾਣੀ ਤੁਹਾਡੇ ਜੀਵਨ 'ਚ ਤੁਸੀਂ ਕਰਨਾ ਸ਼ੁਰੂ ਕਰ ਦਿਓਗੇ, ਤੁਹਾਡੇ ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ। 18ਵੀਂ ਆਇਤ ਦੇ ਵਿੱਚ ਜਿਹੜੀ ਗੱਲ ਲਿਖਦਾ ਪਿਆ ਨਾ, ਉਹ ਕੋਈ ਨਾਰਮਲ ਗੱਲ ਨਹੀਂ ਹੈ। ਧਿਆਨ ਨਾਲ ਪੜਿਓ ਜੇ। 18ਵੀਂ 19ਵੀਂ ਆਇਤ ਦੇ ਵਿੱਚ ਉਹ ਭਵਿੱਖਬਾਣੀ ਕਰਦਾ ਪਿਆ ਹੈਗਾ ਏ। ਸੋਚੋ ਸਾਡੇ ਜੀਵਨ 'ਚ ਪਰੇਸ਼ਾਨੀ ਹੁੰਦੀ ਆ, ਸਾਡੇ ਲਈ ਭਵਿੱਖਬਾਣੀ ਸਾਡਾ ਪਾਸਟਰ ਹੀ ਕਰੇਗਾ, ਸਾਡੇ ਲਈ ਪ੍ਰਾਰਥਨਾ ਪਾਸਟਰ ਹੀ ਕਹੇਗਾ। ਕੁਝ ਗੱਲਾਂ ਤੇ ਕੁਝ ਨਿਯਮ ਅਸੀਂ ਸਮਝਦੇ ਹੀ ਨਹੀਂ। ਜਦੋਂ ਤੱਕ ਕੁਝ ਨਿਯਮ ਸਮਝਾਂਗੇ ਨਹੀਂ, ਸਾਡੇ ਹਾਲਾਤ ਬਦਲਦੇ ਨਹੀਂ ਹੈਗੇ। ਚਰਚ ਜਾ ਰਹੇ ਆ, ਠੀਕ ਹੈ, ਕੁਝ ਗੱਲਾਂ ਦਾ ਗੁਜ਼ਾਰਾ ਹੁੰਦਾ ਰਹੇਗਾ, ਪਰ ਅਗਰ ਵਧਣਾ ਚਾਹੁੰਦੇ ਹੋ ਨਾ ਸਹੀ ਤਰੀਕੇ ਨਾਲ, ਵੱਡੀਆਂ ਔਰ ਮਹਾਨ ਗੱਲਾਂ ਦੇ ਵੱਲ ਜਾਣਾ ਚਾਹੁੰਦੇ ਹੋ, ਵੱਡੇ ਵਾਅਦੇ ਦੇ ਵੱਲ ਜਾਣਾ ਚਾਹੁੰਦੇ ਹੋ, ਤਾਂ ਕੁਝ ਨਿਯਮਾਂ ਦਾ ਪਾਲਣ ਵੀ ਕਰਨਾ ਪਏਗਾ। ਸੋਚੀਏ ਇੱਕ ਜਗ੍ਹਾ ਤੇ ਵਿਅਕਤੀ ਗਿੜਗਿੜਾ ਰਿਹਾ ਹੈਗਾ, ਉੱਥੇ ਹੀ ਬੈਠਾ ਹੋਏਗਾ, ਘੁੱਟਨੇ ਟੇਕ ਕੇ ਮੈਂ ਵਿਸ਼ਵਾਸ ਕਰਦਾ ਗਾ ਰਿਹਾ ਹੋਏਗਾ, ਆਰਾਧਨਾ ਕਰਦਾ ਪਿਆ ਹੋਏਗਾ। ਥੋੜੇ ਸਮੇਂ ਬਾਅਦ ਹੀ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੰਦਾ ਹੈ ਆਪਣੇ ਉੱਪਰ। ਇਹ ਕਿਵੇਂ ਸੰਭਵ ਹੋਇਆ ਹੈ? ਇੱਕ ਆਇਤ ਤੋਂ ਲੈ ਕੇ 15 ਆਇਤ ਤੱਕ ਪ੍ਰੋਬਲਮ ਇਹਦਾ ਜ਼ਿਕਰ ਕਰਦਾ ਹੈ। 16ਵੀਂ ਆਇਤ ਚ ਕਹਿੰਦਾ ਮੈਂ ਪ੍ਰਾਰਥਨਾ ਕਰੂੰਗਾ। 17ਵੀਂ ਆਇਤ ਚ ਪ੍ਰੋਮਿਸ ਕਰਦਾ ਹੈ, ਪਰਮੇਸ਼ਰ ਦੇ ਨਾਲ ਕਮਿਟਮੈਂਟ ਕਰਦਾ ਹੈ, ਪ੍ਰਭੂ ਜੀ ਸਵੇਰ ਵੀ ਪ੍ਰਾਰਥਨਾ ਕਰੂੰਗਾ, ਦੁਪਹਿਰ ਵੀ ਪ੍ਰਾਰਥਨਾ ਕਰੂੰਗਾ, ਸ਼ਾਮ ਨੂੰ ਵੀ ਪ੍ਰਾਰਥਨਾ ਕਰੂੰਗਾ, ਮੈਂ 3 ਟਾਈਮ ਤੇਰੇ ਅੱਗੇ ਪ੍ਰਾਰਥਨਾ ਕਰੂੰਗਾ। ਹਜੇ ਉਹਨੇ ਵਾਅਦਾ ਹੀ ਕੀਤਾ ਹੈ, ਪ੍ਰਭੂ ਨੇ ਅੱਖਾਂ ਖੋਲ ਦਿੱਤੀਆਂ, ਦੇਖ ਫਿਰ ਤੇਰੇ ਵਿਰੋਧੀਆਂ ਦਾ ਅੰਤ ਕਿਹੋ ਜਿਹਾ। ਔਰ 18ਵੀਂ ਆਇਤ ਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੰਦਾ ਹੈਗਾ ਹੈ। 91 ਜ਼ਬੂਰ ਦੇ ਵਿੱਚ ਐਵੇਂ ਨਹੀਂ ਲਿਖਿਆ ਤੂੰ ਆਪਣੀਆਂ ਅੱਖਾਂ ਤੋਂ ਦ੍ਰਿਸ਼ਟੀ ਕਰੇਂਗਾ ਔਰ ਦੁਸ਼ਟਾਂ ਦੇ ਅੰਤ ਨੂੰ ਵੇਖੇਂਗਾ। ਤੈਨੂੰ ਦੁਸ਼ਟਾਂ ਨਾਲ ਲੜਨ ਦੀ ਲੋੜ ਨਹੀਂ ਪਏਗੀ, ਤੂੰ ਅੱਖਾਂ ਤੋਂ ਦੇਖੇਂਗਾ ਔਰ ਦੁਸ਼ਟਾਂ ਦੇ ਅੰਤ ਨੂੰ ਤੂੰ ਆਪਣੀਆਂ ਅੱਖਾਂ ਤੋਂ ਦੇਖ ਪਾਏਂਗਾ। ਪਰ ਸ਼ਰਤ ਹੈ ਤੂੰ ਪ੍ਰਭੂ ਦੀ ਹਜ਼ੂਰੀ 'ਚ ਹੋਣਾ ਚਾਹੀਦਾ ਹੈ। ਦਾਊਦ ਨੇ ਫੈਸਲਾ ਲੈ ਲਿਆ, ਪਰੇਸ਼ਾਨੀਆਂ ਹੈਗੀਆਂ, ਸੰਸਾਰਿਕ ਗੱਲਾਂ ਔਰ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਨਹੀਂ ਫਸਾਵਾਂਗਾ। ਤੁਹਾਡੇ ਜੀਵਨ ਜਦੋਂ ਸਮੱਸਿਆਵਾਂ ਆ ਜਾਣ ਨਾ, ਸੰਸਾਰਿਕ ਲੋਕਾਂ ਕੋਲ ਭੱਜ ਕੇ ਨਾ ਜਾਇਓ ਜੇ, ਜਿਨ੍ਹਾਂ ਦੀ ਚਾਲ ਹੀ ਸਹੀ ਨਹੀਂ ਨਾ ਹੈਗੀ, ਉਹਨਾਂ ਤੋਂ ਮਦਦ ਮੰਗਣ ਨਾ ਜਾਇਓ ਜੇ, ਪ੍ਰਭੂ ਦੇ ਨਾਲ ਵਾਅਦਾ ਕਰ ਲਿਓ ਜੇ। ਸੋਚੀਏ ਨੇ ਅੱਜ ਵਾਅਦਾ ਕੀਤਾ, ਕਹਿੰਦਾ ਮੈਂ 3 ਵਾਰੀ ਪ੍ਰਭੂ ਕਹਿੰਦਾ ਪ੍ਰਾਰਥਨਾ ਕਰਿਆ ਕਰੂੰਗਾ।
ਜਦੋਂ ਜਦੋਂ ਤੁਹਾਡੇ ਜੀਵਨ 'ਚ ਸਮੱਸਿਆਵਾਂ ਆਉਣ ਨਾ, ਪ੍ਰਭੂ ਦੇ ਨਾਲ ਵਾਅਦਾ ਕਰਿਓ ਜੀ ਉਸ ਦਿਨ। ਕੁਝ ਸ਼ਰਾਪ ਅਜਿਹੇ ਨੇ, ਜਦੋਂ ਤੱਕ ਅਸੀਂ ਪ੍ਰਭੂ ਦੇ ਨਾਲ ਕਮਿਟਮੈਂਟ ਨਹੀਂ ਨਾ ਕਰਦੇ, ਉਹ ਸ਼ਰਾਪ ਟੁੱਟਦੇ ਨਹੀਂ ਹੈਗੇ। ਕੁਝ ਗੱਲਾਂ ਤੇ ਕੁਝ ਸਮੱਸਿਆਵਾਂ ਤਾਂ ਸਾਡੇ ਜੀਵਨ 'ਚੋਂ ਦੂਰ ਹੋ ਜਾਂਦੀਆਂ ਨੇ, ਪਰ ਕੁਝ ਸ਼ਰਾਪ ਅਜਿਹੇ ਨੇ, ਕੁਝ ਸਮੱਸਿਆਵਾਂ ਅਜਿਹੀਆਂ ਨੇ, ਜਦੋਂ ਤੱਕ ਤੁਸੀਂ ਪ੍ਰਭੂ ਦੇ ਨਾਲ ਵਾਅਦਾ ਕਰਕੇ ਪਰਮੇਸ਼ਰ ਦੇ ਰਾਜ ਦੇ ਲਈ ਖੜੇ ਨਹੀਂ ਨਾ ਹੁੰਦੇ, ਉਹ ਸਮੱਸਿਆਵਾਂ ਤੁਹਾਡੇ ਜੀਵਨ 'ਚੋਂ ਜਾਣੀਆਂ ਨਹੀਂ ਹੈਗੀਆਂ। ਪ੍ਰਭੂ ਅਗਰ ਵਚਨ ਦੇ ਵਿੱਚੋਂ ਕੁਝ ਵਾਅਦੇ ਦੇ ਰਿਹਾ ਨਾ ਸਾਡੇ ਜੀਵਨ ਦੇ ਵਿੱਚ, ਸਾਨੂੰ ਵੀ ਕੁਝ ਵਾਅਦੇ ਪਰਮੇਸ਼ਰ ਦੇ ਨਾਲ ਕਰਨੇ ਪੈਣੇ ਨੇ। ਤਾਂ ਉਹਦੇ ਨੇ ਵਾਅਦਾ ਕਰ ਲਿਆ, ਕਹਿੰਦਾ 3 ਵਾਰੀ ਪ੍ਰਭੂ ਤੇਰੇ ਸਾਹਮਣੇ ਆਇਆ ਕਰੂੰਗਾ, 3 ਵਾਰੀ ਪ੍ਰਾਰਥਨਾ ਕਰਿਆ ਕਰੂੰਗਾ। 18ਵੀਂ ਆਇਤ ਦੀਆਂ ਅੱਖਾਂ ਖੁੱਲ ਜਾਂਦੀਆਂ ਗਈਆਂ। ਔਰ ਬਾਈਬਲ ਦੇ ਮੁਤਾਬਿਕ ਜਦੋਂ ਵਚਨ ਪੜੋਗੇ ਨਾ, ਅੱਗੇ ਜਾ ਕੇ 18ਵੀਂ ਆਇਤ ਤੋਂ ਬਾਅਦ ਇਹ ਭਵਿੱਖਬਾਣੀਆਂ ਹੀ ਕਰਦਾ ਪਿਆ। ਕੋਈ ਨੈਗੇਟਿਵ ਗੱਲ ਨਹੀਂ, ਪੋਜ਼ਿਟਿਵ ਗੱਲਾਂ, ਮਹਾਨ ਗੱਲਾਂ ਦਾ ਜ਼ਿਕਰ ਕਰਦਾ ਪਿਆ ਹੈਗਾ ਏ। ਕਿੰਨੇ ਜਣੇ ਚਾਹੁੰਦੇ ਫਾਈਨੈਂਸ਼ੀਅਲੀ ਬਲੈਸ ਹੋਈਏ? ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਨਾ ਫਾਈਨੈਂਸ ਦੀ, ਹੁੰਦੀ ਕਿਤੇ ਨਾ ਕਿਤੇ। ਪੈਸੇ ਨਹੀਂ ਹੈਗੇ, ਪ੍ਰਭੂ ਦੇ ਲਈ ਕੁਝ ਕਰਨਾ, ਪੈਸੇ ਨਹੀਂ ਹੈਗੇ। ਫਾਈਨੈਂਸ਼ੀਅਲੀ ਬਲੇਸਿੰਗ ਚਾਹੀਦੀ ਹੈਗੀ ਨਾ, ਫਾਈਨੈਂਸ਼ੀਅਲੀ ਅਸੀਂ ਚਾਹੁੰਦੇ ਅਸੀਂ ਇਨਕਰੀਜ਼ ਹੋਈਏ, ਤਾਂ ਪ੍ਰਭੂ ਨਾਲ ਵਾਅਦਾ ਕਰ ਲਓ ਜੀ, ਪਰਮੇਸ਼ਰ ਤੇਰੇ ਘਰ ਦੇ ਵਿੱਚ ਤੇਰੇ ਰਾਜ ਦੇ ਲਈ ਮੈਂ ਬੀਜੂੰਗਾ। ਦਸਵੰਧ ਨਹੀਂ, ਦਸਵੰਧ ਤੋਂ ਐਕਸਟਰਾ ਜਦੋਂ ਇਹ ਪ੍ਰੋਮਿਸ ਕਰੋਗੇ ਨਾ, ਪਰਮੇਸ਼ਰ ਤੁਹਾਨੂੰ ਬਲੈਸ ਕਰਨਗੇ। ਕੁਝ ਸ਼ਰਾਪ ਪ੍ਰਾਰਥਨਾਵਾਂ ਦੇ ਨਾਲ ਇਕੱਲੇ ਟੁੱਟਣਗੇ ਨਹੀਂ, ਤੁਹਾਨੂੰ ਵਾਅਦਾ ਕਰਨਾ ਪਏਗਾ ਪ੍ਰਭੂ ਦੇ ਨਾਲ। ਉਸ ਵਾਅਦੇ ਦੇ ਅਨੁਸਾਰ ਤੁਹਾਨੂੰ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲਣਾ ਪਏਗਾ ਪ੍ਰਭੂ ਦੇ ਨਾਲ। ਉਹ ਸ਼ਰਾਪ ਵੀ ਟੁੱਟਣਗੇ, ਔਰ ਜਿਹੜੀ ਪਰਮੇਸ਼ਰ ਉਦੋਂ ਬਾਅਦ ਜੋ ਬਲੇਸਿੰਗ ਦੇਗਾ, ਉਹ ਬਲੇਸਿੰਗ ਨੂੰ ਸਾਰੀ ਦੁਨੀਆ ਦੇਖੇਗੀ, ਔਰ ਤੁਹਾਡੇ ਜ਼ਰੀਏ ਪਰਮੇਸ਼ਰ ਦੀ ਮਹਿਮਾ ਹੋਏਗੀ। ਬਾਈਬਲ 'ਚ ਇੱਕ ਔਰਤ ਹੈਗੀ, ਉਹਦਾ ਨਾਮ ਹੰਨਾ ਹੈਗਾ। ਉਹ ਪ੍ਰਾਰਥਨਾ ਕਰਨ ਵਾਲੀ ਔਰਤ ਆ, ਬੱਚਾ ਨਹੀਂ ਹੈ, ਉਹ ਬਾਂਝ ਹੈ। ਜਦੋਂ ਬਾਂਝ ਹੈਗੀ ਨਾ, ਬਾਂਝ ਇੱਕ ਸ਼ਰਾਬ ਦੀ ਤਰ੍ਹਾਂ ਹੈ। ਉਹ ਇੱਕ ਬਾਂਝ ਹੈਗੀ ਆ, ਬੱਚਾ ਨਹੀਂ ਹੋ ਰਿਹਾ। ਉਹ ਜਾਂਦੀ ਆ ਪ੍ਰਭੂ ਸਾਹਮਣੇ, ਰੋਂਦੀ ਰਹਿੰਦੀ ਆ, ਜਾਂਦੀ ਆ, ਰੋਂਦੀ ਰਹਿੰਦੀ ਆ, ਜਾਂਦੀ ਆ, ਰੋਂਦੀ ਰਹਿੰਦੀ ਆ। ਕੋਈ ਬਦਲਾਵ ਨਹੀਂ ਹੈ, ਕੋਈ ਚੇਂਜ ਉਹਦੇ ਜੀਵਨ 'ਚ ਨਹੀਂ ਹੈ। ਪਰ ਬਾਈਬਲ ਦੇ ਵਿੱਚ ਲਿਖਿਆ ਹੈ, ਪ੍ਰਾਰਥਨਾਵਾਂ ਕਰਨ ਤੋਂ ਬਾਅਦ ਜਦੋਂ ਕੁਝ ਠੀਕ ਨਹੀਂ ਨਾ ਹੋਇਆ, ਇੱਕ ਦਿਨ ਉਹਨੇ ਫਿਰ ਪ੍ਰਭੂ ਦੇ ਨਾਲ ਵਾਅਦਾ ਕੀਤਾ ਹੈਗਾ ਹੈ। ਕਹਿੰਦੀ ਪਰਮੇਸ਼ਰ ਤੂੰ ਮੈਨੂੰ ਬੱਚਾ ਦੇ, ਉਹ ਬੱਚਾ ਮੈਂ ਤੇਰੇ ਘਰ ਦੇ ਵਿੱਚ ਤੇਰੀ ਸੇਵਕਾਈ ਦੇ ਲਈ ਦੇ ਦੇਵਾਂਗੀ। ਔਰ ਬਾਈਬਲ 'ਚ ਲਿਖਿਆ ਉਸੇ ਦਿਨ ਬਾਂਝਪਨ ਦਾ ਸ਼ਰਾਪ ਉਹਦੇ ਜੀਵਨ 'ਚੋਂ ਟੁੱਟ ਗਿਆ ਹੈਗਾ ਏ। ਤੇ ਪਰਮੇਸ਼ਰ ਤੁਹਾਡੇ ਜੀਵਨਾਂ 'ਚੋਂ ਵੀ ਕਈ ਸ਼ਰਾਪਾਂ ਨੂੰ ਤੋੜ ਦੇਣਾ ਚਾਹੁੰਦਾ ਹੈ, ਪਰ ਤੁਸੀਂ ਵਾਅਦਾ ਕਰਨ ਵਾਲੇ ਹੋਣੇ ਚਾਹੀਦੇ ਕਿ ਪ੍ਰਭੂ ਤੇਰੇ ਰਾਜ ਦੇ ਲਈ ਅਸੀਂ ਕੁਝ ਵੱਡਾ ਕੰਮ ਕਰਾਂਗੇ। ਦਾਊਦ ਨੇ ਵਾਅਦਾ ਕੀਤਾ, ਕਹਿੰਦਾ 3 ਵਾਰੀ ਪ੍ਰਾਰਥਨਾ ਕਰੂੰਗਾ। ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਦਾਊਦ ਨੇ ਵਾਅਦਾ ਕੀਤਾ ਹੈ, 17 'ਚ ਵਾਅਦਾ ਕੀਤਾ, 18ਵੀਂ 'ਚ ਕੁਝ ਨਵਾਂ ਦੇਖਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ? ਉਹਨੂੰ ਉੱਚੀ ਆਵਾਜ਼ ਬੋਲ ਕੇ ਦੱਸੋ। ਭਵਿੱਖਬਾਣੀਆਂ ਕਰਨੀਆਂ ਸ਼ੁਰੂ ਹੋ ਗਿਆ ਕਿ ਨਹੀਂ ਹੋ ਗਿਆ ਆਪਣੇ ਉੱਪਰ ਹੀ? ਅੱਜ ਤੁਸੀਂ ਵੀ ਵਾਅਦਾ ਕਰ ਲਓ ਜੇ, ਪਰਮੇਸ਼ਰ ਤੁਹਾਡੀਆਂ ਅੱਖਾਂ ਨੂੰ ਵੀ ਖੋਲ ਦੇਣਗੇ। ਹੁਣ ਮੈਨੂੰ ਇੱਕ ਗੱਲ ਦੱਸੋ, ਜਦੋਂ ਪ੍ਰਭੂ ਦੇ ਨਾਲ ਵਾਅਦਾ ਅਸੀਂ ਕਰ ਲੈਂਦੇ, ਸਾਨੂੰ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਸੁਬਾਹ ਵੀ ਪ੍ਰਾਰਥਨਾ ਕਰੂੰਗਾ, ਦੁਪਹਿਰੇ ਵੀ ਪ੍ਰਾਰਥਨਾ ਕਰੂੰਗਾ, ਸ਼ਾਮ ਨੂੰ ਵੀ ਪ੍ਰਾਰਥਨਾ ਕਰੂੰਗਾ। 3 ਵਾਰੀ ਜਦੋਂ ਇਹ ਵਾਅਦਾ ਕਰਦਾ ਪਿਆ, ਇਹਨੂੰ ਵਾਅਦਾ ਨਿਭਾਉਣਾ ਚਾਹੀਦਾ ਕਿ ਨਹੀਂ ਨਿਭਾਉਣਾ ਚਾਹੀਦਾ? ਚਲੋ ਪ੍ਰਭੂ ਦੇ ਨਾਲ ਜਦੋਂ ਇਹਨੇ ਵਾਅਦਾ ਕੀਤਾ, ਪ੍ਰਭੂ ਨੇ ਕੁਝ ਗੱਲਾਂ ਦਿਖਾਈਆਂ ਕਿ ਠੀਕ ਹੈ, ਇਸ ਤਰੀਕੇ ਨਾਲ ਹੋਏਗਾ। ਵੀਰਵਾਰ ਨੂੰ ਮੈਂ ਸਿਖਾ ਕੇ ਹਟਿਆ ਹਜੇ ਉਸ ਟੀਚਿੰਗ ਸੈਸ਼ਨ ਦੇ ਵਿੱਚ, ਲੇਕਿਨ ਮੈਂ ਕੁਝ ਐਕਸਟਰਾ ਹੁਣ ਤੁਹਾਨੂੰ ਦੱਸਣ ਦੇ ਲਈ ਜਾ ਰਿਹਾ ਹੈਗਾ। ਫਿਰ ਦੁਬਾਰਾ ਸੁਣ ਲਈਏ। 2 ਸੈਮੂਅਲ 11ਵਾਂ ਅਧਿਆਏ, ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੈਗੇ ਨਾ, ਪਤਾ ਕੀ ਹੋਇਆ? ਹੁਣ ਸੋਚੋ, ਸੁਬਾਹ ਵੀ ਪ੍ਰਾਰਥਨਾ ਕਰ ਲਈ ਆ ਵਧੀਆ ਤਰੀਕੇ ਨਾਲ ਦਾਊਦ ਨੇ, ਦੁਪਹਿਰ ਵੀ ਪ੍ਰਾਰਥਨਾ ਕਰ ਲਈ ਹੋਏਗੀ, ਹੁਣ 2 ਵਾਰੀ ਪ੍ਰਾਰਥਨਾ ਕਰ ਲਈ ਹੈਗੀ ਆ। ਸ਼ਾਮ ਨੂੰ ਵੀ ਪ੍ਰਾਰਥਨਾ ਕਰਨ ਦਾ ਸਮਾਂ ਹੈ ਉਹਦੇ ਵਾਅਦੇ ਦੇ ਅਨੁਸਾਰ। ਪਰ ਬਾਈਬਲ 'ਚ ਲਿਖਿਆ ਸ਼ਾਮ ਨੂੰ ਉਹਨੇ ਪ੍ਰਾਰਥਨਾ ਨਾ ਕਰਕੇ ਅੱਜ ਫੈਸਲਾ ਲਿਆ, ਕਹਿੰਦਾ ਅੱਜ ਥੋੜਾ ਜਿਹਾ ਟਹਿਲਦੇ ਹੈਗੇ ਆ। ਕਈ ਵਾਰੀ ਸਾਡੇ ਜੀਵਨ 'ਚ ਪਤਾ ਕੀ ਹੁੰਦਾ ਹੈਗਾ, ਅਸੀਂ ਪ੍ਰਾਰਥਨਾ ਕਰਦੇ ਹਾਂ ਸੁਬਾਹ, ਦੁਪਹਿਰੇ ਵੀ ਪ੍ਰਾਰਥਨਾ ਕਰਦੇ ਹਾਂ, ਸ਼ਾਮ ਨੂੰ ਵਾਰੀ ਜਦੋਂ ਆਉਂਦੀ, ਫਿਰ ਸਾਡੇ ਦਿਮਾਗ 'ਚ ਪਤਾ ਕੀ ਹੁੰਦਾ, ਸਵੇਰੇ ਅੱਜ 15 ਮਿੰਟ ਜ਼ਿਆਦਾ ਲਾਏ ਸੀਗੇ, ਦੁਪਹਿਰੇ ਮੈਂ ਅੱਧਾ ਘੰਟਾ ਔਰ 1 ਘੰਟਾ ਜ਼ਿਆਦਾ ਪ੍ਰਾਰਥਨਾ ਕੀਤੀ, ਸ਼ਾਮ ਨੂੰ ਅਗਰ ਮੈਂ ਥੋੜੀ ਜਿਹੀ ਪ੍ਰਾਰਥਨਾ ਕਰ ਲੂੰਗਾ ਕੋਈ ਪ੍ਰੋਬਲਮ ਨਹੀਂ। ਤੁਹਾਡੇ ਹਿਸਾਬ ਦੇ ਨਾਲ ਤੁਸੀਂ ਨਹੀਂ ਚੱਲਣਾ ਹੈ। ਇੱਕ ਗੱਲ ਯਾਦ ਰੱਖਿਓ, ਜੇ ਪ੍ਰਭੂ ਦੇ ਹਿਸਾਬ ਦੇ ਨਾਲ ਚੱਲਾਂਗੇ ਤਾਂ ਬਰਕਤ ਪ੍ਰਭੂ ਦੇ ਹਿਸਾਬ ਨਾਲ ਆਏਗੀ। ਆਪਣੇ ਹਿਸਾਬ ਨਾਲ ਚੱਲਾਂਗੇ ਧੋਖਾ ਖਾਵਾਂਗੇ ਅਸੀਂ। ਦਾਊਦ ਨੇ ਜਿਹੜਾ ਧੋਖਾ ਖਾਧਾ ਨਾ 55 ਅਧਿਆਏ ਦੇ ਵਿੱਚ, ਉਹਦੇ ਆਪਣੇ ਲੋਕਾਂ ਦੇ ਵੱਲੋਂ ਉਹਨੂੰ ਧੋਖਾ ਦਿੱਤਾ ਗਿਆ, ਆਪਣੇ ਲੋਕਾਂ ਦੇ ਵੱਲੋਂ ਪਰੇਸ਼ਾਨ ਉਹਨੂੰ ਕੀਤਾ ਗਿਆ ਹੈਗਾ। ਹੁਣ ਇੱਕ ਗੱਲ ਦੱਸੋ, 2 ਵਾਰੀ ਪ੍ਰਾਰਥਨਾ ਕਰ ਲਈ, ਅਗਰ ਇੱਕ ਟਾਈਮ ਪ੍ਰਾਰਥਨਾ ਨਹੀਂ ਕਰਾਂਗੇ, ਤੁਹਾਨੂੰ ਲੱਗਦਾ ਇੱਕ ਵਾਰੀ ਪ੍ਰਾਰਥਨਾ ਨਹੀਂ ਕਰਾਂਗੇ ਕਿ ਕੋਈ ਫਰਕ ਪਊਗਾ ਕਿ ਫਰਕ ਪਏਗਾ? ਤੇ ਫਿਰ ਤੁਸੀਂ ਪ੍ਰਾਰਥਨਾ ਕਿਉਂ ਨਹੀਂ ਕਰਦੇ? ਤੁਹਾਨੂੰ 2 ਤੇ 1 ਟਾਈਮ ਨਹੀਂ ਪ੍ਰਾਰਥਨਾ ਕਰਦਾ ਪਿਆ, ਫਰਕ ਪਏਗਾ। ਤੁਹਾਨੂੰ ਇਹ ਗੱਲ ਪਤਾ ਹੈ, ਤੁਸੀਂ ਪ੍ਰਾਰਥਨਾ ਨਹੀਂ ਕਰਦੇ ਪਏ ਪਰ ਫਿਰ ਵੀ ਉਮੀਦ ਕਰਦੇ ਪਏ ਵਧੀਆ ਹੋਏਗਾ ਕੁਝ। ਕਿਵੇਂ ਉਮੀਦ ਕਰਦੇ ਪਏ ਕੁਝ ਵਧੀਆ ਹੋਏਗਾ? ਤੁਹਾਨੂੰ ਪਤਾ ਅੱਜ ਦਾਊਦ ਨੇ ਪ੍ਰਾਰਥਨਾ ਨਹੀਂ ਕੀਤੀ। ਸ਼ਾਮ ਦਾ ਸਮਾਂ, ਕਹਿੰਦਾ ਘੁੰਮਣ ਦੇ ਲਈ ਜਾਂਦੇ ਆ, ਘੁੰਮਣ ਦੇ ਲਈ ਚੱਲਦੇ ਆ। ਉਹ ਜ਼ਿਆਦਾ ਦੂਰ ਨਹੀਂ ਗਿਆ ਘੁੰਮਣ ਦੇ ਲਈ। ਬਾਈਬਲ ਦੇ ਵਿੱਚ ਲਿਖਿਆ ਹੈ, ਵਚਨ ਦੇ ਵਿੱਚ ਲਿਖਿਆ ਹੈ, ਉਹ ਛੱਤ ਤੇ ਗਿਆ ਘੁੰਮਣ ਦੇ ਲਈ, ਛੱਤ ਦੇ ਉੱਪਰ ਘੁੰਮਣ ਦੇ ਲਈ ਗਿਆ ਹੈ ਉਹ। ਔਰ ਜਦੋਂ ਛੱਤ ਦੇ ਲਈ ਘੁੰਮਣ ਦੇ ਲਈ ਗਿਆ, ਹੁਣ ਸੋਚੋ
ਉੱਥੇ ਨੇ ਇੱਕ ਔਰਤ ਨਹਾਉਂਦੀ ਹੋਈ ਦੇਖ ਲਈ ਆ, ਉਹਦਾ ਨਾਮ ਬੈਤਸ਼ਿਬਾ ਹੈ। ਬਾਈਬਲ 'ਚ ਲਿਖਿਆ ਉਹਦੇ ਨਾਲ ਵਿਭਿਚਾਰ ਉਹਨੇ ਕੀਤਾ ਹੈਗਾ ਏ, ਪਾਪ ਕੀਤਾ ਹੈਗਾ ਏ, ਪਰਮੇਸ਼ਰ ਕ੍ਰੋਧਿਤ ਹੋਇਆ ਉਹਦੇ ਤੋਂ। ਔਰ ਬਾਈਬਲ ਦੇ ਵਿੱਚ ਲਿਖਿਆ ਉਹਦੇ ਘਰਾਣੇ ਦੇ ਵਿੱਚ ਸ਼ਰਾਪ ਆਇਆ ਦਾਊਦ ਦੇ ਕਾਰਨ। ਜੇ ਬਾਈਬਲ 'ਚ ਲਿਖਿਆ ਪ੍ਰਭੂ ਦੀ ਦਇਆ ਪੀੜ੍ਹੀਓ ਪੀੜ੍ਹੀ ਬਣੀ ਰਹਿ ਸਕਦੀ ਹੈ, ਤਾਂ ਸ਼ਰਾਪ ਵੀ ਕਈ ਅਜਿਹੇ ਨੇ ਉਹ ਪੀੜ੍ਹੀਓ ਪੀੜ੍ਹੀ ਹੀ ਚੱਲਦੇ ਨੇ। ਫਿਰ ਅੱਜ ਤੁਹਾਡੇ ਵਿੱਚੋਂ ਕੁਝ ਲੋਕ ਜੋ ਫਸਟ ਜਨਰੇਸ਼ਨ ਦੇ ਕ੍ਰਿਸਚੀਅਨ ਇੱਥੇ ਬੈਠੇ ਹੋਣਗੇ, ਪਹਿਲੀ ਪੀੜ੍ਹੀ ਦੇ ਮਸੀਹੀ ਤੁਸੀਂ ਜਿਹੜੇ ਇੱਥੇ ਬੈਠੇ ਹੋ, ਤੁਹਾਡੇ ਜੀਵਨ 'ਚ ਕਈ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਪਿੱਛੋਂ ਹੀ ਚੱਲਦੀਆਂ ਆ ਰਹੀਆਂ ਨੇ ਮਾਪਿਓ ਤੋਂ, ਉਹਨਾਂ ਨੂੰ ਤੁਸੀਂ ਤੋੜ ਸਕਦੇ ਹੋ। ਔਰ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਇਹ ਜਿਹੜੀਆਂ ਸਮੱਸਿਆਵਾਂ, ਪਰੇਸ਼ਾਨੀਆਂ, ਸ਼ਰਾਪਾਂ ਤੁਹਾਡੀ ਅਗਲੀ ਪੀੜ੍ਹੀ 'ਚ ਨਾ ਜਾਣ। ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੈ, ਔਰ ਜਦੋਂ ਸਹੀ ਤਰੀਕੇ ਨਾਲ ਚੱਲੋਗੇ ਉਹ ਸ਼ਰਾਪ ਟੁੱਟ ਜਾਣਗੇ ਤੁਹਾਡੇ ਜੀਵਨਾਂ ਦੇ ਵਿੱਚੋਂ, ਔਰ ਤੁਹਾਡੇ ਜ਼ਰੀਏ ਨੈਕਸਟ ਜਨਰੇਸ਼ਨ ਦੇ ਵਿੱਚ ਦਇਆ ਜਾਵੇਗੀ ਪਰਮੇਸ਼ਰ ਦੀ। ਇਸ ਲਈ ਤੁਸੀਂ ਚੁਣੇ ਗਏ ਹੋ। ਪਰ ਦਾਊਦ ਨੇ ਕੁਝ ਗਲਤ ਕਰ ਦਿੱਤਾ, ਸ਼ਰਾਪ ਚਲਾ ਗਿਆ ਅਗਲੇ ਪਾਸੇ। ਹੁਣ ਮੈਨੂੰ ਇੱਕ ਗੱਲ ਦੱਸੋ, ਦਾਊਦ ਨੇ 2 ਵਾਰੀ ਪ੍ਰਾਰਥਨਾ ਕੀਤੀ ਆ, ਸ਼ਾਮ ਨੂੰ ਪ੍ਰਾਰਥਨਾ ਨਹੀਂ ਕੀਤੀ। ਕਈ ਵਾਰੀ ਅਸੀਂ ਹਲਕੇ ਚ ਲੈਨੇ ਪ੍ਰਭੂ ਨੂੰ, ਦਾਊਦ ਨੇ ਵੀ ਹਲਕੇ ਚ ਲਿਆ, ਕਹਿੰਦਾ ਘੁੰਮਦੇ ਆ ਫਿਰਦੇ ਆ ਟੌਰ ਨਾਲ ਕੁਛ ਨਹੀਂ ਹੁੰਦਾ। ਸ਼ਾਮ ਨੂੰ ਛੱਤ ਦੇ ਉੱਪਰ ਗਿਆ ਏ, ਵਿਭਿਚਾਰ ਕੀਤਾ ਏ, ਪਰਮੇਸ਼ਰ ਨਾ ਖੁਸ਼ ਹੋਇਆ ਏ, ਔਰ ਬਾਈਬਲ ਦੇ ਵਿੱਚ ਲਿਖਿਆ ਦੇ ਜੀਵਨ ਚੋਂ ਪਰਮੇਸ਼ਰ ਦੀ ਮਹਿਮਾ ਚਲੀ ਗਈ ਹੈ। ਮੈਨੂੰ ਇੱਕ ਗੱਲ ਦੱਸਿਓ ਬੜੇ ਸੋਚ ਸਮਝ ਕੇ, ਕਿ ਦਾਊਦ ਨੇ ਸ਼ਾਮ ਨੂੰ ਪ੍ਰਾਰਥਨਾ ਨਹੀਂ ਕਰਕੇ ਛੱਤ ਉੱਪਰ ਇਸ ਲਈ ਜਾ ਕੇ ਘੁੰਮਣ ਦਾ ਫੈਸਲਾ ਲਿਆ ਸੀ ਕਿਉਂਕਿ ਘੁੰਮਦੀ ਹੋਈ ਕੋਈ ਨਹਾਉਂਦੀ ਹੋਈ ਔਰਤ ਨਜ਼ਰ ਆਏਗੀ ਤਾਂ ਗਿਆ ਸੀ ਛੱਤ ਦੇ ਉੱਪਰੋਂ? ਕਿ ਉਹ ਕੋਈ ਔਰਤ ਸੁੰਦਰ ਨਹਾ ਰਹੀ ਹੋਏਗੀ ਮੈਂ ਉਹਨੂੰ ਦੇਖਾਂਗਾ ਇਸ ਲਈ ਗਿਆ ਸੀ ਛੱਤ ਦੇ ਉੱਪਰ? ਉਹ ਤਾਂ ਘੁੰਮਣ ਦੇ ਲਈ ਗਿਆ ਸੀਗਾ, ਉਹ ਤਾਂ ਸਿਰਫ ਘੁੰਮਣ ਦੇ ਲਈ ਗਿਆ ਸੀਗਾ ਨਾ। ਕੋਈ ਔਰਤ ਨਹਾ ਰਹੀ ਹੋਏਗੀ ਮੈਂ ਦੇਖਾਂਗਾ, ਉਹਦੇ ਨਾਲ ਵਿਚਾਰ ਕਰਾਂਗੇ, ਇਹ ਉਹਦੀ ਮਨਸ਼ਾ ਨਹੀਂ ਹੈ, ਇਹ ਉਹਦੀ ਯੋਜਨਾ ਨਹੀਂ ਹੈ। ਉਹ ਤਾਂ ਸਿਰਫ ਟਹਿਲਣ ਦੇ ਲਈ ਗਿਆ ਛੱਤ ਦੇ ਉੱਪਰ, ਗਿਆ ਟਹਿਲਣ ਦੇ ਲਈ ਆ, ਫਸ ਗਿਆ ਵੱਡੀ ਸਮੱਸਿਆ ਦੇ ਵਿੱਚ। ਅੱਜ ਇੱਕ ਗੱਲ ਯਾਦ ਰੱਖਿਓ ਜੀ, ਜਿਹੜਾ ਦਿਨ ਪਰਮੇਸ਼ਰ ਦਾ ਹੈ, ਜਿਹੜਾ ਸਮਾਂ ਪਰਮੇਸ਼ਰ ਦਾ ਹੈ, ਜਿਹੜਾ ਪੈਸਾ ਪਰਮੇਸ਼ਰ ਦਾ ਹੈ, ਉਹਨੂੰ ਹੋਰ ਕਿਸੇ ਵੀ ਕੰਮ ਦੇ ਲਈ ਵਰਤਨ ਦੇ ਲਈ ਜਾਓਗੇ ਨਾ, ਭਲਾਈ ਵਾਲੇ ਕੰਮ ਦੇ ਲਈ ਵਰਤਨ ਦੇ ਲਈ ਜਾਓਗੇ, ਤੁਸੀਂ ਉੱਥੇ ਹੀ ਫਸ ਜਾਓਗੇ, ਸ਼ਰਾਪ ਤੁਹਾਡੇ ਜੀਵਨ ਚ ਆਏਗਾ। ਜਿਹੜਾ ਸਮਾਂ ਪ੍ਰਾਰਥਨਾ ਦਾ ਨਾ, ਜੇ ਐਤਵਾਰ ਨੂੰ ਸਮਾਂ ਪ੍ਰਾਰਥਨਾ ਦਾ ਹੈ, ਤੁਸੀਂ ਐਤਵਾਰ ਨੂੰ ਚਰਚ ਨਾ ਆ ਕੇ ਹੋਰ ਕੋਈ ਕੰਮ ਕਰਨ ਦੇ ਲਈ ਜਾ ਰਹੇ ਹੋ, ਤੁਹਾਨੂੰ ਲੱਗਦਾ ਇਹ ਕੰਮ ਭਲਾਈ ਵਾਲਾ ਹੈ ਨਾ, ਉੱਥੋਂ ਤੁਹਾਡੇ ਜੀਵਨ ਚ ਭਲਾਈ ਨਹੀਂ ਆਏਗੀ, ਸ਼ਰਾਪ ਆਏਗਾ। ਕਿਉਂਕਿ ਪਰਮੇਸ਼ਰ ਦੇ ਸਮੇਂ ਨੂੰ ਤੁਸੀਂ ਦੁਨੀਆਦਾਰੀ ਦੇ ਸਮੇਂ ਦੇ ਵਿੱਚ ਆਪਣੇ ਹਿਸਾਬ ਨਾਲ ਵਰਤਨ ਦੇ ਲਈ ਜਾ ਰਹੇ ਹੋ। ਕੁਝ ਲੋਕ ਸਮਝਦੇ ਨਹੀਂ ਨਾ ਗੱਲਾਂ ਨੂੰ। ਡੇਵਿਡ ਨੂੰ ਵੀ ਲੱਗਦਾ ਮੈਂ ਤਾਂ ਟਹਿਲਣ ਦੇ ਲਈ ਜਾਣਾ, ਘੁੰਮਣ ਫਿਰਨ ਦੇ ਲਈ ਜਾਣਾ, ਪਰ ਐਡੀ ਵੱਡੀ ਗੜਬੜੀ 'ਚ ਫਸਿਆ। ਕਿਉਂ? ਕਿਉਂਕਿ ਉਹ ਸਮਾਂ ਪਰਮੇਸ਼ਰ ਦਾ ਸੀਗਾ। ਜਿਹੜਾ ਸਮਾਂ ਪਰਮੇਸ਼ਰ ਦੇ ਨਾਲ ਤੁਸੀਂ ਵਾਅਦਾ ਕਰਕੇ ਬੰਨ ਲਿਆ ਨਾ, ਔਰ ਜਿਹੜਾ ਪੈਸਾ ਤੁਸੀਂ ਪ੍ਰਭੂ ਦੇ ਘਰ 'ਚ ਦੇਣਾ, ਉਹਨੂੰ ਪ੍ਰਭੂ ਦੇ ਅੱਗੇ ਆਪਣੀਆਂ ਪ੍ਰਾਰਥਨਾਵਾਂ 'ਚ ਰੱਖਤਾ ਹੈਗਾ ਨਾ, ਤੁਸੀਂ ਉਸ ਸਮੇਂ ਦੇ ਨਾਲ ਤੇ ਉਹ ਪੈਸੇ ਦੇ ਨਾਲ ਛੇੜਖਾਨੀ ਨਹੀਂ ਕਰ ਸਕਦੇ। ਥੋੜੀ ਜਿਹੀ ਵੀ ਛੇੜਖਾਨੀ ਕਰੋਗੇ ਨਾ, ਸ਼ੈਤਾਨ ਨੂੰ ਪਤਾ ਹੁੰਦਾ ਕਿ ਆਹ ਚੀਜ਼ ਇਹਨੇ ਪਰਮੇਸ਼ਰ ਨੂੰ ਦਿੱਤੀ, ਆਹ ਸਮਾਂ ਪ੍ਰਭੂ ਨੂੰ ਦਿੱਤਾ ਹੋਇਆ। ਅਗਰ ਇਸ ਸਮੇਂ ਅਗਰ ਇਹ ਥੋੜਾ ਜਿਹਾ ਵੀ ਫ੍ਰੀ ਹੋਏਗਾ, ਪ੍ਰਭੂ ਦੇ ਅੱਗੇ ਨਹੀਂ ਜਾਏਗਾ, ਮੈਂ ਇਹਦੇ ਜੀਵਨ 'ਚ ਕੰਮ ਕਰੂੰਗਾ। ਔਰ ਸ਼ੈਤਾਨ ਇਸ ਤਰ੍ਹਾਂ ਕਰਦਾ ਹੈਗਾ। ਕਈ ਵਾਰੀ ਸਾਡੇ ਲੋਕ ਪਤਾ ਕੀ ਕਰਦੇ ਆ, ਕੋਈ ਗੱਲ ਨਹੀਂ ਐਤਵਾਰ ਕਿੱਡੀ ਗੱਲ ਹੈਗੀ, ਅਗਲੇ ਐਤਵਾਰ ਚਲੇ ਜਾਵਾਂਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰਮੇਸ਼ਰ ਦੇ ਲੋਕੋ, ਬੜੇ ਧਿਆਨ ਦੇ ਨਾਲ ਸੁਣੀਏ। ਦਾਊਦ ਉਹਨੇ ਇੱਕ ਸ਼ਾਮ ਨੂੰ ਪ੍ਰਾਰਥਨਾ ਹੀ ਮਿਸ ਕੀਤੀ ਹੈ ਇਕੱਲੀ। ਸਾਡੇ ਕੋਲ ਐਤਵਾਰ ਇੱਕ ਹਫ਼ਤੇ ਬਾਅਦ ਆਉਂਦਾ ਏ, ਇੱਕ ਹਫ਼ਤੇ ਬਾਅਦ ਜੋ ਦਿਨ ਆਉਣ ਵਾਲਾ ਏ, ਉਸ ਦਿਨ ਵੀ ਅਸੀਂ ਚੁਸਤ ਨਹੀਂ ਹਾਂ। ਉਸ ਦਿਨ ਵੀ ਅਸੀਂ ਉਮੀਦ ਕਰਦੇ ਹਾਂ ਕੋਈ ਕੰਮ ਮਿਲ ਜਾਵੇ, ਪੈਸੇ ਜ਼ਿਆਦਾ ਬਣ ਜਾਣਗੇ, ਆ ਫਲਾਨੀ ਕਿਸੇ ਨੂੰ ਲੋੜ ਹੈ, ਮੇਰੀ ਜ਼ਰੂਰਤ ਹੈ, ਮੈਂ ਉੱਥੇ ਜਾਣਾ, ਚਰਚ ਰਹਿਣ ਦਿੰਦੇ ਆ, ਫੈਮਿਲੀ ਮੈਂਬਰ ਚਲੇ ਜਾਣਗੇ। ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਏ, ਅਗਰ ਤੁਸੀਂ ਅਜਿਹੇ ਹੋ ਤਾਂ ਅੱਜ ਤੋਂ ਆਪਣੀ ਸੋਚ ਬਦਲ ਲਈਏ। ਕਿਉਂਕਿ ਪਰਮੇਸ਼ਰ ਦੀ ਯੋਜਨਾ ਤੁਹਾਡੇ ਜੀਵਨ 'ਚ ਛੋਟਾ ਕੰਮ ਕਰਨ ਦੀ ਨਹੀਂ ਹੈ, ਵੱਡਾ ਔਰ ਮਹਾਨ ਕੰਮ ਕਰਨ ਦੀ ਯੋਜਨਾ ਹੈ। ਇਹਦੇ ਲਈ ਤੁਸੀਂ ਇੱਕ ਪਲ ਨੂੰ ਵੀ ਮਿਸ ਨਹੀਂ ਕਰਨਾ ਹੈ। ਦਾਊਦ ਨੇ ਇੱਕ ਸ਼ਾਮ ਨੂੰ ਇੱਕ ਟਾਈਮ ਹੀ ਪ੍ਰਾਰਥਨਾ ਦਾ ਮਿਸ ਕੀਤਾਗਾ। ਇਹੋ ਜਿਹੀ ਗੜਬੜੀ ਆਈ, ਬਾਈਬਲ 'ਚ ਲਿਖਿਆ ਉਹਦੀ ਪੂਰੀ ਪੀੜ੍ਹੀ ਦੇ ਵਿੱਚ ਪ੍ਰਭੂ ਨੇ ਕਹਿਤਾ ਸੀ, ਤੂੰ ਜਿਹੜਾ ਗਲਤ ਕੰਮ ਕੀਤਾ ਨਾ, ਤੂੰ ਵਿਚਾਰ ਕੀਤਾ ਹੈਗਾ ਨਾ, ਤੂੰ ਕਿਸੇ ਹੋਰ ਦੀ ਤੀਵੀਂ ਦੇ ਨਾਲ ਸੁੱਤਾ ਹੈਗਾ ਨਾ, ਉਹਦੇ ਘਰ ਵਾਲੇ ਨੂੰ ਤੂੰ ਮਰਵਾਇਆ ਏ, ਇਹ ਵਿਚਾਰ ਜਿਹੜਾ ਤੂੰ ਕੀਤਾ ਨਾ, ਜਿਹੜਾ ਪਾਪ ਕੀਤਾ, ਤੇਰੀ ਪੀੜ੍ਹੀ ਤੋਂ ਇਹ ਅਲੱਗ ਨਹੀਂ ਹੋਏਗਾ, ਇਹ ਤੇਰੀ ਪੀੜ੍ਹੀ 'ਚ ਪਾਪ ਬਣਿਆ ਰਹੇਗਾ। ਔਰ ਇਸ ਤਰ੍ਹਾਂ ਹੀ ਹੋਇਆ। ਤੁਹਾਨੂੰ ਪਤਾ ਉੱਥੇ ਇੱਕ ਬੜੀ ਖਤਰਨਾਕ ਗੱਲ ਕਹੀ ਪ੍ਰਭੂ ਨੇ, ਕਹਿੰਦਾ ਡੇਵਿਡ ਜਿਹੜਾ ਕੰਮ ਤੂੰ ਲੁੱਕ ਕੇ ਕੀਤਾ ਨਾ, ਤੂੰ ਵਿਚਾਰ ਕੀਤਾ, ਉਹ ਸੈਨਿਕ ਤੇਰੇ ਲਈ ਬੜੀ ਇਮਾਨਦਾਰੀ ਨਾਲ ਲੜਦਾ ਪਿਆ ਸੀ, ਤੂੰ ਉਹਦੀ ਘਰ ਵਾਲੀ ਤੇ ਬੁਰੀ ਨਜ਼ਰ ਪਾਈ, ਉਸਦੇ ਨਾਲ ਵਿਚਾਰ ਕੀਤਾ, ਉਹਦੇ ਘਰ ਵਾਲੇ ਨੂੰ ਮਰਵਾਇਆ ਹੈ, ਤੂੰ ਗਲਤ ਕੰਮ ਕੀਤਾ ਹੈ ਡੇਵਿਡ। ਇੱਕ ਗੱਲ ਯਾਦ ਰੱਖਿਓ, ਜਦੋਂ ਪ੍ਰਾਰਥਨਾ ਦੇ ਸਮੇਂ ਤੇ ਅਸੀਂ ਕੁਝ ਵੀ ਹੋਰ ਕਰਨ ਦੇ ਲਈ ਜਾਵਾਂਗੇ ਨਾ, ਇਹ ਹੋ ਸਕਦਾ ਤੁਹਾਡੇ ਨਾਲ ਕੁਝ ਵਧੀਆ ਨਾ ਹੋਵੇ, ਕੁਝ ਗਲਤ ਹੋ ਜਾਵੇ, ਉਸ ਸਮੇਂ ਪਿੱਛੇ ਮੁੜਿਆ ਹੋ, ਜੋ ਤੌਬਾ ਕਰ ਲਿਓ, ਜੋ ਪ੍ਰਭੂ ਤੋਂ ਮਾਫੀ ਮੰਗੋ, ਜੋ ਪ੍ਰਭੂ ਜੀ ਇਹ ਸਮਾਂ ਤੁਹਾਡਾ ਹੈ, ਇਹ ਪੈਸਾ ਤੁਹਾਡਾ ਹੈ,
ਬਾਈਬਲ ਦੇ ਵਿੱਚ ਲਿਖਿਆ ਹੈ ਡੇਵਿਡ ਥੋੜਾ ਲੇਟ ਹੋ ਗਿਆ, ਉਹਨੇ ਗਲਤੀ ਮੰਨੀ ਨਹੀਂ। ਪ੍ਰਭੂ ਨੇ ਸਪੈਸ਼ਲ ਕਿਹਾ ਡੇਵਿਡ ਜਿਹੜਾ ਕੰਮ ਤੂੰ ਲੁੱਕ ਕੇ ਕੀਤਾ ਨਾ, ਤੇਰੀ ਸੰਤਾਨ ਤੇਰੀ ਔਲਾਦ ਇਹ ਕੰਮ ਛੱਤਾਂ ਤੇ ਕਰੇਗੀ। ਔਰ ਬਾਈਬਲ 'ਚ ਲਿਖਿਆ ਉਹਦੇ ਮੁੰਡੇ ਨੇ ਪਤਾ ਕੀ ਕੀਤਾ ਫਿਰ, ਦਾਊਦ ਦੇ ਮੁੰਡੇ ਨੇ, ਉਹਦੇ ਮੁੰਡੇ ਨੇ ਆਪਣੀਆਂ ਮਤਰੀਆਂ ਮਾਵਾਂ ਦੇ ਨਾਲ ਵਿਭਚਾਰ ਕੀਤਾ ਛੱਤ ਦੇ ਉੱਪਰ, ਔਰ ਸਾਰੇ ਇਜ਼ਰਾਈਲੀ ਲੋਕਾਂ ਨੇ ਦੇਖਿਆ ਹੈਗਾ। ਸੋਚੋ ਕਿੱਡਾ ਸ਼ਰਮ ਵਾਲਾ ਕੰਮ ਹੈ। ਅਸੀਂ ਜਦੋਂ ਪਰਮੇਸ਼ਰ ਦੇ ਦਿੱਤੇ ਹੋਏ ਸਮੇਂ ਨੂੰ, ਜੋ ਪ੍ਰਾਰਥਨਾ ਵਾਲਾ ਹੁੰਦਾ, ਪਰਮੇਸ਼ਰ ਦੇ ਨਾਲ ਬੈਠਣ ਵਾਲਾ ਹੁੰਦਾ, ਜਦੋਂ ਅਸੀਂ ਉਹ ਆਪਣੇ ਕੰਮਾਂ ਕਾਰਾਂ 'ਚ ਉਹ ਸਮੇਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨਾ, ਸ਼ੈਤਾਨ ਫਿਰ ਸਾਡੇ ਜੀਵਨ 'ਚ ਅਜਿਹਾ ਕਰਦਾ, ਸਾਡਾ ਤਮਾਸ਼ਾ ਫਿਰ ਸਾਰੀ ਦੁਨੀਆ ਨੂੰ ਨਜ਼ਰ ਆਉਂਦਾ ਹੈਗਾ। ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਅਜਿਹਾ ਅਨੁਭਵ ਕੀਤਾ ਹੋਵੇਗਾ ਕਿ ਜੋ ਸਮਾਂ ਪ੍ਰਭੂ ਦੇ ਨਾਲ ਬੈਠਣ ਦਾ ਸੀ, ਪ੍ਰਭੂ ਦੇ ਲਈ ਕੁਝ ਕਰਨ ਦਾ ਸੀ, ਉਹ ਸਮਾਂ ਅਸੀਂ ਦੁਨੀਆਦਾਰੀ ਦੇ ਕੰਮਾਂ 'ਚ ਬਿਤਾਇਆ ਹੈ। ਔਰ ਉਸ ਤੋਂ ਬਾਅਦ ਜਦੋਂ ਸਾਡੇ ਜੀਵਨ 'ਚ ਗੜਬੜੀ ਹੋਈ ਨਾ, ਜੋ ਤਮਾਸ਼ਾ ਕੀਤਾ ਸ਼ੈਤਾਨ ਨੇ, ਸਾਰੀ ਦੁਨੀਆ ਨੇ ਉਹ ਤਮਾਸ਼ਾ ਦੇਖਿਆ ਔਰ ਸਾਡੇ ਉੱਪਰ ਹੱਸੇ ਨੇ, ਔਰ ਅਸੀਂ ਰੋਏ ਇਹਨਾਂ ਗੱਲਾਂ ਦੇ ਕਾਰਨ। ਪਰ ਅਗਰ ਇਹ ਤੁਹਾਡੇ ਜੀਵਨ 'ਚ ਹੋ ਚੁੱਕਿਆ ਨਾ, ਅੱਜ ਮੈਂ ਤੁਹਾਨੂੰ ਗੁੱਡ ਨਿਊਜ਼ ਦੇਣਾ ਚਾਹੁੰਦਾ, ਪਰਮੇਸ਼ਰ ਤੁਹਾਡੇ ਹਾਲਾਤਾਂ ਨੂੰ ਅੱਜ ਬਦਲਣਾ ਚਾਹੁੰਦਾ ਹੈ। ਪਰਮੇਸ਼ਰ ਤੁਹਾਡੇ ਹਾਲਾਤਾਂ ਨੂੰ ਚੇਂਜ ਕਰਨਾ ਚਾਹੁੰਦਾ ਹੈ। ਅਗਰ ਤੁਸੀਂ ਤਿਆਰ ਹੋ, ਅੱਜ ਵਾਅਦਾ ਕਰਿਓ, ਜੇ ਵਾਅਦੇ ਨੂੰ ਤੋੜਿਓ ਜੇ ਨਾ, ਅਗਰ ਤੁਸੀਂ ਵਾਅਦੇ ਨੂੰ ਤੋੜੋਗੇ ਨਹੀਂ ਨਾ, ਤੇ ਜੇ ਬਾਈਬਲ 'ਚ ਲਿਖਿਆ ਨਾ, ਮੈਂ ਯਹੋਵਾ ਤੇਰਾ ਪਰਮੇਸ਼ਰ, ਤੇਰੇ ਅੱਗੇ ਅੱਗੇ ਚੱਲਣ ਵਾਲਾ, ਤੁਸੀਂ ਯਹੋਵਾ ਪਰਮੇਸ਼ਰ ਨੂੰ ਆਪਣੇ ਅੱਗੇ ਅੱਗੇ ਚੱਲਦਾ ਹੋਇਆ ਦੇਖੋਗੇ। ਬਿਮਾਰੀਆਂ ਤੁਹਾਡਾ ਹਿੱਸਾ ਨਹੀਂ ਹੋਣਗੀਆਂ, ਸ਼ਰਾਬ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੋਣਗੇ, ਰੋਵੋਗੇ ਨਹੀਂ, ਤੁਸੀਂ ਆਨੰਦ ਕਰੋਗੇ। ਔਰ ਅਗਰ ਮੈਂ ਕਹਾਂ ਰੋਣਾ ਆਏਗਾ ਤਾਂ ਉਹ ਰੋਣਾ ਪਰੇਸ਼ਾਨੀ ਵਾਲਾ ਨਹੀਂ ਹੋਏਗਾ, ਉਹ ਰੋਣਾ ਆਨੰਦ ਵਾਲਾ ਹੋਏਗਾ ਤੁਹਾਡੇ ਜੀਵਨ ਦੇ ਵਿੱਚ। ਹਾਲੇਲੂਇਆ। ਮੈਨੂੰ ਪਤਾ ਤੁਹਾਡੇ ਵਿੱਚੋਂ ਕਈ ਲੋਕਾਂ ਨੇ ਆਂਸੂ ਬਹਾਏ ਹੋਣਗੇ, ਪਰ ਰੋਣੇ ਵਾਲੇ ਨਹੀਂ। ਤੁਹਾਡੇ ਵਿੱਚੋਂ ਕਿੰਨੇ ਜਣੇ ਖੁਸ਼ੀ ਦੇ ਮਾਰੇ ਰੋਏ ਹੈਗੇ ਨੇ? ਕਦੇ ਖੁਸ਼ੀ ਦੇ ਮਾਰੇ ਵੀ ਰੋਇਆ ਜਾਂਦਾ ਹੈਗਾ ਏ। ਪਰਮੇਸ਼ਰ ਆਂਸੂ ਦੇਗਾ, ਲੇਕਿਨ ਉਹ ਪਰੇਸ਼ਾਨੀ ਵਾਲੇ ਆਂਸੂ ਨਹੀਂ ਹੋਣਗੇ, ਉਹ ਖੁਸ਼ੀ ਵਾਲੇ ਆਂਸੂ ਹੋਣਗੇ। ਬਾਈਬਲ ਦੇ ਵਿੱਚ ਲਿਖਿਆ ਹੈਗਾ ਡੇਵਿਡ ਨੇ ਇੱਕ ਹੀ ਟਾਈਮ ਪ੍ਰਾਰਥਨਾ ਨਹੀਂ ਕੀਤੀ, ਸ਼ੈਤਾਨ ਨੇ ਘੇਰ ਲਿਆ ਹੈਗਾ। ਹੁਣ ਆਪਦੇ ਜੀਵਨਾਂ ਨੂੰ ਚੈੱਕ ਕਰੋ। ਤੁਸੀਂ ਕਹਿੰਦੇ ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ, ਮੈਂ ਤਾਂ ਕਿਸੇ ਨਾਲ ਗਲਤ ਕਰ ਦਿੰਦਾ ਨਹੀਂ। ਹੁਣ ਆਪਦੇ ਜੀਵਨ ਨੂੰ ਚੈੱਕ ਕਰੋ, ਜਿਹੜਾ ਸਮਾਂ ਪ੍ਰਭੂ ਦਾ ਸੀ ਤੁਸੀਂ ਕੀ ਕੀਤਾ ਉਸ ਸਮੇਂ? ਜਿਹੜਾ ਪੈਸਾ ਮੈਨੂੰ ਪ੍ਰਭੂ ਦੇ ਘਰੇ ਦਿੱਤਾ ਜਾਣਾ ਚਾਹੀਦਾ, ਮੈਂ ਕੀ ਕੀਤਾ ਉਹਦੇ ਨਾਲ? ਜਿਹੜਾ ਸਮਾਂ ਪ੍ਰਭੂ ਦਾ ਹੋਣਾ ਚਾਹੀਦਾ ਸੀ, ਉਹ ਸਮਾਂ ਅਸੀਂ ਹਾਸੇ ਮਜ਼ਾਕ ਦੇ ਵਿੱਚ ਬਿਤਾਇਆ ਹੈ, ਫੋਨਾਂ ਦੇ ਉੱਪਰ ਬਿਤਾਇਆ ਹੈਗਾ। ਜਿਹੜਾ ਪੈਸਾ ਪ੍ਰਭੂ ਦਾ ਹੋਣਾ ਚਾਹੀਦਾ, ਇਸ ਦਾ ਸੰਬੰਧ, ਉਹ ਤਾਂ ਅਸੀਂ ਆਪਣੇ ਕੱਪੜੇ ਲੱਤਾਂ ਦੇ ਉੱਪਰ ਉਹ ਪੈਸੇ ਤਾਂ ਖਰਚ ਕੀਤੇ ਹੈਗੇ ਨੇ। ਜਿਹੜਾ ਪੈਸਾ ਪ੍ਰਭੂ ਦਾ ਹੋਣਾ ਚਾਹੀਦਾ ਸੀਗਾ, ਉਹਦੇ ਨਾਲ ਤਾਂ ਮੋਟਾ ਸੰਤਰਾ ਅੰਦਰ ਚਲਾ ਗਿਆ ਹੈਗਾ। ਇਹ ਸਾਡੇ ਭੈਣਾਂ ਨੂੰ ਮੋਟਾ ਸੰਤਰਾ ਸਮਝ ਨਹੀਂ ਆਇਆ ਹੈਗਾ। ਇਹ ਵੀ ਇੱਕ ਬ੍ਰਾਂਡ ਹੈਗਾ ਦੇਸੀ ਜਿਹਾ ਸ਼ਰਾਬ ਦਾ। ਸੋਚੋ, ਪ੍ਰਭੂ ਦੇ ਵੱਲੋਂ ਦਿੱਤਾ ਗਿਆ ਸਮਾਂ ਅਸੀਂ ਖਾ ਗਏ ਹਾਂ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਬੈਠ ਬੈਠ ਕੇ, ਹਾਸੇ ਮਜ਼ਾਕ ਔਰ ਠੱਠਿਆਂ 'ਚ ਉਸ ਸਮੇਂ ਨੂੰ ਉਡਾਇਆ ਹੈ। ਜਿਹੜਾ ਪੈਸਾ ਪ੍ਰਭੂ ਦਾ ਹੋਣਾ ਚਾਹੀਦਾ ਸੀ, ਅਸੀਂ ਆਪਣੇ ਉੱਪਰ ਉਹਦਾ ਖਰਚਾ ਕੀਤਾ ਹੈ। ਕਿਵੇਂ ਪਰਮੇਸ਼ਰ ਫਾਈਨੈਂਸ਼ੀਅਲੀ ਬਲੈਸ ਕਰੇ ਸਾਨੂੰ, ਕਿਵੇਂ ਪਰਮੇਸ਼ਰ ਸਾਡੇ ਜੀਵਨ 'ਚ ਖੁਸ਼ੀ ਵਾਲੇ ਸਮੇਂ ਨੂੰ ਲੈ ਕੇ ਆਵੇ। ਦਾਊਦ ਨੇ ਪਹਿਲਾਂ ਤਾਂ ਵਾਅਦਾ ਕਰ ਲਿਆ। ਦਾਊਦ ਨੇ ਜਦੋਂ ਹੀ ਵਾਅਦਾ ਕੀਤਾ, ਪ੍ਰਭੂ ਨੇ ਨਾਲ ਹੀ ਦੀਆਂ ਅੱਖਾਂ ਖੋਲ੍ਹਤੀਆਂ ਸੀ। ਠੀਕ ਹੈ, ਜੋ ਤਿੰਨ ਦਿਨ ਦੇ ਵਿੱਚ 3 ਵਾਰੀ ਮੇਰੇ ਨਾਲ ਬਵੇਂਗੇ ਨਾ, ਦੇਖ ਫਿਰ ਤੇਰੇ ਦੁਸ਼ਮਣਾਂ ਦੇ ਨਾਲ ਮੈਂ ਕੀ ਕਰਦਾ, ਤੇਰੇ ਵਿਰੋਧੀਆਂ ਦੇ ਨਾਲ ਮੈਂ ਕੀ ਕਰਦਾ। ਦਾਊਦ ਨੂੰ ਚੰਗਾ ਭਲਾ ਪਤਾ ਸੀ ਮੈਂ ਵਾਅਦਾ ਕੀਤਾ ਹੈਗਾ। ਤੁਸੀਂ ਵੀ ਜਦੋਂ ਵਾਅਦਾ ਕਰਦੇ ਨਾ, ਬੜਾ ਸੋਚ ਸਮਝ ਕੇ ਵਾਅਦਾ ਕਰਿਆ ਕਰੋ ਪ੍ਰਭੂ ਦੇ ਨਾਲ। ਕਈ ਲੋਕੀ ਸਹੀ ਤਰੀਕੇ ਨਾਲ ਵਾਅਦਾ ਕਰਦੇ ਨਹੀਂ ਪ੍ਰਭੂ ਦੇ ਨਾਲ। ਜੋਸ਼ ਆ ਕੇ ਪਾਸਟਰ ਦੇ ਸਾਹਮਣੇ ਕਹਿੰਦੇ ਠੀਕ ਹੈ ਪਾਸਟਰ ਜੀ, ਅੱਜ ਤੋਂ ਬਾਅਦ ਇਸ ਤਰ੍ਹਾਂ ਹੀ ਹੋਏਗਾ। ਬਾਹਰ ਨਿਕਲਦੇ ਹੀ ਵੱਖਰੀਆਂ ਗੱਲਾਂ ਨੇ, ਵੱਖਰਾ ਹੀ ਸਟਾਈਲ ਹੈ, ਵੱਖਰੀ ਹੀ ਚਾਲ ਹੈ। ਸਾਡਾ ਵਾਅਦਾ ਕਰਨ ਦਾ ਤਰੀਕਾ ਸਹੀ ਨਹੀਂ ਹੈ। ਕਈ ਚਰਚਾਂ 'ਚ ਮੈਂ ਸੁਣ ਚੁੱਕਿਆ, ਸਾਡੇ ਨਾਲ ਵੀ ਹੋਇਆ। ਪਹਿਲਾਂ ਚਰਚ ਵਿੱਚ ਆਫਰਿੰਗ ਦਿੱਤੀ ਜਾਂਦੀ ਹੈ, ਫਿਰ ਜਦੋਂ ਚਰਚ 'ਚ ਕੋਈ ਗੱਲਬਾਤ ਹੋ ਜਾਂਦੀ, ਨਿੱਕੀ ਜੀ ਮੇਰੇ ਪੈਸੇ ਵਾਪਸ ਮੋੜੋ ਜੀ, ਮੈਂ ਆਫਰਿੰਗ ਦਿੱਤੀ ਸੀ, ਆ ਫਲਾਨਾ ਸਮਾਨ ਮੈਂ ਚਰਚ ਵਿੱਚ ਦਿੱਤਾ ਸੀਗਾ। ਤੁਹਾਨੂੰ ਲੱਗਦਾ ਹੈ ਬਹੁਤ ਸਾਰੇ ਲੋਕ ਜਿਹੜੇ ਚਰਚਿਸ ਦੇ ਵਿੱਚ ਇਸ ਤਰ੍ਹਾਂ ਕਰਦੇ ਨੇ? ਅੱਜ ਸਿਰਫ ਤੁਸੀਂ ਮੈਨੂੰ ਸੁਣਦੇ ਨਹੀਂ ਪਏ, ਬਹੁਤ ਸਾਰੇ ਲੋਕ ਵੀ ਮੈਨੂੰ ਸੁਣ ਰਹੇ ਹੋਣਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਰ ਦੇ ਘਰ 'ਚ ਜਦੋਂ ਤੁਸੀਂ ਕਮਿਟਮੈਂਟ ਕਰਦੇ ਹੋ, ਆਪਣੇ ਬੀਜ ਨੂੰ ਬੋਂਦੇ ਹੋ, ਕਦੇ ਵੀ ਵੇਦੀ ਦੇ ਉੱਪਰ ਰੱਖੇ ਹੋਏ ਆਪਣੇ ਬੀਜ ਨੂੰ ਉਠਾਓ ਨਾ, ਵੱਡੀ ਸਮੱਸਿਆ ਦੇ ਵਿੱਚ ਤੁਸੀਂ ਪੈ ਜਾਓਗੇ ਔਰ ਵੱਡੇ ਸ਼ਰਾਪ ਤੁਹਾਡੇ ਜੀਵਨ ਦੇ ਵਿੱਚ ਆ ਜਾਣਗੇ। ਦਾਊਦ ਨੇ ਤਾਂ ਵਾਅਦਾ ਹੀ ਕੀਤਾ ਹੈਗਾ, ਤੇ ਅਸੀਂ ਵੇਦੀ ਦੇ ਉੱਪਰ ਆਪਣੀ ਭੇਂਟ ਰੱਖ ਕੇ ਚੱਕ ਲੈਂਦੇ ਹੈਗੇ ਆ, ਪਾਸਟਰ ਜੀ ਮੇਰੇ ਪੈਸੇ, ਮੇਰੀ ਆਫਰਿੰਗ, ਮੇਰਾ ਸਮਾਨ, ਮੇਰਾ ਇਹ, ਮੇਰਾ ਉਹ। ਕੁਝ ਲੋਕ ਅਜਿਹੇ, ਜਿਹੜੇ ਲੋਕ ਅਜਿਹਾ ਕਰਦੇ ਨਾ, ਉਹਨਾਂ ਦੇ ਜੀਵਨ ਦੇ ਵਿੱਚ ਉਹ ਕਦੇ ਵੀ ਪੀਸਫੁਲ ਨਹੀਂ ਰਹਿੰਦੇਗੇ। ਜਿਹੜੇ ਲੋਕ ਵੇਦੀ ਦੇ ਉੱਪਰ ਆਪਣੀ ਆਫਰਿੰਗ ਨੂੰ ਰੱਖਦੇ ਆ ਔਰ ਫਿਰ ਚੁੱਕ ਲੈਂਦੇ ਆ, ਆਪਣੇ ਜੀਵਨ 'ਚ ਕਦੇ ਵੀ ਉਹ ਨਿਸ਼ਾਨਾ ਜਿਹੜਾ ਉਹਨਾਂ ਦੇ ਲਈ ਰੱਖਿਆ ਗਿਆ ਹੁੰਦਾ ਉਹਨੂੰ ਦੇਖ ਨਹੀਂ ਪਾਉਂਦੇ, ਔਰ ਕਦੇ ਵੀ ਉਸ ਨਿਸ਼ਾਨੇ ਤੱਕ ਪਹੁੰਚ ਨਹੀਂ ਪਾਉਂਦੇ, ਕਨਫਿਊਜ਼ ਰਹਿੰਦੇ ਨੇ ਹਮੇਸ਼ਾ। ਇੱਥੇ ਵੀ ਦਾਊਦ ਨੇ ਵਾਅਦਾ ਕੀਤਾ ਹੈ, ਕਹਿੰਦਾ ਪ੍ਰਭੂ 3 ਟਾਈਮ ਬੈਠੂੰਗਾ। ਦੇਖੋ, ਘੁੰਮਣ ਗਿਆ ਛੱਤ ਦੇ ਉੱਪਰ, ਸਿਰਫ ਘੁੰਮਣ ਦੇ ਲਈ ਗਿਆ, ਔਰ ਅਜਿਹੀ ਸਮੱਸਿਆ 'ਚ ਫਸਿਆ ਨਾ, ਉਹਦੀ ਆਉਣ ਵਾਲੀ ਪੀੜ੍ਹੀ, ਆਉਣ ਵਾਲੀ ਨਸਲ, ਉੱਥੇ ਵੀ ਸ਼ਰਾਬ ਚਲਾ ਗਿਆ ਹੈਗਾ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਅਗਰ ਮੇਰੇ ਭਾਈ ਭੈਣ ਤੁਸੀਂ ਇੱਥੇ ਬੈਠੇ ਹੋ,
ਅਗਰ ਤੁਸੀਂ ਵੀ ਕੁਝ ਗਲਤ ਕਰ ਦਿੱਤਾ ਹੈ, ਜੋ ਸਮਾਂ ਪ੍ਰਭੂ ਦਾ ਸੀਗਾ ਉਸ ਸਮੇਂ ਨੂੰ ਹੋਰ ਕਿਤੇ ਵਰਤਿਆ ਹੈ, ਜੋ ਪੈਸਾ ਪ੍ਰਭੂ ਦਾ ਸੀਗਾ ਉਹ ਹੋਰ ਕਿਤੇ ਵਰਤਿਆ ਹੈ, ਅੱਜ ਤੌਬਾ ਕਰਿਓ ਜੇ ਪ੍ਰਭੂ ਦੇ ਸਾਹਮਣੇ ਸਹੀ ਤਰੀਕੇ ਦੇ ਨਾਲ। ਅੱਜ ਮਾਫੀ ਮੰਗਿਓ ਜੇ ਪ੍ਰਭੂ ਤੋਂ, ਔਰ ਫਿਰ ਦੁਬਾਰਾ ਵਾਅਦਾ ਕਰੋ ਜੋ ਕਿ ਪਰਮੇਸ਼ਰ ਅੱਗੇ ਤੋਂ ਇਹ ਕੰਮ ਨਹੀਂ ਹੋਏਗਾ। ਜਦੋਂ ਹੀ ਡੇਵਿਡ ਵਾਅਦਾ ਕਰਦਾ ਉਹਦੀਆਂ ਅੱਖਾਂ ਖੁੱਲ ਜਾਂਦੀਆਂ। ਅੱਜ ਜਦੋਂ ਸਹੀ ਤਰੀਕੇ ਨਾਲ ਤੌਬਾ ਕਰੋਗੇ, ਗੱਲਾਂ ਬਾਤਾਂ ਲਈ ਤੌਬਾ ਨਾ ਕਰਿਓ ਜੇ, ਜੋਸ਼ ਆ ਕੇ ਇੱਥੇ ਵਾਅਦਾ ਕਰ ਲਿਓ ਜੇ ਪ੍ਰਭੂ ਨਾਲ, ਬਾਹਰ ਨਿਕਲਦੇ ਵਾਅਦਾ ਜਾਵੇ ਜਿੱਥੇ ਮਰਜ਼ੀ ਵਾਅਦਾ। ਇਹ ਕੰਮ ਨਾ ਕਰਿਓ ਜੇ, ਸੋਚ ਸਮਝ ਕੇ ਤੌਬਾ ਕਰਿਓ ਜੇ, ਸੋਚ ਸਮਝ ਕੇ ਵਾਅਦਾ ਕਰੋ ਜੇ। ਉਸ ਤੋਂ ਬਾਅਦ ਜਿਹੜੇ ਰਿਜ਼ਲਟ ਆਉਣਗੇ ਨਾ, ਛੋਟੇ ਨਹੀਂ ਆਉਣਗੇ। ਤੁਹਾਡੇ ਜੀਵਨ 'ਚ ਪਰਮੇਸ਼ਰ ਵੱਡੇ ਰਿਜ਼ਲਟ ਦੇਗਾ, ਵੱਡੀ ਤਬਦੀਲੀ ਤੁਹਾਡੇ ਜੀਵਨ 'ਚ ਦੇਗਾ, ਵੱਡੇ ਵਾਅਦੇ ਪਰਮੇਸ਼ਰ ਤੁਹਾਡੇ ਜੀਵਨ 'ਚ ਦੇਣਗੇ। ਥੈਂਕ ਯੂ ਜੀਸਸ ਲਾਰਡ। ਇੱਕ ਵਚਨ ਆ ਬੜਾ ਸੋਹਣਾ, ਮੈਂ 20 ਅਧਿਆਇ ਉਹਦੀ 25 ਦੇ ਵਿੱਚ ਉਹਦੇ ਦੂਸਰੇ 'ਚ ਲਿਖਿਆ, जो मन्नत मानकर पूछ पाछ करने लगे वे मैं वो फंदे में फंसेगा। कहते जड़ा प्रभु दे नाल वादा करे ते बाद चों पुछन लापे फिर आ कर ली के रहंदी है, कहते वो समस्या च फसूगा। कई बारी वादा नहीं करते परमेश्वर दे घर दे विच, आ फलाना काम प्रभु दे घर च मैं कराउणा हैगा ए। हालेलुया। ਤੁਸੀਂ ਵੀ ਉੱਚੀ ਆਵਾਜ਼ ਬੋਲ ਕੇ ਵੈਸੇ ਦੱਸ। ਮੈਂ ਇਹ ਨਹੀਂ ਕਹਿ ਰਿਹਾ ਵਾਦਾ, ਤੁਸੀਂ ਪ੍ਰੈਕਟਿਸ ਕਰੋ ਥੋੜੀ ਜੀ ਵਾਦਾ ਕਿਵੇਂ ਹੁੰਦਾ। ਆਪਦੇ ਮੂੰਹ ਦੇ ਵਿੱਚੋਂ ਕੋਈ ਵੀ ਕੰਮ ਬੋਲੋ ਕਿ ਆ ਫਲਾਨਾ ਕੰਮ ਮੈਂ ਕਰਾਉਣਾ ਹੈਗਾ। ਗਵਾਂਢੀ ਦੇ ਨਾਲ ਮੈਚ ਨਹੀਂ ਕਰਨਾ ਚਾਹੀਦਾ ਤੁਹਾਡਾ ਕੰਮ। ਜਲਦੀ ਦੇ ਨਾਲ ਬੋਲੋ, ਜਲਦੀ ਦੇ ਨਾਲ ਅੱਗੇ ਜਾਵਾਂਗੇ ਫਿਰ ਆਪਾਂ। ਹਾਲੇਲੂਇਆ। ਮੈਂ ਵੈਸੇ ਕਿਹਾ ਪ੍ਰੈਕਟਿਸ ਵਾਸਤੇ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਹਿਤਾ ਤਾਂ ਤੁਸੀਂ ਕਰਨਾ ਹੀ ਕਰਨਾ। ਪ੍ਰੈਕਟਿਸ ਵਾਸਤੇ ਕਹਿ ਰਿਹਾ ਹੈਗਾ। ਬਾਈਬਲ 'ਚ ਲਿਖਿਆ ਜਿਹੜਾ ਮੰਨਤ ਮੰਗ ਕੇ ਇਨਕੁਆਇਰੀ ਕਰ ਲਾਪੇ ਨਾ, ਕਹਿੰਦੇ ਉਹਨੇ ਫੰਦੇ 'ਚ ਫਸਣਾ, ਸ਼ੈਤਾਨ ਨੇ ਉਹਨੂੰ ਫਸਾ ਲੈਣਾ ਹੈਗਾ। ਕਈ ਵਾਰੀ ਵਾਅਦਾ ਕਰ ਲੈਂਦੇ ਪ੍ਰਭੂ ਦੇ ਘਰ 'ਚ, ਪਾਸਟਰ ਜੀ ਆ ਫਲਾਨਾ ਕੰਮ ਨਾ ਮੈਂ ਹੀ ਕਰਨਾ, ਆ ਫਰਸ਼ ਮੈਂ ਪਾਉਣੀ, ਮੈਂ ਟਾਈਲਾਂ ਲਵਾਉਣੀਆਂ ਹੈਗੀਆਂ। ਸਾਰੇ 4 ਬੰਦੇ ਖੜੇ ਆ, ਵੈਸੇ ਫਿਊਜ਼ ਉੱਡ ਜਾਂਦੇ ਸਾਰਿਆਂ ਦੇ। ਇਹ ਸਾਰੀਆਂ ਟਾਈਲਾਂ ਤੇ ਇਹਨੇ ਲਵਾ ਦੀਆਂ, ਹੁਣ ਸਾਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ। ਚਲੋ ਆਪਾਂ ਬਾਅਦ 'ਚ ਸੋਚ ਕੇ ਦੱਸਾਂਗੇ। ਚਲੋ ਜੀ ਆਮੀਨ ਹੋ ਗਈ, ਪ੍ਰਾਰਥਨਾ ਹੋ ਗਈ, ਬਾਹਰ ਨਿਕਲ ਕੇ ਖਰਚਾ ਕਿੰਨਾ ਕੁ ਆਊਗਾ? ਆ ਜਾਊਗਾ 35-40 ਹਜ਼ਾਰ। ਅੱਛਾ 35-40 ਹਜ਼ਾਰ ਠੀਕ ਹੈ ਪ੍ਰਭੂ। ਫਿਰ ਉਹ ਜਿਹੜੀ ਮੇਰੀ ਪੈਨਸ਼ਨ ਰੁਕੀ ਪਈ ਨਾ ਪਿਛਲੇ 6 ਮਹੀਨੇ ਤੋਂ ਭੇਜ ਦੇ, ਤੇ ਉਹ ਜਦੋਂ ਤੂੰ ਭੇਜੇਗਾ ਫਿਰ ਮੈਂ ਕਰਵਾ ਦੂੰਗਾ। ਤੇ ਜਿਹੜੇ ਅਕਾਊਂਟ 'ਚ ਪੈਸੇ ਪਏ ਆ ਉਹ ਨਹੀਂ ਵਰਤਨੇ, ਮੈਂ ਅਗਲੀ ਡਿਮਾਂਡ ਕਰੂੰਗਾ ਮੈਂ। ਆ ਜਦੋਂ ਬੰਦੇ ਸਾਡੀਆਂ ਆ ਆਦਤਾਂ ਨਾ ਸਾਨੂੰ ਫਸਾ ਦਿੰਦੀਆਂ ਹੈਗੀ। ਕੱਪੜੇ ਲੈਣੇ ਹੋਣ ਸਹੀ, ਫਾਈਨੈਂਸ ਤੇ ਜਾ ਕੇ ਕਰਜ਼ਾ ਲਵਾਂਗੇ ਅਸੀਂ। ਫੋਨ ਲੈਣਾ ਹੋਵੇ ਸਹੀ, ਬਜਾਜ ਫਾਈਨੈਂਸ ਤੋਂ ਕਰਜ਼ਾ ਲਵਾਂਗੇ ਅਸੀਂ। ਪ੍ਰਭੂ ਦੇ ਘਰ 'ਚ ਕੰਮ ਕਰਨਾ ਹੈਗਾ ਏ, ਪ੍ਰਭੂ ਤੂੰ ਦੇ ਫਿਰ ਮੈਂ ਤੈਨੂੰ ਦੇਵਾਂਗਾ। ਆਹ ਕਿਹੜੀ ਕਿਤਾਬ 'ਚ ਲਿਖਿਆ ਹੈਗਾ? ਸਾਡੀਆਂ ਲੋੜਾਂ ਲਈ ਸਾਨੂੰ ਕਰਜ਼ਾ ਲੈਣ ਦਾ ਪਤਾ, ਪਰਮੇਸ਼ਰ ਦੇ ਲਈ ਕੁਝ ਕਰਨਾ ਉਹਦੇ ਲਈ ਸਾਨੂੰ ਕੋਈ ਵਾਅਦਾ ਹੀ ਨਹੀਂ ਕਰਨਾ ਹੁੰਦਾ। ਕਦੇ ਪਰਮੇਸ਼ਰ ਦੇ ਲਈ ਇਸ ਤਰ੍ਹਾਂ ਕਰਕੇ ਦੇਖੋ ਜੇ, ਪਰਮੇਸ਼ਰ ਦੇਖਿਓ ਜੇ ਫਿਰ ਤੁਹਾਡੇ ਜੀਵਨ 'ਚ ਕੀ ਕਰਦਾ ਹੈਗਾ ਏ। ਸਾਡੇ ਕੱਪੜੇ ਅਸੀਂ ਕਹਿੰਦੇ ਨਾ ਪਾਉਣਾ ਜ਼ਰੂਰੀ ਸਮਝਦੇ, ਉਹਦੇ ਲਈ ਅਸੀਂ ਪੈਸੇ ਮੰਗ ਲੈਂਦੇ ਕਿਸ ਤੋਂ। ਪ੍ਰਭੂ ਦੇ ਘਰ ਨੂੰ ਇਹਦੇ ਨਾਲ ਜ਼ਿਆਦਾ ਜ਼ਰੂਰੀ ਸਮਝੋ ਜੇ, ਤੇ ਕਦੇ ਕਰਕੇ ਵੇਖਿਓ ਜੇ, ਇਸ ਤਰ੍ਹਾਂ ਦੇਖਿਓ ਜੇ ਪਰਮੇਸ਼ਰ ਫਿਰ ਤੁਹਾਡੇ ਜੀਵਨ 'ਚ ਕੀ ਕਰੇਗਾ। ਕੁਝ ਲੋਕੀ ਬਾਈਬਲ 'ਚ ਲਿਖੀ ਤੇ ਲਿਖਿਆ, ਜਿਹੜਾ ਪਹਿਲਾਂ ਮੰਨਤ ਮੰਗ ਲੈਂਦੇ, ਕਈ ਲੋਕੀ ਜੋਸ਼ 'ਚ ਵਾਅਦਾ ਕਰ ਲੈਂਦੇ ਪ੍ਰਭੂ ਨਾਲ। ਹੁਣ ਮੈਨੂੰ ਇਹ ਦੱਸੋ, ਡੇਵਿਡ ਨੇ ਪ੍ਰਭੂ ਨਾਲ ਜੋਸ਼ 'ਚ ਵਾਅਦਾ ਕੀਤਾ ਕਿ ਨਹੀਂ ਕੀਤਾ? 3 ਟਾਈਮ ਪ੍ਰਾਰਥਨਾ ਕਰੋ, ਕੀਤਾ ਕਿ ਨਹੀਂ ਕੀਤਾ? ਵਾਅਦਾ ਨੇ ਵਾਅਦਾ ਤੋੜਿਆ ਕਿ ਨਹੀਂ ਤੋੜਿਆ ਹੈਗਾ? ਫੰਦੇ 'ਚ ਫਸਿਆ ਕਿ ਨਹੀਂ ਫਸਿਆ ਹੈਗਾ? ਇਹ ਤੁਸੀਂ ਫਸਣਾ ਕਿ ਨਹੀਂ ਫਸਣਾ ਹੈਗਾ? ਵੈਰੀ ਗੁੱਡ, ਤੁਸੀਂ ਨਹੀਂ ਫਸਣਾ ਹੈਗਾ। ਦਾਊਦ ਨੇ ਜਿਹੜੀ ਗਲਤੀ ਕੀਤੀ ਹੈ ਨਾ, ਆਪਾਂ ਸਿੱਖ ਰਹੇ ਹਾਂ, ਆਪਾਂ ਨਹੀਂ ਫਸਣਾ ਹੈਗਾ। ਪਰ ਮੈਂ ਸੱਚਾਈ ਦੱਸਣਾ ਚਾਹੁੰਦਾ, ਤੁਹਾਡੇ ਵਿੱਚ ਬਹੁਤ ਸਾਰੇ ਲੋਕੀ ਅੱਜ ਫਸੇ ਹੋਏ ਨੇ। ਅੱਜ ਤੁਹਾਡੇ ਨਿਕਲਣ ਦਾ ਸਮੇਂ ਹੈ, ਫਸਣ ਦਾ ਸਮੇਂ ਨਹੀਂ ਹੈ। ਅੱਜ ਪਰਮੇਸ਼ਰ ਤੁਹਾਨੂੰ ਬਾਹਰ ਕੱਢਣਾ ਚਾਹੁੰਦਾ ਉਸ ਫੰਦੇ ਦੇ ਵਿੱਚੋਂ। ਕਦੇ ਵਾਅਦਾ ਕੀਤਾ ਪਰਮੇਸ਼ਰ ਦੇ ਨਾਲ ਕਿ ਪਰਮੇਸ਼ਰ ਜਦੋਂ ਤੁਹਾਡਾ ਘਰ, ਉੱਥੇ ਮੈਂ ਜਾਣਾ ਹੈ ਨਾ ਐਤਵਾਰ ਨੂੰ, ਮੈਂ ਕਦੇ ਵੀ 10 ਵਜੇ ਤੋਂ ਲੇਟ ਨਹੀਂ ਹੋਊਗਾ। ਕਿਸੇ ਨੇ ਵਾਅਦਾ ਕੀਤਾ ਕਦੇ ਇਸ ਤਰ੍ਹਾਂ? ਨਿਭਾਇਆ ਕਦੇ ਕਿਸੇ ਨੇ ਵਾਅਦਾ? ਕੀਤੇ ਤਾਂ ਹੋਣਗੇ, ਨਿਭਾਇਆ ਨਹੀਂ ਹੋਏਗਾ, ਮੈਂ ਤੁਹਾਨੂੰ ਗਰੰਟੀ ਨਾਲ ਕਹਿ ਦਿੰਦਾ ਹੈਗਾ। ਕਈ ਵਾਰੀ ਤੁਹਾਡੇ ਤੋਂ ਪਹਿਲਾਂ ਮੈਂ ਇੱਥੇ ਚਰਚ ਵਿੱਚ ਹੁੰਦਾ ਐਤਵਾਰ ਨੂੰ, ਤੁਸੀਂ ਤਾਂ ਕਹਿ ਸਕਦੇ 12 ਵਜੇ ਹੁੰਦੇ ਪਾਸਟਰ ਜੀ, 12 ਵਜੇ ਨਹੀਂ, ਮੈਂ ਕਈ ਵਾਰੀ ਸਭ ਤੋਂ ਪਹਿਲਾਂ ਇੱਥੇ ਹੁੰਦਾ। ਕਦੇ ਨਿਭਾਇਆ ਵਾਅਦਾ? ਤੁਸੀਂ ਕੀ ਬੰਦੇ ਮਾਰੋਗੇ ਪ੍ਰਭੂ ਵਾਸਤੇ, ਕੀ ਆਤਮਾਵਾਂ ਜਿੱਤੋਗੇ? ਤੁਸੀਂ ਤਾਂ ਟਾਈਮ ਤੋਂ ਹਾਰਦੇ ਪਏ ਹੈਗੇ। ਸਾਨੂੰ ਤਾਂ ਟਾਈਮ ਤੇ ਹੁਣ ਤਾਂ ਪਤਾ ਨਹੀਂ ਹੈਗਾ। ਸੋਚੋ, ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਵਾਅਦੇ ਤੋੜੀ ਜਾ ਰਹੀਆਂ ਸੀ। ਤੁਹਾਨੂੰ ਲੱਗਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਵਾਅਦੇ ਕਰਕੇ ਵੀ ਸਾਨੂੰ ਪੂਰੇ ਕਰਨੇ ਚਾਹੀਦੇ ਨੇ, ਔਰ ਵੱਡੀਆਂ ਗੱਲਾਂ ਦੇ ਵਾਅਦੇ ਵੀ ਸਾਨੂੰ ਪੂਰੇ ਕਰਨੇ ਚਾਹੀਦੇ ਨੇ। ਉਹ ਵੱਡਾ ਪਰਮੇਸ਼ਰ ਦੇਖ ਰਿਹਾ ਹੈ। ਦੇ ਮੁਤਾਬਕ ਨਾ ਵਾਅਦਾ ਕਰਿਆ ਕਰੋ ਕਿ ਇਸ ਸਾਲ, ਜਦੋਂ ਹੁਣ ਇਹ ਸਾਲ ਤਾਂ ਆਲਮੋਸਟ ਚਲਾ ਗਿਆ ਹੈਗਾ, ਕ੍ਰਿਸਮਸ ਆਉਣ ਵਾਲਾ ਹੈਗਾ, ਪਰਮੇਸ਼ਰ ਦੇ ਅੱਗੇ ਵਾਅਦਾ ਕਰਿਆ ਕਰੋ, ਪ੍ਰਭੂ ਮੈਨੂੰ ਬੁੱਧੀ ਦੇ, ਤੇਰੇ ਘਰ ਦੇ ਵਿੱਚ
ਤੇਰੇ ਵਚਨ ਦੇ ਦੁਆਰਾ ਮੈਂ ਨਵੇਂ ਲੋਕਾਂ ਨੂੰ ਖਿੱਚ ਕੇ ਲਿਆਉਂਗਾ, ਨਵੀਆਂ ਆਤਮਾਵਾਂ ਨੂੰ ਬਚਾਉਣ ਦੇ ਲਈ। ਪਰਮੇਸ਼ਰ ਇਹੋ ਜਿਹੇ ਵਾਅਦੇ ਕਰਿਆ ਕਰੋ ਜੇ ਪਰਮੇਸ਼ਰ ਨਾਲ ਇਹੋ ਜਿਹੇ ਵਾਅਦੇ ਕਰੋਗੇ ਨਾ, ਤਾਂ ਦੇਖਿਓ ਪਰਮੇਸ਼ਰ ਤੁਹਾਨੂੰ ਕਿਸ ਜਗ੍ਹਾ ਤੇ ਲੈ ਜਾ ਕੇ ਖੜਾ ਕਰ ਦੇਗਾ। ਛੋਟੀ ਜਗ੍ਹਾ ਤੇ ਨਹੀਂ ਰੱਖੇਗਾ, ਵੱਡੀ ਜਗ੍ਹਾ ਤੇ ਪਰਮੇਸ਼ਰ ਤੁਹਾਨੂੰ ਖੜਾ ਕਰੇਗਾ। ਤੇ ਕਈ ਵਾਰੀ ਬਰਕਤ ਸਾਨੂੰ ਲੈਣ ਦਾ ਹੀ ਪਤਾ ਹੁੰਦਾ, ਬਰਕਤ ਕਿਸੇ ਦੇ ਲਈ ਬਣਨਾ ਨਾ, ਇਹ ਗੱਲਾਂ ਦਾ ਸਾਨੂੰ ਸਮਝ ਨਹੀਂ ਹੁੰਦੀ। ਬਾਈਬਲ 'ਚ ਲਿਖਿਆ ਜਿਹੜਾ ਵਾਅਦਾ ਕਰ ਲੈਂਦਾ ਤੇ ਬਾਅਦ 'ਚੋਂ ਸਲਾਈ ਪੈ ਜਾਂਦਾ ਨਾ ਕਿਸੇ ਦੇ, ਆ ਫਲਾਨਾ ਕੰਮ ਮੈਂ ਕਹਿ ਦਿੱਤਾ, ਮੂੰਹ 'ਚੋਂ ਕੱਢ ਦਿੱਤਾ, ਹੋ ਜਾਊਗਾ ਕਿ ਨਹੀਂ ਹੋ ਜਾਊਗਾ। ਬਾਈਬਲ 'ਚ ਲਿਖਿਆ ਉਹ ਪੱਕਾ ਹੀ ਫਸੂਗਾ, ਉਹ ਪੱਕਾ ਫਸੂਗਾ। ਅੱਜ ਇਮਾਨਦਾਰੀ ਨਾਲ ਹੱਥ ਖੜਾ ਕਰਕੇ ਦੱਸੋ ਕਿੰਨੇ ਨੇ ਅੱਜ ਕੁਝ ਨਾ ਕੁਝ ਵਾਅਦਾ ਕਰਨਗੇ ਪ੍ਰਭੂ ਦੇ ਲਈ, ਉਹ ਕਰਨਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਦੇ ਗਹਿਣੇ ਗੱਟੇ ਵੇਚ ਦਿਓ, ਨੋ। ਸਭ ਤੋਂ ਪਹਿਲਾ ਵਾਅਦਾ ਤੁਹਾਡਾ ਪ੍ਰਭੂ ਲਈ ਇਹ ਹੋਣਾ ਚਾਹੀਦਾ ਹੈ ਕਿ ਪਰਮੇਸ਼ਰ ਦੀ ਹਜ਼ੂਰੀ 'ਚ ਮੈਂ ਸਮੇਂ ਦੇ ਉੱਪਰ ਪਹੁੰਚਣਾ ਹੈਗਾ। ਮੈਂ ਫੇਰ ਤੁਹਾਡੇ ਉੱਪਰ ਵਿਸ਼ਵਾਸ ਕਰ ਸਕਦਾ, ਪ੍ਰਭੂ ਵੀ ਫੇਰ ਹੀ ਵਿਸ਼ਵਾਸ ਕਰੇਗਾ। ਇਹ ਨਿੱਕੀ ਜੀ ਗੱਲ ਤਾਂ ਸਾਡੇ ਕੰਟਰੋਲ 'ਚ ਹੈਗੀ ਹੋਈ ਹੈ ਨਾ। ਸਾਡੀ ਜੌਬ ਤੇ ਅਸੀਂ ਜਾਣਾ ਹੈਗਾ, ਉਹਦੇ ਲਈ ਇੱਕ ਟਾਈਮ ਆ, ਸਾਨੂੰ ਪਤਾ ਹੈਗਾ ਜਾਣ ਦਾ। ਸਾਡੇ ਕੰਮ ਤੇ ਅਸੀਂ ਪਹੁੰਚਣਾ ਹੈ, ਸਾਨੂੰ ਪਤਾ ਟਾਈਮ ਤੇ ਪਹੁੰਚਾਂਗੇ। ਕੰਮ ਤੇ ਕੋਈ ਰੱਖੇਗਾ, ਸਾਨੂੰ ਇਸ ਚੀਜ਼ ਦੀ ਸਮਝ ਹੈਗੀ ਆ। ਵਿਆਹ ਤੇ ਜਾਣਾ ਹੈ, ਰੀਬਨ ਕੱਟਿਆ ਗਿਆ, ਰਸਗੁੱਲੇ ਵਿਹਲੇ ਹੋਏ ਨੇ ਪਲੇਟਾਂ ਦੇ ਵਿੱਚੋਂ, ਸਾਨੂੰ ਟਾਈਮ ਤੇ ਜਾ ਕੇ ਰਸਗੁੱਲੇ ਖਾਣ ਦਾ ਪਤਾ ਹੈਗਾ ਏ। ਪਕੌੜੇ ਉੱਡ ਜਾਣੇ ਹੈਗੇ, ਰਸਗੁੱਲੇ ਖਤਮ ਹੋ ਜਾਣੇ, ਇਹਨਾਂ ਗੱਲਾਂ ਦੀ ਸਾਨੂੰ ਸਮਝ ਹੈਗੀ ਆ। ਪਾਰਟੀ ਤੇ ਜਾਣਾ, ਕੇਕ ਕੱਟਿਆ ਨਾ, ਪੈਟੀਆਂ ਮੁੱਕ ਜਾਣੀਆਂ, ਐਂਡ ਤੇ ਜਾਵਾਂਗੇ ਪੈਸੇ ਫੜਾ ਕੇ ਆ ਜਾਵਾਂਗੇ, ਕੀ ਫਾਇਦਾ, ਆਪਾਂ ਨੂੰ ਪਹਿਲਾਂ ਜਾਣਾ ਪੈਣਾ। ਸਾਨੂੰ ਇਸ ਗੱਲ ਦੀ ਸਮਝ ਹੈਗੀ ਆ। ਪੈਟੀਆਂ ਖਾਣੀਆਂ 20-30 ਰੁਪਏ ਦੀ ਪੈਟੀ ਆ, ਪੇਸਟਰੀਆਂ ਖਾਣੀਆਂ 20-30 ਰੁਪਏ ਦੀ ਪੇਸਟਰੀ, ਕੇਕ 400-500 ਦਾ, ਸਾਨੂੰ ਉਹ ਖਾਣਾ ਟਾਈਮ ਦੇ ਉੱਪਰ। ਸਾਨੂੰ ਇਸ ਚੀਜ਼ ਦੀ ਸਮਝ ਹੈਗੀ ਆ। ਤੇ ਜਿਹੜਾ ਪਰਮੇਸ਼ਰ ਜੀਵਨ ਦਿੰਦਾ ਨਾ, ਜਿਹੜਾ ਪਰਮੇਸ਼ਰ ਪ੍ਰਤੀ ਦਿਨ ਸਾਨੂੰ ਜਗਾਉਂਦਾ ਹੈਗਾ, ਜਿਉਂਦੇ ਦੀ ਧਰਤੀ ਤੇ ਰੱਖਿਆ, ਉਹਦੀ ਹਜ਼ੂਰੀ 'ਚ ਜਾਣਾ, ਟਾਈਮ ਤੇ ਆਉਣ ਦਾ ਸਾਨੂੰ ਪਤਾ ਨਹੀਂ ਹੈ। ਅੱਜ ਵਾਅਦਾ ਕਰਿਓ ਜੀ, ਮੈਂ ਤੁਹਾਨੂੰ ਸਿਖਾ ਰਿਹਾ, ਵਾਅਦਾ ਕਰਿਓ ਜੀ, ਪ੍ਰਭੂ ਜੀ ਟਾਈਮ ਤੇ ਜਾਵਾਂਗੇ, ਕਿਸੇ ਦੇ ਰੋਕ ਕੇ ਮੈਂ ਰੁਕੂੰਗਾ ਨਹੀਂ। ਕੋਈ ਨਹੀਂ ਆਉਂਦਾ, ਮੈਨੂੰ ਕਿਸੇ ਨਾਲ ਫਰਕ ਨਹੀਂ ਹੈਗਾ, ਮੈਂ ਸਮੇਂ ਦੇ ਉੱਪਰ, ਟਾਈਮ ਦੇ ਉੱਪਰ ਤਿਆਰ ਹੋ ਕੇ ਪਹੁੰਚੂੰਗਾ। ਕਿੰਨੇ ਜਣੇ ਅੱਜ ਕਹਿੰਦੇ ਪਏ ਨੇ ਕਿ ਇਸ ਤਰ੍ਹਾਂ ਮੈਂ ਕਰਨ ਦੇ ਲਈ ਜਾ ਰਿਹਾ ਹੈਗਾ। ਬਾਅਦ ਚੋਂ ਇਹ ਨਾ ਕਹੋ ਜੇ 5 ਮਿੰਟ ਹੀ ਲੇਟ ਹੋਏ ਸੀ, 5 ਮਿੰਟਾਂ 'ਚ ਬਹੁਤ ਕੁਝ ਹੋ ਜਾਂਦਾ ਹੈਗਾ ਏ। 5 ਮਿੰਟ ਵੀ ਦੇਰੀ ਚੱਲੇਗੀ ਨਹੀਂ, ਸੋਚ ਸਮਝ ਕੇ ਵਾਅਦਾ ਕਰੋ ਜੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈਗਾ ਏ। ਇਹ ਨਾ ਜੇ 10 ਵਜੇ ਦਾ ਟਾਈਮ ਰੱਖਿਆ, 10:05 ਤੇ ਆ ਰਹੇ ਹੈਗੇ ਆ, ਤੁਸੀਂ ਵਾਅਦਾ ਤੋੜ ਦਿੱਤਾ। ਇਹਦਾ ਮਤਲਬ ਕਿ 5 ਮਿੰਟ ਚੱਲਣਗੇ, ਕੋਈ ਚੱਕਰ ਨਹੀਂ, ਚਲਾ ਦਈਏ 5 ਮਿੰਟ, ਚਲਾ ਦਈਏ 5 ਮਿੰਟ ਕਿ ਨਾ, ਨਹੀਂ ਚੱਲਣਗੇ। 5 ਮਿੰਟ 'ਚ ਬੰਦਾ ਨਹਾ ਲੈਂਦਾ ਕਿ ਨਹੀਂ ਨਹਾ ਲੈਂਦਾ? ਤੇ 5 ਮਿੰਟ ਦਾ ਥੋੜਾ ਲੇਟ ਹੋ ਜਾਂਦਾ, ਬੈਤਸ਼ੇਬਾ ਨੇ ਨਹਾ ਕੇ ਆਪਣੇ ਰੂਮ 'ਚ ਚਲੇ ਜਾਣਾ ਸੀ ਕਿ ਨਹੀਂ ਚਲੇ ਜਾਣਾ ਸੀ? ਇਹਦਾ ਮਤਲਬ 5 ਮਿੰਟ ਵੀ ਖਤਰਨਾਕ ਹਨ। ਮੈਂ 2 ਮਿੰਟ 'ਚ ਨਹਾ ਲੈਂਦਾ ਕਈ ਵਾਰੀ। 2 ਮਿੰਟ ਕਿੰਨੇ ਹੁੰਦੇ ਆ ਮੇਰੇ ਫੈਮਿਲੀ ਨੂੰ ਪਤਾ। ਉਹ ਦੇਖਦੇ ਬਾਥਰੂਮ ਜਾ ਰਿਹਾ, ਮੈਂ ਨਾਲ ਹੀ ਆ ਰਿਹਾ ਹੁੰਦਾ, ਕਹਿੰਦੇ ਨਾ ਵੀ ਆਇਆ, ਮੈਂ ਕਿਹਾ ਹਾਂਜੀ। 5 ਮਿੰਟ ਦੀ ਦੇਰੀ ਵੀ ਖਤਰਨਾਕ ਹੈ। ਅਸੀਂ ਤਾਂ ਕਹਿੰਦੇ ਨੇ 5 ਮਿੰਟ ਚਲਾ ਲਿਓ ਪ੍ਰਭੂ ਜੀ। ਡੇਵਿਡ ਸੋਚੋ 5 ਮਿੰਟ ਲੇਟ ਹੋ ਜਾਂਦਾ, 5 ਮਿੰਟ 'ਚ ਉਹ ਔਰਤ ਨੇ ਨਹਾ ਕੇ ਆਪਣੇ ਰੂਮ 'ਚ ਚਲੇ ਜਾਣਾ ਸੀਗਾ। ਡੇਵਿਡ ਨੇ ਉਹਦੇ ਨੰਗੇਪਨ ਨੂੰ ਦੇਖਣਾ ਨਹੀਂ ਸੀ, ਪਾਪ ਅੰਦਰ ਆਉਣਾ ਨਹੀਂ ਸੀ, ਪਾਪ ਕਰਨਾ ਹੀ ਨਹੀਂ ਸੀਗਾ, ਸੇਫ, ਕੋਈ ਪ੍ਰੋਬਲਮ ਨਹੀਂ ਹੋਣੀ ਸੀ। ਪਰ ਪ੍ਰੋਬਲਮ ਹੋ ਰਹੀ ਹੈ 5 ਮਿੰਟਾਂ ਨਾਲ ਵੀ ਫਰਕ ਪੈਂਦਾ ਹੈ। ਮੈਂ ਹਮੇਸ਼ਾ ਕਹਿੰਦਾ ਆਪਣਾ ਦਸਵੰਧ ਪ੍ਰਭੂ ਦੇ ਘਰ 'ਚ ਲਿਆਓ, ਲਿਆएंगे लियाएंगे लियाएंगे, कब लियाएंगे हमें भी नहीं पता, पर फाइनेंशियली परमेश्वर ਤੁਹਾਨੂੰ ਬਲੈਸ ਕਰੇ, ਬਲੈਸ ਕਰੇ। ਅਰੇ ਪਹਿਲੀ ਕਲਾਸ ਤਾਂ ਤੁਸੀਂ ਪਾਸ ਕਰ ਲਓ, ਤਾਂ ਹੀ ਤਾਂ ਦੂਜੀ ਕਲਾਸ 'ਚ ਦਾਖਲਾ ਮਿਲੂਗਾ। ਪਹਿਲਾ ਕੰਮ ਤਾਂ ਜੋ ਪਰਮੇਸ਼ਰ ਕਹਿ ਰਹੇ ਨੇ ਉਹ ਤਾਂ ਮੰਨੋ, ਦੂਜੇ ਕੰਮ ਨੂੰ ਵੀ ਤੁਸੀਂ ਪਰਮੇਸ਼ਰ ਦਾ ਜੋ ਵਾਅਦਾ ਕੀਤਾ ਉਹਨੂੰ ਆਪਣੇ ਜੀਵਨ 'ਚ ਪੂਰਾ ਹੁੰਦੇ ਹੋਏ ਤੁਸੀਂ ਦੇਖੋਗੇ। ਆਫਰਿੰਗ ਸਹੀ ਤਰੀਕੇ ਨਾਲ ਪ੍ਰਭੂ ਦੇ ਘਰ 'ਚ ਦੇਣੀ ਚਾਹੀਦੀ ਹੈਗੀ ਆ, ਠੀਕ ਹੈ ਜੀ। ਫਿਰ ਵੀ ਸਾਡਾ ਤਰੀਕਾ ਸਹੀ ਨਹੀਂ ਹੈ, ਕੁਝ ਗੱਲਾਂ ਸਿੱਖਣੀਆਂ ਪੈਣੀਆਂ ਨੇ। 5 ਮਿੰਟ ਦੀ ਦੇਰੀ ਵੀ, ਮੈਂ ਤੁਹਾਨੂੰ ਸਿੰਪਲੀ ਤੁਹਾਡੇ ਲਾਈਫ ਨੂੰ ਚੇਂਜ ਕਰਨ ਦੇ ਲਈ ਮੈਂ ਕੋਸ਼ਿਸ਼ ਕਰਦਾ ਪਿਆ ਪ੍ਰਭੂ ਦੇ ਵਚਨ ਦੇ ਜ਼ਰੀਏ। ਇੱਕ ਨਿੱਕੀ ਜੀ ਗੱਲ ਹੀ ਮੈਂ ਤੁਹਾਨੂੰ ਕਹਿ ਰਿਹਾ, ਚਰਚ ਦਾ ਟਾਈਮ 10 ਵਜੇ ਦਾ ਨਾ, ਕਿਸੇ ਦੀ ਵੇਟ ਨਾ ਕਰਿਓ ਜੀ। 10:30 ਨਹੀਂ ਆਉਣਾ ਹੈਗਾ, ਕਿਉਂਕਿ 10:30 ਆਊਗਾ ਨਾ, ਮੈਂ 10 ਵਜੇ ਤੋਂ ਪਹਿਲਾਂ ਹੀ ਪਹੁੰਚਣਾ ਹੈਗਾ। ਸੋਚੋ ਇੱਕ ਹੀ ਦਿਨ ਦਾਊਦ ਨੇ ਵਚਨ ਤੋੜਿਆ, ਵਾਅਦਾ ਤੋੜਿਆ, ਔਰ ਉਹਦੀ ਸਾਰੀ ਜ਼ਿੰਦਗੀ ਉਥਲ-ਪੁਥਲ ਹੋ ਗਈ, ਸਾਰੀ ਲਾਈਫ ਉਥਲ-ਪੁਥਲ ਹੋ ਗਈ, ਆਉਣ ਵਾਲੀ ਜਨਰੇਸ਼ਨ ਸਾਰੀ ਉਥਲ-ਪੁਥਲ ਹੋ ਗਈ ਹੈ। ਧਿਆਨ ਨਾਲ ਦੇਖੀ ਤਾਂ ਤੁਸੀਂ ਹੁਣ ਤੱਕ ਕਿੰਨੀਆਂ ਲਾਪਰਵਾਹੀਆਂ ਕੀਤੀਆਂ ਕਿ ਨਹੀਂ ਕੀਤੀਆਂ, ਤਾਂਯੋ ਹੁਣ ਵੀ ਲਾਈਫ ਉਥਲ-ਪੁਥਲ ਹੋਈ ਪਈ ਹੈਗੀ ਆ। 15ਵੀਂ ਅੱਜ ਤੱਕ ਅੰਡਰਲਾਈਨ ਕਰਿਓ, ਡੇਵਿਡ ਨੇ ਕਿੰਨੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਜਦੋਂ ਹੀ ਵਾਅਦਾ ਕੀਤਾ ਪਰਮੇਸ਼ਰ, ਉਦੋਂ ਬਾਅਦ ਉਹਦੀਆਂ ਅੱਖਾਂ ਨੂੰ ਖੋਲਦਾ, ਸਮੱਸਿਆਵਾਂ ਦਾ ਜ਼ਿਕਰ ਨਹੀਂ ਹੋ ਰਿਹਾ, ਪਰਮੇਸ਼ਰ ਦੇ ਵੱਡੇ ਕੰਮਾਂ ਦਾ ਚਰਚਾ ਸ਼ੁਰੂ ਹੋ ਜਾਂਦਾ ਹੈ। ਸੇਮ ਪਲੇਸ ਦੇ ਉੱਪਰ ਜਿੱਥੇ ਤੁਸੀਂ ਹਾਰ ਚੁੱਕੇ ਹੋ ਨਾ, ਪ੍ਰਭੂ ਦੇ ਨਾਲ ਅੱਜ ਸਹੀ ਤਰੀਕੇ ਨਾਲ ਵਾਅਦਾ ਕਰਕੇ ਜਾਓ ਜੇ ਸੇਮ ਪਲੇਸ ਦੇ ਉੱਪਰ ਤੁਹਾਨੂੰ ਪਰਮੇਸ਼ਰ ਜਿੱਤ ਦਿਖਾਏਗਾ ਔਰ ਤੁਸੀਂ ਜਿੱਤ ਨੂੰ ਚੱਖੋਗੇ ਵੀ। ਹਾਲੇਲੂਇਆ। ਪਰ ਇੱਕ ਗੱਲ ਯਾਦ ਰੱਖਿਓ ਜੇ ਮੰਨਤ ਮੰਗ ਲਈ ਨਾ, ਜੋ ਵਾਅਦਾ ਕਰ ਲਿਓ, ਸਲਾਈ ਨਾ ਪੈ ਜਾਓ ਜੇ। ਪਹਿਲਾਂ ਹੀ ਸੋਚ ਸਮਝ ਕੇ ਵਾਅਦਾ ਕਰਿਓ ਜੇ, ਸਲਾਈ ਨਾ ਪੈ ਜਾਓ ਜੇ। ਬਾਹੂਬਲੀ ਵਾਲੇ ਕੋਲ ਤਾਂ ਫੋਨ ਵੀ ਹੈ ਨਹੀਂਗਾ,
ਉਹ ਜੇ ਲੇਟ ਹੋ ਗਿਆ ਫੇਰ, ਜੇ ਬਾਹੂਬਲੀ ਵਾਲਾ ਲੇਟ ਹੋ ਗਿਆ ਫੇਰ, ਜੇ ਬੱਸ ਵਾਲਾ ਲੇਟ ਹੋ ਗਿਆ ਫੇਰ। ਪ੍ਰਭੂ ਜੀ ਫੇਰ ਮੇਰੀ ਕੋਈ ਗਲਤੀ ਨਹੀਂ, ਫਿਰ ਬੱਸ ਵਾਲੇ ਦੀ ਗਲਤੀ। ਨੋ, ਵਾਦਾ ਤੁਸੀਂ ਕੀਤਾ ਹੈ, ਨਿਭਾਉਣਾ ਵੀ ਤੁਹਾਨੂੰ ਪਏਗਾ। ਬੱਸ ਵਾਲੇ ਦਾ ਇਹ ਚ ਕੋਈ ਰੋਲ ਨਹੀਂ ਹੈ। ਯਾਦ ਰੱਖਿਓ, ਜੇ ਕੁਝ ਸ਼ਰਾਪ ਪ੍ਰਾਰਥਨਾਵਾਂ ਦੇ ਜ਼ਰੀਏ ਟੁੱਟਦੇ ਨੇ ਤੇ ਕੁਝ ਸ਼ਰਾਪ ਵਾਅਦੇ ਕਰਨ ਦੇ ਦੁਆਰਾ ਟੁੱਟਦੇ ਨੇ। ਹੰਨਾ ਦੇ ਜੀਵਨ ਚ ਬਾਂਝਪਨ ਦਾ ਸ਼ਰਾਪ ਟੁੱਟਿਆ ਕੱਲੀ ਪ੍ਰਾਰਥਨਾ ਦੇ ਦੁਆਰਾ ਨਹੀਂ, ਲੇਕਿਨ ਉਹਨੇ ਵਾਅਦਾ ਕਰ ਲਿਆ, ਕਹਿੰਦੀ ਪ੍ਰਭੂ ਬੇਟਾ ਦੇਂਗਾ ਨਾ, ਮੈਂ ਤੈਨੂੰ ਬੇਟਾ ਤੇਰੀ ਸੇਵਕਾਈ ਦੇ ਲਈ ਦੇ ਦੂੰਗੀ। ਪਰਮੇਸ਼ਰ ਨੇ ਉਹਦੇ ਜੀਵਨ ਚ ਸ਼ਰਾਪ ਤੋੜ ਦਿੱਤਾ ਹੈਗਾ ਹੈ। ਅਬਰਾਹਮ, ਇਜ਼ਹਾਕ ਦਾ ਬੇਟਾ ਯਾਕੂਬ ਇੱਕ ਜਗ੍ਹਾ ਤੇ ਦਰਸ਼ਨ ਵੇਖਦਾ ਪਿਆ ਹੈਗਾ। ਦਰਸ਼ਨ ਵੇਖਦਾ ਸਵਰਗਦੂਤ ਪੌੜੀਆਂ ਚੜੀ ਜਾਂਦੇ ਆ, ਪੌੜੀਆਂ ਤੋਂ ਉਤਰੀ ਜਾਂਦੇ ਆ। ਉਹਨੂੰ ਕੁਝ ਅਜਿਹਾ ਨਜ਼ਰ ਆ ਗਿਆ, ਦਰਸ਼ਨ ਪੂਰਾ ਹੁੰਦੇ ਪ੍ਰਭੂ ਦੇ ਨਾਲ ਵਾਅਦਾ ਕਰ ਲਾ ਪਿਆ, ਕਹਿੰਦਾ ਪਰਮੇਸ਼ਰ ਤੂੰ ਮੈਨੂੰ ਬਲੈਸ ਕਰੇਗਾ ਨਾ, ਮੈਂ ਉਹਦਾ ਦਸਵੰਧ ਤੈਨੂੰ ਦਿਆ ਕਰੂੰਗਾ, ਮੈਂ ਉਹਦੀ ਭੇਂਟ ਤੇਰੇ ਘਰੇ ਲੈ ਕੇ ਆਇਆ ਕਰੂੰਗਾ, ਪ੍ਰਭੂ ਤੂੰ ਮੈਨੂੰ ਬਲੈਸ ਕਰ ਸਹੀ। ਉਹਨੇ ਵਾਅਦਾ ਕੀਤਾ ਪ੍ਰਭੂ ਦੇ ਨਾਲ। ਉਹਨੇ ਪਤਾ ਕੀ ਵੇਖਿਆ ਸੀ ਪੌੜੀਆਂ ਤੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ। ਉਹ ਪੌੜੀਆਂ ਤੇ ਸਵਰਗਦੂਤ ਚੜ੍ਹਦੇ ਉਤਰਦੇ ਵੇਖਦਾ ਪਿਆ ਸੀ। ਸਵਰਗਦੂਤ ਚੜ ਰਹੇ ਸੀ, ਕੁਝ ਲੈ ਕੇ ਜਾ ਰਹੇ ਸੀ, ਸਵਰਗਦੂਤ ਉਤਰ ਰਹੇ ਸੀ, ਕੁਝ ਲੈ ਕੇ ਆ ਰਹੇ ਸੀ। ਉਹਨੇ ਦੇਖਿਆ ਕੁਝ ਲੈ ਕੇ ਜਾ ਰਹੇ ਨੇ। ਉਹ ਦੇਖਦਾ ਪਿਆ ਏ ਦਸਵੰਧ ਨੂੰ ਸਵਰਗ ਦੇ ਵਿੱਚ ਲੈ ਕੇ ਜਾ ਰਹੇ ਨੇ, ਉਹ ਪ੍ਰਾਰਥਨਾਵਾਂ ਨੂੰ ਸਵਰਗ ਦੇ ਵਿੱਚ ਲੈ ਕੇ ਜਾ ਰਹੇ ਨੇ, ਉਹ ਦਸਵੰਧ ਲੈ ਕੇ ਜਾ ਰਹੇ ਨੇ, ਬਰਕਤ ਲੈ ਕੇ ਉਹ ਥੱਲੇ ਆ ਰਹੇ ਨੇ। ਉਹਨੂੰ ਪਤਾ ਲੱਗ ਗਿਆ ਦਸਵੰਧ ਦੇਣ ਦੇ ਨਾਲ ਫਾਇਦਾ ਹੁੰਦਾ। ਕਹਿੰਦਾ ਪ੍ਰਭੂ ਤੂੰ ਮੈਨੂੰ ਬਰਕਤ ਦੇਂਗਾ ਨਾ, ਮੈਂ ਤੈਨੂੰ ਦਸਵੰਧ ਦਿਆ ਕਰੂੰਗਾ। ਉਹਨੂੰ ਪਤਾ ਲੱਗ ਗਿਆ ਜਿਹੜੀ ਦਸਵੰਧ ਵਾਲੀ ਪੰਡ ਹੈ ਛੋਟੀ ਜੀ ਆ, ਲੇਕਿਨ ਜਿਹੜੀ ਥੱਲੇ ਪੰਡ ਆ ਰਹੀ ਨਾ ਦਸਵੰਧ ਤੋਂ ਬਾਅਦ, ਉਹ ਪੰਡ ਬਹੁਤ ਜ਼ਿਆਦਾ ਵੱਡੀ ਹੈਗੀ ਆ। ਤਾਂਯੋ ਯਹੋਵਾ ਪਰਮੇਸ਼ਰ ਕਹਿੰਦਾ ਦਸਵੰਧ ਮੇਰੇ ਘਰ ਚ ਲੈ ਕੇ ਆਓ ਤੇ ਮੈਨੂੰ ਪਰਖੋ, ਮੈਂ ਸਵਰਗ ਦੀਆਂ ਖਿੜਕੀਆਂ ਤੁਹਾਡੇ ਲਈ ਖੋਲ ਦੇਵਾਂਗਾ। ਉਹ ਖਿੜਕੀਆਂ ਅੱਜ ਪਰਮੇਸ਼ਰ ਤੁਹਾਡੇ ਜੀਵਨ ਚ ਵੀ ਖੋਲਣਾ ਚਾਹੁੰਦਾ ਹੈ। ਹਾਲੇਲੂਇਆ। ਕੁਝ ਗੱਲਾਂ ਦੇ ਲਈ ਵਾਅਦੇ ਕਰਨੇ ਪੈਂਦੇ ਆ। ਤਾਂਯੋ ਕੁਝ ਕਲੀਸਿਆਵਾਂ ਜਿਹੜੀਆਂ ਹੈਗੀਆਂ ਨਾ, ਕੁਝ ਲੋਕ ਨੇ ਆਪਣੇ ਜੀਵਨ ਚੋਂ ਕਦੇ ਵੱਡੀ ਬਰਕਤ ਨਹੀਂ ਲੈ ਪਾਉਂਦੇ। ਛੋਟੀਆਂ ਛੋਟੀਆਂ ਗਵਾਈਆਂ ਉਹਨਾਂ ਦੇ ਜੀਵਨ ਚ ਰਹਿਣਗੀਆਂ, ਕਦੇ ਵੱਡਾ ਕੰਮ ਉਹਨਾਂ ਦੇ ਜੀਵਨ ਚ ਨਹੀਂ ਹੁੰਦਾ। ਉਹ ਵਾਅਦਾ ਨਹੀਂ ਕਰਦੇ ਪ੍ਰਭੂ ਦੇ ਨਾਲ, ਉਹ ਕਮਿਟਮੈਂਟ ਨਹੀਂ ਕਰਦੇ। ਜੇ ਕਮਿਟਮੈਂਟ ਕਰ ਲੈਂਦੇ ਫਿਰ ਉਹ ਸਲਾਹੀ ਪੈ ਜਾਂਦੇ ਦੂਸਰੇ ਨਾਲ, ਫਲਾਨਿਆਂ ਤੇਰੇ ਕਰਕੇ ਅੱਜ ਪ੍ਰਭੂ ਦਾ ਕੰਮ ਨਹੀਂ ਹੋਇਆ। ਹੁਣ ਦਾਊਦ ਵੀ ਕਹਿ ਸਕਦਾ ਹੀ, ਲੈ ਇਹ ਬੰਦੇ ਨੂੰ ਸੇਨਾ 'ਚ ਮੈਂ ਨੌਕਰੀ ਦਿੱਤੀ, ਇਹਦੇ ਤੋਂ ਬਾਥਰੂਮ ਨਹੀਂ ਬਣਿਆ, ਦੇ ਲਾ। ਹੁਣ ਬਾਥਰੂਮ ਦੀ ਕੰਧ ਕੁੰਧ ਕਿਤੇ ਬਣਾਈ ਹੁੰਦੀ ਨੇ, ਉਹਲਾ ਕੀਤਾ ਹੁੰਦਾ ਤੇ ਮੈਂ ਇਹਦੀ ਘਰ ਵਾਲੀ ਨੂੰ ਨਹਾਉਂਦੇ ਹੋਏ ਨਾ ਵੇਖਦਾ ਤੇ ਪਾਪ ਮੇਰੇ ਦਿਲ 'ਚ ਨਾ ਆਉਂਦਾ ਤੇ ਮੈਂ ਪਾਪ ਨਾ ਕਰਦਾ ਤੇ ਮੇਰੀ ਪੀੜ੍ਹੀ 'ਚ ਸ਼ਰਾਬ ਨਾ ਜਾਂਦਾ, ਇਹ ਬੰਦਾ ਜ਼ਿੰਮੇਵਾਰ ਹੈਗਾ। ਇਸ ਤਰ੍ਹਾਂ ਨਹੀਂ ਹੈ। ਕਦੇ ਵੀ ਦੂਸਰੇ ਨੂੰ ਦੋਸ਼ੀ ਨਾ ਠਹਿਰਾਓ। ਉਹ ਫਲਾਣੇ ਬੰਦੇ ਕਰਕੇ ਮੇਰਾ ਕੰਮ ਨਹੀਂ ਹੋਇਆ, ਫਲਾਣੇ ਵਲੰਟੀਅਰ ਉਹਦੇ ਕਰਕੇ ਨਹੀਂ, ਇਹ ਮੇਰਾ, ਉਹਨੇ ਆਪਦਾ ਕੰਮ ਨਹੀਂ ਕੀਤਾ ਤਾਂ ਮੈਂ ਆਪਦਾ ਕੰਮ ਨਹੀਂ ਕਰ ਪਾਇਆ। ਇਹ ਦੋਸ਼ਾਰੋਪਣ ਜਿਹੜਾ ਹੈਗਾ ਨਾ, ਇਹਨੂੰ ਬੰਦ ਕਰ ਦਿਓ ਜੀ ਅੱਜ ਤੋਂ ਬਾਅਦ। ਆਦਮ ਨੇ ਵੀ ਇਹ ਕੀਤਾ ਸੀਗਾ, ਕਹਿੰਦਾ ਉਹ ਪ੍ਰਭੂ ਪ੍ਰਭੂ ਪ੍ਰਭੂ, ਉਹ ਜਿਹੜੀ ਬੁੜੀ ਬਣਾ ਕੇ ਤੂੰ ਮੈਨੂੰ ਦਿੱਤੀ ਹੈਗੀ, ਉਹ ਹਵਾ ਜਿਹੜੀ ਮੇਰੀ ਘਰ ਵਾਲੀ ਆ, ਉਹ ਜਿਹੜੀ ਤੂੰ ਬਣਾਈ ਆ, ਉਹਦੇ ਕਰਕੇ ਕੰਮ ਖਰਾਬ ਹੋਇਆ। ਹਵਾ ਕਹਿੰਦੀ ਉਹ ਪ੍ਰਭੂ ਜਿਹੜਾ ਤੂੰ ਸੱਪ ਬਣਾਇਆ, ਉਹਦੇ ਕਰਕੇ ਕੰਮ ਖਰਾਬ ਹੋਇਆ। ਦੋਸ਼ ਲਾਉਣ ਦਾ ਜਦੋਂ ਸਿਲਸਿਲਾ ਸ਼ੁਰੂ ਹੋਇਆ ਨਾ, ਬਸ ਸ਼ੈਤਾਨ ਨੂੰ ਪਤਾ ਲੱਗ ਗਿਆ ਮੇਰਾ ਕੰਮ ਹੋ ਚੁੱਕਿਆ ਹੈ। ਜਦੋਂ ਤੁਸੀਂ ਦੋਸ਼ ਲਾਉਂਦੇ ਨਾ ਇੱਕ ਦੂਸਰੇ ਤੋਂ, ਫਲਾਣੇ ਨੇ ਕਰਤਾ, ਫਲਾਣਾ ਇਹਨੇ ਕਰਤਾ, ਉਹਨੇ ਕਰਤਾ, ਸਮਝੋ ਸ਼ੈਤਾਨ ਵੜ ਗਿਆ ਹੈਗਾ ਆ ਕੇ। ਉਹਨੇ ਸਿੰਗ ਲਾ ਕੇ ਨਹੀਂ ਆਉਣਾ ਹੈਗਾ, ਉਹ ਵੜ ਚੁੱਕਿਆ ਹੈਗਾ ਏ। ਤੇ ਜਦੋਂ ਅਸੀਂ ਪ੍ਰਭੂ ਦੇ ਨਾਲ ਵਾਅਦਾ ਕਰਕੇ ਕਹਿੰਦੇ ਨਾ, ਉਹ ਮੇਰੇ ਜਵਾਕ ਨਹੀਂ ਤਿਆਰ ਹੁੰਦੇ ਪਾਸਟਰ ਜੀ, ਲੇਟ ਕਰਾਤਾ ਇਹਨਾਂ ਨੇ, ਉਹ ਮੇਰੇ ਘਰ ਵਾਲੇ ਨੇ ਲੇਟ ਕਰਾਤਾ, ਮੇਰੀ ਘਰ ਵਾਲੇ ਨੇ ਲੇਟ ਕਰਾਤਾ, ਤਾਂਯੋ ਚਰਚ ਲੇਟ ਹੋ ਗਿਆ। ਆ ਦਸਵੰਧ ਰੱਖਿਆ ਸੀਗਾ ਜੀ, ਆ ਪਿੱਛੋਂ ਕੱਢ ਕੇ ਜਵਾਕ ਵਰਤ ਕੇ ਜੀ ਕੁਲਫੀਆਂ ਖਾ ਗਏ। ਇਹ ਕੰਮ ਨਾ ਕਰਿਓ ਜੀ। ਹਜਾਈ, ਪੰਜਾਬੀ 'ਚ ਹਜਾਈ ਲਿਖਿਆ, ਹਿੰਦੀ 'ਚ ਹਾਗੇ ਨਬੀ ਲਿਖਿਆ ਹੈਗਾ। ਉਹਦੇ ਪਹਿਲੇ ਅਧਿਆਏ 'ਚ ਲਿਖਿਆ ਹੈ, 5ਵੀਂ ਐਤ ਦੇ ਵਿੱਚ ਲਿਖਿਆ ਹੈ, ਉਸ ਸਮੇਂ ਪਰਮੇਸ਼ਰ ਦਾ ਘਰ ਟੁੱਟਿਆ ਪਿਆ ਸੀਗਾ। ਪ੍ਰਭੂ ਦੇ ਘਰ ਦੀ ਹਾਲਤ ਚੰਗੀ ਨਹੀਂ ਸੀਗੀ। ਪਰਮੇਸ਼ਰ ਦਾ ਜੋ ਚਰਚ ਸੀਗਾ, ਉਹਦੀ ਕੰਡੀਸ਼ਨ ਅੱਛੀ ਨਹੀਂ ਸੀਗੀ। ਬਿਲਡਿੰਗ ਦੀ ਕੰਡੀਸ਼ਨ ਅੱਛੀ ਨਹੀਂ ਹੈਗੀ। ਲੋਕੀ ਟੌਰ ਨਾਲ ਦੇ ਘਰੇ ਬੈਠੇ ਰਹਿੰਦੇ ਨੇ, ਪ੍ਰਾਰਥਨਾ ਕਰਦੇ ਆ, ਯਹੋਵਾ ਪਰਮੇਸ਼ਰ ਸਾਡਾ ਜਿਉਂਦਾ ਪਰਮੇਸ਼ਰ ਆ, ਐਂ ਕਰਦੇ ਰਹਿੰਦੇ ਹੁੰਦੇ ਸੀਗੇ। ਪਰਮੇਸ਼ਰ ਨੂੰ ਗੁੱਸਾ ਆਇਆ। ਉੱਥੇ ਪਤਾ ਕੀ ਹੋਇਆ? ਧਿਆਨ ਦੇ ਨਾਲ ਸੁਣ ਲਿਓ ਜੀ। ਹੁਣ ਜਦੋਂ ਪਰਮੇਸ਼ਰ ਦੇ ਲਈ ਕੁਝ ਕਰਨ ਦੇ ਲਈ ਅਸੀਂ ਤਿਆਰ ਨਹੀਂ ਨਾ ਗਏ, ਪ੍ਰਭੂ ਨੇ ਵੀ ਨਹੀਂ ਸਾਡੇ ਜੀਵਨ 'ਚ ਕੁਝ ਗੱਲਾਂ ਕਰਨੀਆਂ ਗਈਆਂ। ਬਸ ਇੰਨਾ ਕੁ ਕੰਮ ਰਹੂਗਾ, ਪਾਸਟਰ ਜੀ ਮੇਰਾ ਢਿੱਡ ਦਰਦ ਸੀਗਾ ਉਹ ਸਹੀ ਹੋ ਗਿਆ, ਮੇਰੇ ਸਿਰ 'ਚ ਦਰਦ ਸੀਗਾ ਉਹ ਸਹੀ ਹੋ ਗਿਆ, ਕਿਸ਼ਤ ਦਾ ਪ੍ਰਬੰਧ ਨਹੀਂ ਹੈਗਾ, ਕਿਸ਼ਤ ਦਾ ਪ੍ਰਬੰਧ ਹੋ ਗਿਆ, ਲੋਨ ਨਹੀਂ ਮਿਲਦਾ ਪਿਆ ਸੀ, ਲੋਨ ਦਾ ਪ੍ਰਬੰਧ ਹੋ ਗਿਆ। ਬਸ ਫਿਰ ਏਡੀਆਂ ਏਡੀਆਂ ਗਵਾਹੀਆਂ ਰਹਿਣਗੀਆਂ। ਵੱਡੀਆਂ ਗਵਾਹੀਆਂ ਦੇ ਵੱਲ ਕਦੇ ਵੀ ਤੁਸੀਂ ਨਹੀਂ ਜਾਓਗੇ। ਪਰਮੇਸ਼ਰ ਵੱਡੀਆਂ ਗਵਾਹੀਆਂ ਵੱਲ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹੈਗਾ ਏ। पंजाबी च हजाई और हागे नबी की किताब च पता की लिखेगा? 1:5 कहता इसलिए अब सेनाओं का यहोवा यूं कहता है, अपनी अपनी चाल चलन पर ध्यान करो। यहोवा परमेश्वर कहता कादे उपर ध्यान करना है? नाल दा बंदा काम करदा पिया कि नहीं करदा पिया ओदे वल ध्यान नहीं करना। बस वाला समय दे उपर बस लैके आ पा रहा कि नहीं आ पा रहा, चर्च जाना टाइम दे उपर, इहदे उपर ध्यान ना करो। ऑटो के उपर आना है, ऑटो वाला ਉਹਦੇ ਕੋਲ ਫੋਨ ਹੈ ਜਾਂ ਨਹੀਂ ਹੈ, ਇਸ ਗੱਲ ਦੇ ਉੱਪਰ ਧਿਆਨ ਨਾ ਕਰੋ। ਉਹ ਲੇਟ ਆ ਜਾਂਦਾ, ਇਹਦੇ ਉੱਪਰ ਧਿਆਨ ਨਾ ਕਰੋ। ਆਪਦੀ ਚਾਲ ਤੇ ਧਿਆਨ ਕਰਨਾ ਹੈਗਾ ਏ। ਆਪਣੇ ਪੜੋਸੀ ਨੂੰ ਬੋਲੋ, ਆਪਦੀ ਚਾਲ ਵੱਲ ਧਿਆਨ ਕਰਨਾ ਹੈਗਾ।
ਸੰਡੇ ਜਦੋਂ ਉੱਠਦੇ ਹੋ ਨਾ, ਤੁਹਾਡਾ ਉੱਠਣਾ 8 ਵਜੇ ਨਹੀਂ ਹੋਣਾ ਚਾਹੀਦਾ। ਅੱਜ ਐਤਵਾਰ ਹੈਗਾ ਏ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੰਮ ਤੇ ਜਾਣਾ, ਟਪੂਸੀਆਂ ਮਾਰ-ਮਾਰ 6 ਵਜੇ ਬੈੱਡ ਤੋਂ ਉੱਠ ਖੜਦੇ ਆ। ਅੱਜ ਲੇਟ ਹੋ ਗਏ ਤਾਂ ਦਿਹਾੜੀ ਨਹੀਂ ਲੱਗਣੀ ਅੱਜ ਸਾਡੀ। ਅੱਜ ਲੇਟ ਹੋ ਗਏ ਤਾਂ ਜੌਬ ਤੇ ਜਾਵਾਂਗੇ, ਐਬਸੈਂਟ ਲੱਗ ਜਾਣੀ ਹੈਗੀ ਆ। ਅਸੀਂ ਜਦੋਂ ਸੰਡੇ ਨੂੰ ਵੀ ਇਸ ਤਰ੍ਹਾਂ ਕਰਦੇ ਨਾ, ਸਵਰਗ ਸਾਡੀ ਵੀ ਐਬਸੈਂਟ ਲੱਗ ਜਾਂਦੀ ਆ। ਫਿਰ ਜਿਹੋ ਜਿਹੇ ਤੁਸੀਂ ਆਏ ਤੇ ਜਿਹੋ ਜਿਹੇ ਨਾ ਆਏ, ਇੱਕ ਬਰਾਬਰ ਹੈਗੇ ਆ। ਪ੍ਰਭੂ ਕਹਿ ਰਹੇ ਨੇ, ਕਹਿੰਦੇ ਆਪਣੇ ਚਾਲ ਚੱਲਣ ਦੇ ਉੱਪਰ ਧਿਆਨ ਕਰੋ। ਆਪਣੇ ਪੜੋਸੀ ਨੂੰ ਫੜ ਕੇ ਬੋਲੋ, ਆਪਦੇ ਚਾਲ ਚੱਲਣ ਦੇ ਧਿਆਨ ਕਰੋ। ਪ੍ਰਭੂ ਕਹਿ ਰਹੇ ਨੇ, ਆਪਦੇ ਚਾਲ ਚੱਲਣ ਤੇ ਧਿਆਨ ਕਰੋ। ਭਰਾਓ, ਤੁਸੀਂ ਵੀ ਕਹਿ ਸਕਦੇ ਇੱਕ ਦੂਸਰੇ ਨੂੰ ਆਪਣੇ ਚਾਲ ਚੱਲਣ ਤੇ ਧਿਆਨ ਕਰੋ। ਇਹ ਮੇਰਾ ਵਚਨ ਨਹੀਂ, ਬੋਲੋ, ਇਹ ਪ੍ਰਭੂ ਦਾ ਵਚਨ ਹੈਗਾ ਏ। ਮੈਨੂੰ ਇੱਕ ਗੱਲ ਦੱਸੋ, ਜੇ ਪ੍ਰਭੂ ਕੁਝ ਕਹਿ ਰਹੇ ਨੇ, ਫਿਰ ਉਹ ਵੈਸੇ ਕਹਿ ਰਹੇ ਹੋਣਗੇ ਕਿ ਹਰੇਕ ਪਰਮੇਸ਼ਵਰ ਦੀ ਗੱਲ ਦਾ ਕੋਈ ਮਤਲਬ ਹੈਗਾ ਏ? ਪਰਮੇਸ਼ਵਰ ਦੀ ਹਰ ਗੱਲ ਦਾ ਕੋਈ ਮਤਲਬ ਹੈਗਾ। ਅਸੀਂ ਹਰੇਕ ਗੱਲ ਨੂੰ ਮਜ਼ਾਕ ਦੇ ਵਿੱਚ ਨਾ ਲੈ ਕੇ ਜਾਈਏ। ਪਰਮੇਸ਼ਵਰ ਦੀਆਂ ਗੱਲਾਂ ਨੂੰ ਮਜ਼ਾਕ ਦੇ ਵਿੱਚ ਜਾਂ ਹਲਕੇ ਦੇ ਵਿੱਚ ਅਸੀਂ ਨਾ ਲਈਏ। ਆਪਣੇ ਜੀਵਨਾਂ ਦੇ ਵਿੱਚ ਗੰਭੀਰਤਾ ਦੇ ਨਾਲ ਪਰਮੇਸ਼ਵਰ ਦੀਆਂ ਗੱਲਾਂ ਨੂੰ ਆਪਣੇ ਜੀਵਨ 'ਚ ਲੈ ਲਈਏ। ਜਿੱਦਣ ਪ੍ਰਭੂ ਨੂੰ ਗੰਭੀਰਤਾ ਨਾਲ ਲੈਣਾ ਤੁਸੀਂ ਸ਼ੁਰੂ ਕਰ ਦੇਣਾ, ਪ੍ਰਭੂ ਵੀ ਤੁਹਾਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਲਏਗਾ। ਸਾਡੀ ਪ੍ਰੋਬਲਮ, ਚਰਚ ਵਿੱਚ ਬੈਠੇ ਆ, ਗੰਭੀਰ ਆ, ਬਾਹਰ ਨਿਕਲਦੇ ਕੁਝ ਨਹੀਂ ਪਤਾ, ਸਾਡੀ ਗੰਭੀਰਤਾ ਗਾਇਬ ਹੋ ਜਾਂਦੀ ਹੈ। ਪ੍ਰਭੂ ਕਹਿ ਰਹੇ ਨੇ 5ਵੇਂ ਵਿੱਚ, ਕਹਿੰਦੇ ਆਪਦੀ ਚਾਲ ਚੱਲਣ ਤੇ ਧਿਆਨ ਕਰੋ। 6ਵੇਂ ਤੋਂ ਪੜ੍ਹਦੇ ਆ, ਉੱਥੇ ਲਿਖਿਆ, तुमने बहुत बोया परंतु थोड़ा काटा, तुम खाते हो परंतु पेट नहीं भरता, तुम पीते हो परंतु प्यास नहीं बुझती, तुम कपड़े पहनते हो परंतु गर्माते नहीं, और जो मजदूरी कमाता है वह अपनी मजदूरी को, कमाई को छेद वाली थैली में रखता है। हालेलुया। ਅੱਜ ਅਗਰ ਤੁਹਾਡੇ ਜੀਵਨ 'ਚ ਗੜਬੜੀਆਂ ਨੇ, ਸਿਰਫ ਤੁਸੀਂ ਕੀ ਕਰਨਾ, ਆਪਦੀ ਚਾਲ ਦੇ ਉੱਪਰ ਧਿਆਨ ਕਰਨਾ ਹੈਗਾ ਹੈ। ਬਾਈਬਲ 'ਚ ਲਿਖਿਆ, ਤੁਸੀਂ ਖਾਂਦੇ ਆ, ਭੁੱਖ ਨਹੀਂ ਮਿਟਦੀ, ਪਾਣੀ ਪੀਂਦੇ ਆ, ਪਿਆਸ ਨਹੀਂ ਬੁਝਦੀ, ਕੱਪੜੇ ਪਹਿਨਦੇ ਹੈਗੇ ਆ, ਗਰਮੀ ਨਹੀਂ ਆਉਂਦੀਗੀ। ਕਹਿੰਦੇ ਤੁਸੀਂ ਪੈਸੇ ਕਮਾ ਕੇ ਤਾਂ ਲਿਆਉਂਦੇ ਆ, ਪਰ ਰੱਖਦੇ ਪਤਾ ਕਿੱਥੇ ਆ? ਪਾਟੀ ਜੇਬ ਦੇ ਵਿੱਚ ਰੱਖਦੇ ਹੈਗੇ, ਉੱਤੋਂ ਪਾ ਲੈਂਦੇ, ਥੱਲੋਂ ਡਿੱਗ ਪੈਂਦੇ ਆ। ਤੁਹਾਡੇ ਵਿੱਚੋਂ ਕਈ ਲੋਕ ਅਜਿਹੇ ਹੋਣਗੇ, ਕਮਾਈ ਕਰ ਰਹੇ ਹਾਂ, ਪੈਸੇ ਆ ਰਹੇ ਨੇ, ਜਾ ਕਿੱਧਰ ਨੂੰ ਰਹੇ ਪਤਾ ਹੀ ਨਹੀਂ ਲੱਗਦਾ। ਇਹਦਾ ਮਤਲਬ ਨਾ, ਜਿੱਥੇ ਪੈਸੇ ਰੱਖ ਰਹੇ ਹੋ ਨਾ, ਉਹਦੇ ਛੇਦ ਹੈਗਾ ਏ, ਔਰ ਉਹ ਛੇਦ ਨੂੰ ਅੱਜ ਯਿਸੂ ਮਸੀਹ ਬੰਦ ਕਰਨਾ ਚਾਹੁੰਦਾ ਹੈਗਾ ਏ। ਤੁਹਾਡੀ ਜ਼ਿੰਦਗੀਆਂ 'ਚ, ਕਈ ਦੀਆਂ ਜ਼ਿੰਦਗੀਆਂ 'ਚ ਛੇਦ ਹੈਗਾ ਏ। ਸਭ ਕੁਝ ਅੱਛਾ ਕਰ ਰਹੇ ਆ, ਜ਼ਿੰਦਗੀ 'ਚ ਖੁਸ਼ੀ ਨਹੀਂ ਹੈ, ਕਿਤੇ ਹੋਰ ਹੀ ਚਲੀ ਜਾਂਦੀ ਖੁਸ਼, ਆਨੰਦ ਕਿਤੇ ਹੋਰ ਹੀ ਪਾਸੇ ਚਲਾ ਗਿਆ ਹੈਗਾ, ਪਤਾ ਨਹੀਂ ਲੱਗਦਾ ਪਿਆ। ਸਿਰਫ ਇੱਕ ਕੰਮ ਕਰਨਾ, ਅੱਜ ਆਪਦੀ ਚਾਲ ਚੱਲਣ ਦੇ ਉੱਪਰ ਧਿਆਨ ਕਰਨਾ ਹੈ। ਡੇਵਿਡ ਨੇ ਆਪਣੀ ਚਾਲ ਦੇ ਉੱਪਰ ਧਿਆਨ ਨਹੀਂ ਕੀਤਾ, ਵਾਅਦਾ ਕਰ ਲਿਆ, ਚੱਲਿਆ ਨਹੀਂ। ਬਾਈਬਲ ਦੇ ਵਿੱਚ ਲਿਖਿਆ ਹੈ, ਡਿੱਗ ਪਿਆ ਏ। ਜਨਰੇਸ਼ਨ ਦੇ ਵਿੱਚ ਸ਼ਰਾਪ ਆਇਆ, ਉਹਦੀ ਪੀੜ੍ਹੀ 'ਚ ਸ਼ਰਾਪ ਆਇਆ, ਆਉਣ ਵਾਲੀਆਂ ਸੰਤਾਨਾਂ ਦੇ ਲਈ ਉਹਦੀ ਇਹ ਹਰਕਤ ਸ਼ਰਾਪ ਬਣ ਗਈ ਹੈਗੀ ਆ। ਅੱਜ ਚਾਲ ਸਹੀ ਕਰ ਲਿਓ, ਜੇ ਤੁਹਾਡੀ ਸਹੀ ਚਾਲ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਬਰਕਤ ਬਣ ਜਾਏਗੀ। ਲਾਪਰਵਾਹੀ ਕਰਨਾ ਅੱਜ ਤੋਂ ਬੰਦ ਕਰ ਦਿਓ ਜੀ। ਸਿੰਪਲ ਗੱਲ ਹੀ ਦੱਸੀ ਹੈ ਮੈਂ ਤੁਹਾਨੂੰ। ਪਹਿਲਾ ਕੰਮ ਇਹ ਕਰ ਲਿਓ ਜੇ ਵਾਅਦਾ, ਕਿ ਪਰਮੇਸ਼ਰ ਇੰਨੇ ਵਜੇ ਮੈਂ ਤੁਰ ਕੇ ਆਵਾਂ, ਤੇ ਭਾਵੇਂ ਮੈਂ ਆਵਾਂ ਰੁੜ ਕੇ, ਤੇ ਭਾਵੇਂ ਮੈਂ ਆਵਾਂ ਪੈਦਲ, ਮੈਂ ਤੇਰੇ ਘਰੇ ਹੋਊਂਗਾ। ਵਾਅਦਾ ਕਰ ਲਓਗੇ ਨਾ, ਪ੍ਰੋਮਿਸ ਕਰ ਲਓਗੇ, ਕੁਝ ਸ਼ਰਾਪ ਆਟੋਮੈਟਿਕਲੀ ਤੁਹਾਡੇ ਜੀਵਨ 'ਚ ਟੁੱਟ ਜਾਣਗੇ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੋ ਪਰਮੇਸ਼ਰ ਨੇ ਮੇਰੇ ਦਿਲ 'ਚ ਕੱਲ੍ਹ ਇਹ ਗੱਲ ਪਾਈ ਸੀ, ਧਿਆਨ ਦੇ ਨਾਲ ਸੁਣੀਏ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ, ਬਰਕਤ ਪਰਮੇਸ਼ਰ ਨੇ ਕਿਹਾ ਸੀ ਮਿਲੇਗੀ, ਮਹਿਸੂਸ ਹੋਇਆ ਸੀ ਆ ਚੰਗਾ ਕੰਮ ਮੇਰੇ ਜੀਵਨ 'ਚ ਪਰਮੇਸ਼ਰ ਕਰਨਗੇ, ਆ ਬਲੈਸਿੰਗ ਮੇਰੇ ਜੀਵਨ 'ਚ ਹੋਣੀ ਚਾਹੀਦੀ ਸੀ, ਪਰ ਲੇਟ ਆ ਹਜੇ। ਕਿੰਨੇ ਜਣੇ ਨੇ ਮਹਿਸੂਸ ਕੀਤਾ ਆਪਣੇ ਜੀਵਨ 'ਚ ਲੇਟ ਹੋ ਗਏ ਆ, ਡਿਲੇ ਆ ਸਾਡੇ ਜੀਵਨ 'ਚ? ਉਹਦਾ ਕਾਰਨ ਪਤਾ ਕੀ ਆ? ਅਸੀਂ ਕੁਝ ਗੱਲਾਂ 'ਚ ਨਾ ਪਰਮੇਸ਼ਰ ਦੇ ਕੰਮ ਨੂੰ ਆਪਣੇ ਜੀਵਨ 'ਚ ਲੇਟ ਕੀਤਾ ਹੈ। ਜਦੋਂ ਪ੍ਰਭੂ ਦੇ ਕੰਮ ਨੂੰ ਲੇਟ ਕਰੋਗੇ ਨਾ, ਪਰਮੇਸ਼ਰ ਦੇ ਕੰਮ ਵੀ ਤੁਹਾਡੇ ਜੀਵਨ 'ਚ ਲੇਟ ਹੋ ਜਾਣਗੇ। ਪ੍ਰਭੂ ਦੇ ਕੰਮ ਨੂੰ ਔਨ ਟਾਈਮ ਕਰਿਓ ਜੇ, ਟਾਈਮ ਤੋਂ ਪਹਿਲਾਂ ਕਰਿਓ ਜੇ, ਪਰ ਦੇਖਿਓ ਪਰਮੇਸ਼ਰ ਦੇ ਕੰਮ ਵੀ ਸਮੇਂ ਤੋਂ ਪਹਿਲਾਂ ਹੀ ਤੁਹਾਡੇ ਜੀਵਨ 'ਚ ਹੋਣੇ ਸ਼ੁਰੂ ਹੋ ਜਾਣਗੇ। ਹੁਣ ਮੈਨੂੰ ਇੱਕ ਗੱਲ ਦੱਸੋ, ਡੇਵਿਡ ਨੇ ਗਲਤੀ ਛੋਟੀ ਜਿਹੀ ਕੀਤੀ ਕਿ ਬਹੁਤ ਵੱਡੀ? ਸ਼ਰਾਪ ਆਇਆ ਕਿ ਨਹੀਂ ਆਇਆ ਹੈਗਾ? ਸੋਚੋ। ਤੋਂ ਬਾਅਦ ਫਿਰ ਪ੍ਰਾਰਥਨਾ ਕਰਨੀ ਸੌਖੀ ਹੋ ਗਈ ਕਿ ਔਖੀ ਹੋ ਗਈ ਹੋਊਗੀ? ਤੁਹਾਡੇ ਵਿੱਚ ਕੁਝ ਲੋਕਾਂ ਦੇ ਲਈ ਅੱਜ ਪ੍ਰਾਰਥਨਾ ਕਰਨੀ ਮੁਸ਼ਕਿਲ, ਪਤਾ ਕਿਉਂ? ਤੁਹਾਡੇ ਜੀਵਨਾਂ 'ਚ ਬੜੀਆਂ ਸਮੱਸਿਆਵਾਂ ਨੇ, ਬੜੀਆਂ ਪਰੇਸ਼ਾਨੀਆਂ ਨੇ, ਤੁਹਾਡੇ ਤੋਂ ਪ੍ਰਾਰਥਨਾ ਨਹੀਂ ਹੋ ਪਾ ਰਹੀ ਹੋਵੇਗੀ। ਪਰ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ, ਅਗਰ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਰ ਕੀ ਕਰੇਗਾ। ਕਿੰਨੇ ਜਣੇ ਰੈਡੀ ਨੇ? ਕਿੰਨੇ ਜਣੇ ਰੈਡੀ ਨੇ ਉਹ ਗੱਲਾਂ ਨੂੰ ਦੇਖਣ ਦੇ ਲਈ ਕਿ ਜੋ ਵੱਡੀਆਂ ਗੱਲਾਂ ਪ੍ਰਭੂ ਕਰਨ ਦੇ ਲਈ ਤਿਆਰ ਹੈ? ਮੈਂ ਰੈਡੀ ਉਹਨਾਂ ਨੂੰ ਲੈਣ ਦੇ ਲਈ। ਕਿੰਨੇ ਜਣੇ ਰੈਡੀ ਹੈਗੇ ਨੇ? ਦਾਊਦ ਨੇ ਗਲਤੀ ਕੀਤੀ ਕਿ ਨਹੀਂ ਕੀਤੀ ਹੈਗੀ? ਵਿਚਾਰ ਕੀਤਾ ਜਾਂ ਨਹੀਂ ਕੀਤਾ ਹੈਗਾ? ਉਸ ਔਰਤ ਦਾ ਕੀ ਨਾਮ ਹੈਗਾ ਏ? ਉਹਦੇ ਘਰ ਵਾਲੇ ਨੂੰ ਮਰਵਾਇਆ ਜਾਂ ਨਹੀਂ ਮਰਵਾਇਆ ਹੈਗਾ? ਬਾਈਬਲ 'ਚ ਲਿਖਿਆ ਜਦੋਂ ਉਹਨੇ ਵਿਚਾਰ ਕੀਤਾ, ਇੱਕ ਬੱਚਾ ਵੀ ਹੋਇਆ। ਉਸ ਤੋਂ ਬਾਅਦ ਉਹ ਬੱਚਾ ਮਰ ਗਿਆ ਹੈਗਾ ਏ। ਦਾਊਦ ਨੇ ਫਿਰ ਉਸ ਤੋਂ ਬਾਅਦ ਚੋਂ ਮਾਫੀ ਮੰਗੀ ਪ੍ਰਭੂ ਤੋਂ। ਕਿਵੇਂ ਮਾਫੀ ਮੰਗੀ ਹੋਗੀ? ਪ੍ਰਭੂ ਜੀ ਮਾਫ ਕਰ ਦਿਓ, ਅੱਜ ਮੇਰੇ ਤੋਂ ਝੂਠ ਬੋਲਿਆ ਗਿਆ ਏ। ਪ੍ਰਭੂ ਜੀ ਅੱਜ ਥੋੜੀ ਜਿਹੀ ਹੇਰਾ ਫੇਰੀ ਹੋ ਗਈ ਮੇਰੇ ਤੋਂ,
ਜੋੜ ਲੰਘਦਾ ਸੀ, ਮੈਂ ਕੁੰਡੀ ਪਾ ਲਈ ਪ੍ਰਭੂ ਜੀ ਅੱਜ, ਇਸ ਲਈ ਮੈਂ ਮਾਫੀ ਨਹੀਂ ਮੰਗਦਾ ਪਿਆ, ਮੈਂ ਕੁੰਡੀ ਪਾਈ, ਅੱਜ ਮੈਂ ਫੜਿਆ ਗਿਆ ਪ੍ਰਭੂ ਜੀ, ਬਿਜਲੀ ਵਾਲੇ ਨੇ ਫੜ ਲਿਆ, ਜੁਰਮਾਨਾ ਪਊਗਾ, ਅੱਜ ਮੈਨੂੰ ਮਾਫ ਕਰ ਦਿਓ, ਗਾਂ ਤੋਂ ਕੁੰਡੀ ਨਹੀਂ ਪਾਉਂਦਾ, ਜੁਰਮਾਨਾ ਮਾਫ ਕਰਾ ਦਿਓ ਪ੍ਰਭੂ ਜੀ। ਇਸ ਤਰ੍ਹਾਂ ਦੀ ਮਾਫੀ ਨਾ ਮੰਗੋ ਜੀ। ਮਾਫੀ ਦਾ ਮਤਲਬ ਤੌਬਾ ਹੈ। ਪਹਿਲੇ ਨੰਬਰ ਤੇ ਤੌਬਾ ਸਮਝਦੇ ਹੋ ਸ਼ਬਦ? ਤੌਬਾ ਕਰਨੀ ਅੱਜ। ਤੌਬਾ ਦਾ ਮਤਲਬ ਇਹ ਹੁੰਦਾ ਕਿ ਪ੍ਰਭੂ ਜੀ, ਤੌਬਾ ਕਰਨ ਦਾ ਮਤਲਬ ਵੀ ਅੱਜ ਤੋਂ ਇਹ ਕੰਮ ਛੱਡ ਹੀ ਦਿੱਤਾ ਹੈਗਾ ਏ। ਮਾਫੀ ਸਾਡੇ ਲੋਕੀ ਪਤਾ ਕਿਵੇਂ ਮੰਗਦੇ ਗਏ? ਪਾਪ ਕਰਨਾ ਗੱਜ ਕੇ, ਐ ਵੱਟ ਕੱਢਦੇ ਨੇ ਪਾਪ ਵਾਲੇ ਦਾ ਹੀ। ਮਾਫੀ ਮੰਗਣੀ ਆ ਹੋਲਸੇਲ ਵਾਲੀ, ਪ੍ਰਭੂ ਜੀ ਮਾਫ ਕਰ ਦਿਓ ਜੀ। ਇਹ ਮਾਫੀ ਚੱਲਣੀ ਨਹੀਂ ਹੈਗੀ। ਦਾਊਦ ਨੇ ਮਾਫੀ ਮੰਗੀ, ਉਹਨੇ ਗਲਤੀ ਕੀਤੀ ਹੈ, ਜੇ ਵੱਡੀ ਗਲਤੀ ਹੈ ਤੇ ਉਹਨੇ ਮਾਫੀ ਵੀ ਵੱਡੀ ਮੰਗੀ, ਤੌਬਾ ਕੀਤੀ ਹੈਗੀ ਆ। ਤੇ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਨੇ ਉਹਨੂੰ ਮਾਫ ਕਰ ਦਿੱਤਾ ਹੈਗਾ ਏ। ਤੁਹਾਨੂੰ ਪਤਾ ਜਦੋਂ ਮਾਫ ਕੀਤਾ ਪ੍ਰਭੂ ਨੇ ਫਿਰ ਕੀ ਕੀਤਾ? ਉਦੋਂ ਬਾਅਦ ਚੋਂ ਜਿਸ ਔਰਤ ਦੇ ਨਾਲ ਵਿਚਾਰ ਕੀਤਾ ਹੈ ਉਹਦੇ ਤੋਂ ਬੱਚਾ ਪੈਦਾ ਹੋਇਆ ਹੈ, ਉਹ ਬੱਚਾ ਮਰ ਗਿਆ ਹੈ। ਉਦੋਂ ਬਾਅਦ ਚ ਦਾਊਦ ਨੇ ਮਾਫੀ ਮੰਗੀ, ਤੌਬਾ ਕੀਤੀ, ਲਗਾਤਾਰ ਫਾਸਟਿੰਗ ਕੀਤੀ, ਲਗਾਤਾਰ ਪ੍ਰਾਰਥਨਾ ਕੀਤੀ। ਉਸੇ ਔਰਤ ਦੇ ਨਾਲ ਫਿਰ ਦਾਊਦ ਦੀ ਮੈਰਿਜ ਹੋਈ ਸਹੀ ਤਰੀਕੇ ਦੇ ਨਾਲ। ਉਸੇ ਔਰਤ ਤੋਂ ਬੱਚਾ ਪੈਦਾ ਹੋਇਆ ਹੈ ਔਰ ਉਸ ਬੱਚੇ ਦਾ ਨਾਮ ਸੁਲੇਮਾਨ ਸੀਗਾ। ਔਰ ਪੂਰੀ ਹਿਸਟਰੀ ਚੱਕ ਕੇ ਵੇਖ ਲਓ ਜੇ ਹੁਣ ਤੱਕ ਧਰਤੀ ਦੇ ਉੱਪਰ ਪਰਮੇਸ਼ਰ ਨੇ ਵਾਅਦਾ ਕੀਤਾ ਹੈ, ਸੁਲੇਮਾਨ ਤੇਰੇ ਵਰਗਾ ਨਾ ਤਾਂ ਪਹਿਲਾਂ ਧਰਤੀ ਤੇ ਹੋਇਆ ਹੈ ਤੇ ਤੇਰੇ ਤੋਂ ਬਾਅਦ ਚ ਵੀ ਤੇਰੇ ਵਰਗਾ ਕੋਈ ਨਹੀਂ ਹੋਏਗਾ। ਸੋਚੋ, ਉਸੇ ਔਰਤ ਤੋਂ ਬੱਚਾ ਪੈਦਾ ਹੋਇਆ ਹੈਗਾ। ਹਾਲੇਲੂਇਆ। ਇਹਦਾ ਮਤਲਬ ਇੱਕ ਗੱਲ ਸਮਝ ਆਉਂਦੀ, ਜਦੋਂ ਗਲਤੀ ਕਰਦੇ ਸ਼ਰਾਪ ਤਾਂ ਆਉਣੇ ਹੀ ਆਉਣੇ ਹੈਗੇ ਆ, ਪਰ ਜਦੋਂ ਪਰਮੇਸ਼ਰ ਮਾਫ ਕਰਕੇ ਦਇਆ ਕਰਦਾ ਨਾ, ਫਿਰ ਜਿਹੜੀ ਦਇਆ ਕਰਦਾ ਨਾ, ਪੁਰਾਣੀਆਂ ਸਾਰੀਆਂ ਗੱਲਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈਗਾ ਏ। ਪਰਮੇਸ਼ਰ ਨੇ ਉਸੇ ਔਰਤ ਤੋਂ ਫਿਰ ਜਿਹੜੇ ਔਰਤ ਜਿਸ ਔਰਤ ਦੇ ਨਾਲ ਦਾਊਦ ਨੇ ਵਿਚਾਰ ਕੀਤਾ ਸੀ, ਸ਼ਰਾਪ ਆਇਆ ਸੀਗਾ, ਮਾਫ ਕਰਨ ਤੋਂ ਬਾਅਦ ਉਸੇ ਔਰਤ ਦੇ ਨਾਲ ਉਹਦੀ ਮੈਰਿਜ ਹੁੰਦੀ। ਉਸੇ ਔਰਤ ਤੋਂ ਹੀ ਪਰਮੇਸ਼ਰ ਨੇ ਉਹਨੂੰ ਵੰਸ਼ ਦਿੱਤਾ ਹੈਗਾ ਏ, ਬੱਚਾ ਦਿੱਤਾ ਹੈਗਾ ਏ ਸੁਲੇਮਾਨ ਦੇ ਰੂਪ ਦੇ ਵਿੱਚ। ਔਰ ਸੁਲੇਮਾਨ ਨੂੰ ਪਰਮੇਸ਼ਰ ਨੇ ਇੰਨੀ ਬਰਕਤ ਦਿੱਤੀ, ਬਾਈਬਲ 'ਚ ਲਿਖਿਆ ਉਹਦੇ ਉੱਪਰ ਵਾਅਦਾ ਸੀਗਾ, ਤੇਰੇ ਵਰਗੇ ਧਰਤੀ ਦੇ ਉੱਪਰ ਕੋਈ ਬੰਦਾ ਹੋਏਗਾ ਹੀ ਨਹੀਂ। ਔਰ ਸੱਚਮੁੱਚ ਸੁਲੇਮਾਨ ਵਰਗਾ ਕੋਈ ਵੀ ਹੋਇਆ ਨਹੀਂ। ਹਾਲੇਲੂਇਆ। ਮੈਨੂੰ ਇੱਕ ਗੱਲ ਦੱਸੋ, ਏਲੀਆ ਵਰਗਾ ਭਵਿਸ਼ਵਕਤਾ ਪੁਰਾਣੇ ਨਿਯਮ ਦੇ ਨੇੜੇ ਤੇੜੇ ਨਜ਼ਰ ਆਉਂਦਾ? ਏਲੀਆ ਵਰਗਾ ਕੋਈ ਭਵਿਸ਼ਵਕਤਾ? ਸਵਰਗ ਤੋਂ ਸਿੱਧੀ ਅੱਗ ਉਤਰਦੀ ਹੈਗੀ ਆ, ਪ੍ਰਭੂ ਉਹਦਾ ਆਤਮਾ ਉਹਨੂੰ ਚੁੱਕ ਕੇ ਹਵਾ 'ਚ ਉਡਾ ਕੇ ਲੈ ਜਾਂਦਾ ਹੁੰਦਾ ਸੀ ਏਲੀਆ ਨੂੰ। ਸੋਚੋ, ਏਲੀਆ ਕਿੱਡਾ ਜ਼ਬਰਦਸਤ ਭਵਿਸ਼ਵਕਤਾ ਹੈਗਾ ਏ। ਹੈਗਾ ਕਿ ਨਹੀਂ ਹੈਗਾ? ਅਲੀਸ਼ਾ ਦੇ ਉੱਤੇ ਦੁੱਗਣਾ ਮਸਾ ਹੈਗਾ ਏ। ਹੈਗਾ ਜਾਂ ਨਹੀਂ ਹੈਗਾ ਏ? ਤਾਕਤ ਨਾਲ ਬੋਲ ਕੇ ਦੱਸੋ, ਹੈ ਜਾਂ ਨਹੀਂ ਹੈ? ਇਹਨਾਂ ਦੋਵਾਂ ਦੇ ਉੱਪਰ ਜਿਹੜਾ ਮਸਾ ਹੈ, ਹੁਣ ਦੱਸੋ ਮੂਸਾ ਦੇ ਉੱਪਰ ਕਿੱਡਾ ਵੱਡਾ ਅਭਿਸ਼ੇਕ ਆ, ਲੱਖਾਂ ਲੋਕਾਂ ਨੂੰ ਉਹਨੇ ਬਚਾਇਆ ਜਾਂ ਨਹੀਂ ਬਚਾਇਆ ਹੈਗਾ ਏ? ਇਹਨਾਂ ਵਰਗੇ ਹੋਰ ਵੀ ਬੜੇ ਭਵਿਸ਼ਵਕਤਾ ਬਾਈਬਲ 'ਚ ਹੈਗੇ ਨੇ, ਵੱਡੇ ਵੱਡੇ ਕੰਮ ਕੀਤੇ। ਕਿਸੇ ਇੱਕ ਭਵਿਸ਼ਵਕਤਾ ਦੇ ਵਿਸ਼ੇ ਵੀ ਇਹ ਸਟੇਟਮੈਂਟ ਹੈਗੀ ਆ ਕਿ ਉਹਨੇ ਵੱਡੇ ਵੱਡੇ ਕੰਮ ਕੀਤੇ ਹੋਣ, ਤਾਂ ਕੋਈ ਦੁਨੀਆ ਦੇ ਦੂਜੇ ਕੋਨੇ ਤੋਂ ਸਿਰਫ ਭਵਿਸ਼ਵਕਤਾ ਨੂੰ ਵੇਖਣ ਹੀ ਆਇਆ ਹੋਵੇ ਵੀ ਆਹ ਬੰਦਾ ਤਾਂ ਸਵਰਗ ਤੋਂ ਅੱਗ ਥੱਲੇ ਸਟਾ ਦਿੰਦਾ ਹੈਗਾ। ਏਲੀਆ ਨੂੰ ਵੇਖਣ ਦੇ ਲਈ ਕੋਈ ਆਇਆ ਬਾਹਰੋਂ? ਅਲੀਸ਼ਾ ਨੂੰ ਕੋਈ ਮਿਲਣ ਦੇ ਲਈ ਆਇਆ ਬਾਹਰੋਂ, ਦੂਰੋਂ, ਦੁਨੀਆ ਦੇ ਦੂਜੇ ਕੋਨੇ ਤੋਂ? ਸੁਲੇਮਾਨ ਨੇ ਕੋਈ ਚਮਤਕਾਰ ਕੀਤਾ, ਕੋਈ ਚੰਗਾਈ ਕੀਤੀ ਹੈਗੀ ਆ? ਤੇ ਬਾਈਬਲ 'ਚ ਲਿਖਿਆ ਦੁਨੀਆ ਦੇ ਦੂਜੇ ਕੋਨੇ ਤੋਂ ਇੱਕ ਰਾਣੀ ਨੂੰ ਮਿਲਣ ਦੇ ਲਈ ਆਈ ਹੈ ਸਪੈਸ਼ਲ। ਚੰਗਾਈ ਕਰਾਉਣ ਦੇ ਲਈ ਨਹੀਂ, ਪ੍ਰਾਰਥਨਾ ਕਰਾਉਣ ਦੇ ਲਈ ਨਹੀਂ, ਉਹਦੇ ਮੂੰਹ ਦੇ ਵਿੱਚ ਜਿਹੜੀਆਂ ਗਿਆਨ ਦੀਆਂ ਗੱਲਾਂ ਨਿਕਲਦੀਆਂ ਸੀ, ਬੁੱਧੀ ਦੀਆਂ ਗੱਲਾਂ ਨਿਕਲਦੇ ਸੀ, ਉਹ ਰਾਣੀ ਸੁਣਨ ਦੇ ਲਈ ਆਈ ਹੈ। ਔਰ ਮੇਰੀ ਪ੍ਰਾਰਥਨਾ ਪਰਮੇਸ਼ਰ ਤੁਹਾਨੂੰ ਵੀ ਅੱਜ ਉਸੇ ਤਰੀਕੇ ਦਾ ਬਣਾ ਦੇਵੇ ਯਿਸੂ ਮਸੀਹ ਦੇ ਨਾਮ 'ਚ। ਤੁਹਾਡੇ ਜੀਵਨ ਵੀ ਉਵੇਂ ਦੇ ਹੀ ਹੋਣ, ਤੁਹਾਡੇ ਪਰਿਵਾਰ ਵੀ ਉਵੇਂ ਦੇ ਹੋਣ ਯਿਸੂ ਮਸੀਹ ਦੇ ਨਾਮ 'ਚ। ਔਰ ਵੱਡੀ ਤਬਦੀਲੀ ਪਰਮੇਸ਼ਰ ਤੁਹਾਡੇ ਜੀਵਨ 'ਚ ਲੈ ਕੇ ਆਵੇ ਉਸੇ ਤਰੀਕੇ ਨਾਲ ਯਿਸੂ ਮਸੀਹ ਦੇ ਨਾਮ 'ਚ। ਅੱਜ ਤੌਬਾ ਸਹੀ ਤਰੀਕੇ ਦੇ ਨਾਲ ਕਰ ਲਿਓ ਜੇ। ਜਿੱਥੋਂ ਸ਼ਰਾਪ ਆਇਆ ਹੈ ਉੱਥੋਂ ਬਰਕਤ ਆਏਗੀ, ਔਰ ਬਰਕਤ ਅਜਿਹੀ ਆਏਗੀ ਪੂਰੀ ਦੁਨੀਆ ਵੇਖੇਗੀ ਉਸ ਬਰਕਤ ਨੂੰ। ਹਾਲੇਲੂਇਆ। ਪਾਪ ਆਇਆ ਹੈ, ਗੜਬੜੀ ਆਈ, ਸ਼ਰਾਪ ਆਇਆ ਹੈ, ਤੌਬਾ ਕੀਤੀ ਹੈ, ਪਰ ਸੁਲੇਮਾਨ ਆਇਆ ਹੈਗਾ ਹੈ। ਔਰ ਜਦੋਂ ਸੁਲੇਮਾਨ ਆਇਆ, ਦੂਜੀ ਬਾਈਬਲ 'ਚ ਲਿਖਿਆ ਦੁਨੀਆ ਦੇ ਕੋਨੇ ਤੋਂ ਇੱਕ ਰਾਣੀ ਆਈ ਹੈਗੀ, ਸੋਨਾ ਚਾਂਦੀ ਧਨ ਦੌਲਤ ਹੀਰੇ ਮੋਤੀ ਜਵਾਹਰਾਤ ਮਣੀਆਂ ਲੈ ਕੇ। ਖਰੀਦੋ ਫਰੋਖਤ ਕਰਨ ਦੇ ਲਈ ਨਹੀਂ, ਸੁਲੇਮਾਨ ਸਿਰ ਤੇ ਹੱਥ ਰੱਖੇਗਾ, ਪ੍ਰਾਰਥਨਾ ਕਰੇਗਾ ਇਹਦੇ ਲਈ ਨਹੀਂ, ਕਹਿੰਦੀ ਮੈਂ ਉਹਦੇ ਮੂੰਹ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਸੁਣਨ ਦੇ ਲਈ ਆਈ ਹਾਂ। ਹਾਲੇਲੂਇਆ। ਅੱਜ ਪ੍ਰਭੂ ਦੇ ਨਾਲ ਕੁਝ ਵਾਅਦੇ ਕਰ ਲਿਓ, ਜੇ ਪਰਮੇਸ਼ਰ ਤੁਹਾਡੇ ਮੂੰਹ ਨੂੰ ਅਜਿਹੀਆਂ ਗੱਲਾਂ ਦੇ ਨਾਲ ਭਰ ਦੇਗਾ, ਪ੍ਰਭੂ ਦਾ ਵਚਨ ਬਾਹਰ ਜਾ ਕੇ ਵੰਡੋਗੇ, ਲੋਕੀ ਤੁਹਾਡੇ ਪਿੱਛੇ ਪਿੱਛੇ ਦੌੜਦੇ ਹੋਏ ਪਰਮੇਸ਼ਰ ਦੇ ਘਰ ਤੱਕ ਆ ਜਾਣਗੇ। ਅਗਰ ਸੁਲੇਮਾਨ ਉਹਦੀ ਜ਼ੁਬਾਨ ਦੇ ਸ਼ਬਦ ਇੰਨੇ ਪ੍ਰਭਾਵਸ਼ਾਲੀ ਸੀ, ਤਾਂ ਪਵਿੱਤਰ ਆਤਮਾ ਨਵੇਂ ਨਿਯਮ ਦੇ ਅਨੁਸਾਰ ਅੱਜ ਤੁਹਾਡੇ ਜੀਵਨ 'ਚ ਤੁਹਾਡੀ ਜ਼ੁਬਾਨ ਦੇ ਸ਼ਬਦ ਜ਼ਿਆਦਾ ਪ੍ਰਭਾਵਸ਼ਾਲੀ ਪਰਮੇਸ਼ਰ ਅੱਜ ਕਰਨਾ ਚਾਹੁੰਦਾ ਹੈਗਾ ਏ। ਪਰ ਵਾਅਦਾ ਕਰਨਾ ਹੈਗਾ ਪ੍ਰਭੂ ਦੇ ਨਾਲ। ਵਾਅਦਾ ਅਜਿਹਾ ਨਹੀਂ ਕਰਨਾ ਕਿ ਵਾਅਦਾ ਤੋੜਨਾ ਹੈ, ਅੱਜ ਵਾਅਦਾ ਕਰਨਾ ਹੈ।
ਵਾਅਦਾ ਕਰਨਾ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਕਿ ਪਰਮੇਸ਼ਵਰ ਅਗਰ ਤੇਰੀ ਹਜ਼ੂਰੀ ਦੇ ਵਿੱਚ ਆਉਣ ਦਾ ਸਮਾਂ 10 ਵਜੇ, ਮੇਰੀ ਹਾਜ਼ਰੀ ਪਹਿਲਾਂ ਹੋਏਗੀ। ਹਾਲੇਲੂਇਆ। ਸੋਚ ਸਮਝ ਕੇ ਵਾਅਦਾ ਕਰਿਓ ਜੀ। ਪ੍ਰਭੂ ਅਗਰ ਤੁਹਾਡਾ ਵਚਨ ਦਸਵੰਧ ਕੱਢਣ ਦੇ ਲਈ ਕਹਿੰਦਾ ਨਾ, ਮੈਂ ਦਸਵੰਧ ਦੇਵਾਂਗਾ। ਇਹ ਵਾਅਦਾ ਮੈਂ ਇਸ ਲਈ ਬੋਲ ਰਿਹਾ, ਤਾਂ ਬਾਈਬਲ ਦੇ ਵਿੱਚ ਹੁਕਮ ਹੈਗਾ ਏ, ਪਰ ਫਿਰ ਵੀ ਵਾਅਦਾ ਕਰ ਲਿਓ ਜੀ। ਪਰਮੇਸ਼ਵਰ, ਮੈਂ ਨਵੇਂ ਲੋਕਾਂ ਨੂੰ ਆਪਣੀ ਗਵਾਹੀ ਦੱਸਾਂਗਾ, ਤੇਰਾ ਵਚਨ ਦੱਸਾਂਗਾ, ਤੁਹਾਡੇ ਘਰ ਤੱਕ ਲੈ ਕੇ ਆਵਾਂਗਾ। ਵਾਅਦਾ ਕਰ ਲਿਓ ਜੀ। ਕਈ ਵਾਰੀ ਨਵੇਂ ਲੋਕਾਂ ਦੇ ਸਾਹਮਣੇ ਜਾ ਕੇ ਅਸੀਂ ਮੂੰਹ ਬੰਦ ਕਰਕੇ ਬਹਿ ਜਾਂਦੇ ਆ, ਕੀ ਗੱਲ ਕਰੀਏ? ਆਪਣੀ ਗਵਾਹੀ ਦੱਸਣੀ ਸ਼ੁਰੂ ਕਰ ਦਿਓ। ਕੁਝ ਜ਼ਿਆਦਾ ਦੱਸਣ ਦੀ ਲੋੜ ਨਹੀਂ, ਆਪਣੀ ਗਵਾਹੀ ਦੱਸਣੀ ਸ਼ੁਰੂ ਕਰ ਦਿਓ ਜੀ। ਜਦੋਂ ਗਵਾਹੀ ਦੱਸਦੇ ਨਾ ਤੁਸੀਂ, ਗਵਾਹੀ ਐਡਾ ਖਤਰਨਾਕ ਹਥਿਆਰ ਹੈਗਾ ਨਾ, ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਗੀਆਂ। ਗਵਾਹੀ ਅਗਰ ਗਵਾਹ ਦੇ ਦੇਵੇ ਸਹੀ ਤਰੀਕੇ ਦੇ ਨਾਲ, ਤੇ ਫਾਂਸੀ ਦੇ ਚੜ੍ਹਨ ਵਾਲਿਆਂ ਨੂੰ ਵੀ ਜ਼ਿੰਦਗੀ ਮਿਲ ਜਾਂਦੀ ਹੈਗੀ ਆ। ਤੇ ਗਵਾਹੀ ਅਗਰ ਉਲਟੀ ਹੋ ਜਾਵੇ ਨਾ, ਤੇ ਫਾਂਸੀ ਤੱਕ ਤੇ ਚੜ੍ਹਨ ਦੀ ਵੀ ਸਜ਼ਾ ਮਿਲ ਜਾਂਦੀ ਹੈਗੀ ਹੈ। ਇਹ ਸਾਰਾ ਕੰਮ ਗਵਾਹੀਆਂ ਦੇ ਜ਼ਰੀਏ ਹੁੰਦਾ ਹੈਗਾ ਹੈ। ਤੇ ਜਦੋਂ ਪਰਮੇਸ਼ਰ ਨੇ ਤੁਹਾਡੇ ਜੀਵਨ 'ਚ ਕੀ ਕੰਮ ਕੀਤਾ, ਤੁਸੀਂ ਇਸ ਦੀ ਗਵਾਹੀ ਦਿਓਗੇ ਨਾ, ਲੋਕ ਤੁਹਾਡੇ ਪਿੱਛੇ ਪਿੱਛੇ ਪ੍ਰਭੂ ਦੇ ਘਰ 'ਚ ਦੌੜੇ ਚਲੇ ਆਉਣਗੇ। ਕਿੰਨੇ ਜਣੇ ਆਪਣੇ ਜੀਵਨ ਦੀ ਗਵਾਹੀ ਵੰਡਦੇ ਹੈਗੇ ਸਾਰੇ ਪਾਸੇ? ਵੈਰੀ ਗੁੱਡ, ਹਾਲੇਲੂਇਆ। ਜਿਹੜੇ ਗਵਾਹੀ ਵੰਡਦੇ ਨੇ, ਪਰਮੇਸ਼ਰ ਤੁਹਾਨੂੰ ਬਲੈਸ ਕਰੇ, ਬਹੁਤ ਜ਼ਿਆਦਾ ਬਲੈਸ ਕਰੇ, ਹੋਰ ਗਵਾਹੀਆਂ ਦੇ ਨਾਲ ਤੁਹਾਨੂੰ ਬਲੈਸ ਕਰੇ ਪਰਮੇਸ਼ਰ। ਹੁਣ ਮੈਂ 255 ਅਧਿਆਇ 'ਚ ਪ੍ਰਾਰਥਨਾ ਕਿਵੇਂ ਸ਼ੁਰੂ ਹੋਈ? ਨਿਰਾਸ਼ਾ ਦੇ ਨਾਲ ਕਿ ਆਸ਼ਾ ਦੇ ਨਾਲ? ਰੋਂਦੇ ਹੋਏ ਸ਼ੁਰੂ ਹੋਈ ਕਿ ਖੁਸ਼ੀ ਦੇ ਨਾਲ? ਰੋਂਦੇ ਹੋਏ ਸ਼ੁਰੂ ਹੋਈ, ਤੇ ਐਂਡਿੰਗ ਕਿੱਧਰ ਵੱਲ ਜਾ ਰਹੀ ਹੈਗੀ ਆ? ਖੁਸ਼ੀ ਦੇ ਵੱਲ। ਅੱਜ ਅਗਰ ਰੋਣਾ ਤੁਹਾਡੇ ਜੀਵਨ 'ਚ ਹੈਗਾ ਨਾ, ਵਿਸ਼ਵਾਸ ਕਰੋ ਜੀ, ਪਰਮੇਸ਼ਰ ਤੁਹਾਨੂੰ ਹਾਸੇ ਦੇ ਵੱਲ ਲੈ ਕੇ ਜਾ ਰਿਹਾ ਹੈਗਾ ਹੈ। ਅਗਰ ਰੋਣਾ ਤੁਹਾਡਾ ਜੀਵਨ ਦੇ ਵਿੱਚ ਅੱਜ ਤੁਸੀਂ ਦੇਖਦੇ ਪਏ ਨਾ, ਪਰਮੇਸ਼ਰ ਤੁਹਾਡੇ ਰੋਣੇ ਨੂੰ ਨੱਚਣ ਦੇ ਵਿੱਚ ਬਦਲਣ ਦੇ ਲਈ ਜਾ ਰਹੇ ਹਨ। ਬੀ ਰੈਡੀ। ਅੱਜ ਤਿਆਰ ਹੋ ਜਾਣਾ ਹੈਗਾ ਏ, ਵਾਅਦੇ ਕਰਨੇ ਨੇ। ਸੋਚੋ ਜੀ, ਡੇਵਿਡ ਨੇ ਵਾਅਦਾ ਕੀਤਾ, ਪ੍ਰਭੂ ਨੇ ਨਾਲ ਦੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਕਿ ਨਹੀਂ ਕੀਤਾ ਹੈਗਾ ਏ? ਉਹ ਨਾਲ ਹੀ ਡਿਕਲੇਅਰ ਕਰਨਾ ਸ਼ੁਰੂ ਕਰ ਦਿੰਦਾ, ਕਹਿੰਦਾ ਮੈਂ ਉਹਨਾਂ ਦੇ ਅੰਦਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈਗਾ। ਕਮਰੇ ਦੇ ਵਿੱਚ ਬੈਠਾ ਬੈਠਾ, ਰੂਮ ਦੇ ਵਿੱਚ ਬੈਠਾ ਬੈਠਾ, ਜਾਂ ਜਿਸ ਜਗ੍ਹਾ ਤੇ ਉਹ ਪ੍ਰਾਰਥਨਾ ਕਰਦਾ ਪਿਆ, ਉਸ ਜਗ੍ਹਾ ਤੇ ਬੈਠਾ ਬੈਠਾ ਉਹ ਵਾਅਦਾ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਏ। ਇਹ ਗੱਲ ਮੈਂ ਸਿਰਫ ਤੁਹਾਨੂੰ ਸਿਖਾ ਨਹੀਂ ਰਿਹਾ, ਇਹ ਗੱਲ ਮੈਨੂੰ ਵੀ ਪ੍ਰਭੂ ਨੇ ਸਿਖਾ ਦਿੱਤੀ ਹੈ। ਜੋ ਵਚਨ ਅੱਜ ਤੁਸੀਂ ਸੁਣਦੇ ਪਏ ਹੋ ਨਾ, ਇਹ ਗੱਲਾਂ ਮੈਨੂੰ ਪਹਿਲਾਂ ਵੀ ਪਤਾ ਸੀ, ਲੇਕਿਨ ਪ੍ਰਭੂ ਨੇ ਮੇਰੀ ਬੁੱਧੀ ਦੇ ਅੰਦਰ ਇਹ ਗੱਲਾਂ ਅੱਜ ਚੰਗੀ ਤਰ੍ਹਾਂ ਪਾਈਆਂ ਨੇ ਕਿ ਵਾਅਦੇ ਕਰਨਾ ਜ਼ਰੂਰੀ ਹੈ। ਇਹ ਜ਼ਰੂਰੀ ਹੈ ਪ੍ਰਭੂ ਦੇ ਨਾਲ। ਇਹ ਨਾ ਕਹੀਏ ਫਿਰ ਦੇਖਾਂਗੇ ਪ੍ਰਭੂ ਜੀ, ਜੇ ਟਾਈਮ ਲੱਗ ਗਿਆ ਤਾਂ ਫਿਰ ਸੈੱਟ ਆ ਕੰਮ, ਜੇ ਨਹੀਂ ਟਾਈਮ ਲੱਗਿਆ ਤਾਂ ਫਿਰ ਨਹੀਂ ਸਹੀ। ਪ੍ਰਭੂ ਜੀ ਇਹ ਕੰਮ ਨਾ ਕਰਿਓ ਜੀ, ਵਾਅਦਾ ਕਰਿਓ ਜੀ। ਸਾਡੀ ਜੌਬ ਤੇ ਸਾਨੂੰ ਚੰਗੀ ਸੈਲਰੀ ਮਿਲਦੀ ਹੈਗੀ ਨਾ, ਸਾਨੂੰ ਪਤਾ ਹੁੰਦਾ ਇੰਨੇ ਟਾਈਮ ਤੇ ਪਹੁੰਚਣਾ, ਕੰਪਿਊਟਰ ਨੇ ਐਬਸੈਂਟ ਲਾ ਦੇਣੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਏ, ਜਿਸ ਜਗ੍ਹਾ ਤੇ ਕੰਮ ਕਰਦੇ ਪਏ ਨਾ, ਉੱਥੋਂ ਦਾ ਮਾਲਕ, ਉੱਥੋਂ ਦਾ ਕੰਪਿਊਟਰ ਜ਼ਿਆਦਾ ਤੇਜ਼ ਹੋ ਸਕਦਾ ਏ, ਪਰ ਸਵਰਗ ਦਾ ਪਰਮੇਸ਼ਰ ਸਭ ਤੋਂ ਵੱਧ ਕੇ ਤੇਜ਼ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਉਹ ਕੰਪਿਊਟਰ ਦੇ ਨਾਲ ਤੇਜ਼ ਹੈ, ਤੁਹਾਡੇ ਬੌਸ ਦੇ ਨਾਲ ਜ਼ਿਆਦਾ ਤੇਜ਼ ਹੈਗਾ ਏ। ਤੁਹਾਡੀ ਬੌਸ ਦੀ ਵੈਲਿਊ ਤੁਹਾਨੂੰ ਪਤਾ ਨਾ, ਤੁਹਾਡੀ ਜੌਬ, ਤੁਹਾਡੇ ਕੰਮ ਦੀ ਵੈਲਿਊ ਤੁਹਾਨੂੰ ਪਤਾ ਨਾ, ਅੱਜ ਤੋਂ ਬਾਅਦ ਪਰਮੇਸ਼ਰ ਦੀ ਵੈਲਿਊ ਸਮਝਣਾ ਸ਼ੁਰੂ ਕਰ ਦਿਓ, ਜੋ ਸਵਰਗ ਤੋਂ ਵੀ ਬਹੁਤ ਕੁਝ ਤੁਹਾਡੇ ਜੀਵਨ 'ਚ ਆਉਣਾ ਸ਼ੁਰੂ ਹੋ ਜਾਏਗਾ। ਇਹ ਨਾ ਹੋਵੇ ਹੁਣ ਐਤਵਾਰੀ ਤੱਕਦੇ ਰਿਹਾ ਕਰੀਏ ਇਕੱਲਾ ਐਤਵਾਰੀ, ਨੋ, ਐਕਸਟਰਾ ਕਰੋ, ਐਕਸਟਰਾ ਕੁਝ ਕਰਨਾ ਸ਼ੁਰੂ ਕਰੀਏ ਪ੍ਰਭੂ ਦੇ ਲਈ। ਇਹਦੀ ਪ੍ਰੈਕਟਿਸ ਅੱਜ ਤੋਂ ਸ਼ੁਰੂ ਹੋਏਗੀ। ਪਹਿਲਾਂ ਚਰਚ ਵਿੱਚ ਇੱਕ ਕੰਮ ਸ਼ੁਰੂ ਹੁੰਦਾ ਸੀ ਨਾ, ਕਹਿੰਦੇ ਸੀ ਆਹ ਕੰਮ ਸ਼ੁਰੂ ਹੋਣਾ ਹੈ ਜੀ, ਓਕੇ, ਆਪਣੀ ਗਿਵਿੰਗ, ਆਪਣੀ ਆਫਰਿੰਗ ਦਿਓ। ਅੱਜ ਤੋਂ ਤਰੀਕਾ ਚੇਂਜ ਹੋਏਗਾ। ਸ਼ਾਮਿਲ ਹੋ ਸਕਦੇ ਹੋ, ਨਹੀਂ ਸ਼ਾਮਿਲ ਹੋਣਾ ਚਾਹੋਗੇ, ਨੋ ਪ੍ਰੋਬਲਮ, ਪਰਮੇਸ਼ਰ ਤੁਹਾਨੂੰ ਬਲੈਸ ਕਰੇ। ਮੈਂ ਕਹਿਣਾ ਚਾਹੁੰਦਾ ਆਪਣੇ ਹਿਸਾਬ ਦੇ ਨਾਲ। ਪੁਰਾਣੇ ਟਾਈਮਾਂ ਦੇ ਵਿੱਚ ਵਿਆਹ ਹੁੰਦੇ ਨਾ, ਭਾਨ ਸਿੱਟ ਦਿੰਦੇ ਸੀ, ਉਹ ਕਲਚਰ ਨੂੰ ਬਦਲ ਦਈਏ ਅਸੀਂ ਪ੍ਰਭੂ ਦੇ ਸਿਸਟਮ ਦੇ ਵਿੱਚ, ਉਹ ਕੰਮ ਬੰਦ ਕਰੀਏ। ਪਰਮੇਸ਼ਰ ਨੂੰ ਜੋ ਦੇਣਾ, ਕਚਰਾ ਨਹੀਂ ਦੇਣਾ ਪ੍ਰਭੂ ਨੂੰ, ਆਪਣੇ ਜੀਵਨ ਦਾ ਬੈਸਟ ਪਾਰਟ ਦਿਓ। ਸੰਡੇ ਨੂੰ ਸਵੇਰ ਉੱਠੋ 4 ਵਜੇ 5 ਵਜੇ, ਅੱਜ ਐਤਵਾਰ ਆ, ਟੌਰ ਨਾਲ ਚੱਲਦੇ 9-10 ਵਜੇ, ਇਹ ਵੀ ਕੰਮ ਬੰਦ ਕਰ ਦਿਓ ਜੀ। ਜਦੋਂ ਪਰਮੇਸ਼ਰ ਦੀ ਹਜ਼ੂਰੀ 'ਚ ਅੱਜ ਮੈਂ ਤੁਹਾਨੂੰ ਦੱਸਦਾ ਪਿਆ ਨਾ, ਇਹ ਪਵਿੱਤਰ ਆਤਮਾ ਮੇਰੇ ਅੰਦਰ ਪਾਉਂਦਾ ਪਿਆ ਹੈਗਾ ਹੈ, ਔਰ ਜਦੋਂ ਪ੍ਰਭੂ ਦੇ ਆਤਮਾ ਦੀ ਅਗਵਾਈ 'ਚ ਮੈਂ ਬੋਲਦਾ ਪਿਆ ਹੈਗਾ ਨਾ, ਤੁਸੀਂ ਮੰਨ ਰਹੇ ਹੋ, ਰਿਜ਼ਲਟ ਤੁਹਾਡੇ ਜੀਵਨ 'ਚ ਵੀ ਆਵੇਗਾ, ਪਵਿੱਤਰ ਆਤਮਾ ਦੇ ਜ਼ਰੀਏ, ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੀ। ਰਿਜ਼ਲਟ ਛੋਟਾ ਨਹੀਂ ਆਏਗਾ, ਵੱਡਾ ਆਏਗਾ। ਕਿੰਨੇ ਜਣੇ ਚਾਹੁੰਦੇ ਨੇ ਵੱਡਾ ਰਿਜ਼ਲਟ ਸਾਡੇ ਜੀਵਨ ਦੇ ਵਿੱਚ ਆ ਜਾਵੇ? ਥੈਂਕ ਯੂ ਜੀਸਸ। ਔਰ ਉਸੇ ਤਰੀਕੇ ਨਾਲ ਤੁਸੀਂ ਕਰਨਾ ਸ਼ੁਰੂ ਕਰ ਦਿਓ ਜੀ ਅੱਜ ਤੋਂ ਬਾਅਦ। ਬਾਈਬਲ 'ਚ ਲਿਖਿਆ ਉਹਨੇ ਵਾਅਦਾ ਕੀਤਾ, ਹਜੇ 3 ਵਾਰੀ ਪ੍ਰਾਰਥਨਾ ਹਜੇ ਕਰਨ ਦੇ ਲਈ ਕਿਹਾ ਨਹੀਂ, ਵਾਅਦਾ ਹੀ ਕੀਤਾ। ਹਜੇ ਵਾਅਦਾ ਕਰਦੇ ਸਾਰੀ ਪਰਮੇਸ਼ਰ ਨੇ ਅੱਖਾਂ ਖੋਲ ਦਿੱਤੀਆਂ, ਦਿਖਾਉਣਾ ਸ਼ੁਰੂ ਕਰਤਾ ਵੀ ਜਿਹੜੀਆਂ ਸਮੱਸਿਆਵਾਂ ਦੇ ਕਾਰਨ ਘਬਰਾਈਆਂ ਨਾ, ਉਹ ਫਿਨਿਸ਼ ਹੋ ਗਈਆਂ ਨੇ, ਕਿਉਂਕਿ ਤੂੰ ਵੱਡੇ ਵਾਅਦੇ ਦੇ ਵਿੱਚ ਐਂਟਰ ਕਰ ਚੁੱਕਿਆ ਹੈਗਾ ਹੈ, ਵੱਡੀ ਜੌਬ ਦੇ ਵਿੱਚ ਤੂੰ ਐਂਟਰ ਕਰ ਚੁੱਕਿਆ ਹੈਗਾ ਹੈ। ਰਾਸ਼ਟਰਪਤੀ ਨੂੰ ਸਜ਼ਾ ਹੋ ਸਕਦੀ ਹੈ, ਭਾਰਤ ਦੇ ਰਾਸ਼ਟਰਪਤੀ ਨੂੰ ਸਜ਼ਾ ਹੋ ਸਕਦੀ ਹੈ,
ਉਹਦੇ ਕੋਲ ਅਧਿਕਾਰ ਹੁੰਦਾ, ਕਿਸੇ ਦੀ ਵੀ ਸਜ਼ਾ ਮਾਫ ਕਰ ਸਕਦਾ ਹੈਗਾ ਹੈ। ਉਹ ਕਿਸੇ ਦੀ ਵੀ ਸਜ਼ਾ ਮਾਫ ਕਰ ਸਕਦਾ, ਉਹਦੀ ਆਪ ਦੀ ਸਜ਼ਾ ਵੀ ਉਹ ਮਾਫ ਕਰ ਸਕਦਾ ਹੈਗਾ ਹੈ। ਇਹੋ ਜਿਹੀ ਅਥਾਰਟੀ ਦੇ ਵਿੱਚ ਹੈਗਾ ਹੈ। ਜਦੋਂ ਤੁਸੀਂ ਨਿੱਕੀ ਜੌਬ ਦੇ ਉੱਪਰ ਬੈਠੇ ਹੋਏ ਨਾ, ਪ੍ਰਭੂ ਦੇ ਨਾਲ ਲਾਰੇ ਲਾ ਲਾ ਕੇ ਹੁਣ ਤੱਕ ਅਸੀਂ ਸ਼ੈਤਾਨ ਦੇ ਹੱਥਾਂ 'ਚ ਪਏ ਹੋਏ ਹਾਂ। ਪ੍ਰਭੂ ਦੇ ਨਾਲ ਵਾਅਦਾ ਕਰਕੇ ਕਿ ਚੰਗੀ ਜਗ੍ਹਾ ਦੇ ਉੱਤੇ ਬਹਿ ਜਾਓ ਜੇ, ਔਰ ਜੋ ਚੰਗੀ ਜਗ੍ਹਾ ਤੇ ਬਹਿ ਜਾਓਗੇ ਨਾ, ਨਿੱਕੇ ਨਿੱਕੇ ਸ਼ਰਾਬ ਵੈਸੇ ਤੁਹਾਡਾ ਖੜਾ ਛੱਡ ਦੇਣਗੇ। ਇਹ ਗੱਲ ਸਮਝ ਆ ਗਈ ਸੀਗੀ ਵੀ ਇਹ ਵਿਅਕਤੀ ਦੇ ਕਹਿਣ ਦੇ ਨਾਲ ਅਗਰ ਮੱਛੀਆਂ ਫੜੀਆਂ ਜਾ ਸਕਦੀਆਂ ਨਾ, ਜਦੋਂ ਇਹ ਕਹਿੰਦਾ ਪਿਆ ਨਾ ਮੈਂ ਤੈਨੂੰ ਬੰਦੇ ਫੜਨ ਵਾਲਾ ਬਣਾਉਂਗਾ, ਉਹਨੂੰ ਪਤਾ ਲੱਗ ਗਿਆ ਮੱਛੀਆਂ ਫੜਨ ਵਾਲਾ ਕੰਮ ਛੋਟਾ ਏ, ਬੰਦੇ ਫੜਨ ਵਾਲਾ ਕੰਮ ਜ਼ਿਆਦਾ ਵੱਡਾ। ਕਹਿੰਦਾ ਉਹ ਕੰਮ ਕਰਦੇ, ਹੁਣ ਪੁਰਾਣਾ ਕੰਮ ਛੱਡ ਦਈਏ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਪੁਰਾਣੀਆਂ ਆਦਤਾਂ ਛੱਡ ਦਿਓ ਜੇ। ਉਹ ਬੜੀਆਂ ਨਿੱਕੇ ਨਿੱਕੇ ਕੰਮਾਂ ਦੇ ਲਈ ਤੁਸੀਂ ਲਾਪਰਵਾਹੀਆਂ ਕਰਦੇ ਰਹੇ, ਉਹ ਪੁਰਾਣੀਆਂ ਆਦਤਾਂ ਛੱਡ ਦਿਓ ਜੇ। ਨਵੀਆਂ ਗੱਲਾਂ ਔਰ ਨਵੀਆਂ ਕੰਮਾਂ ਔਰ ਨਵੀਆਂ ਆਦਤਾਂ ਨੂੰ ਅੱਜ ਫੜਨ ਦਾ ਯਤਨ ਕਰੀਏ, ਕਿਉਂਕਿ ਵੱਡੇ ਰਿਜ਼ਲਟ ਤੁਹਾਡੇ ਲਈ ਰੱਖੇ ਗਏ ਹਨ ਪਰਮੇਸ਼ਰ ਦੇ ਵੱਲੋਂ। ਕਿੰਨੇ ਜਿਹਨੇ ਰੈਡੀ ਨੇ ਪ੍ਰਾਰਥਨਾ ਦੇ ਲਈ? ਥੈਂਕ ਯੂ ਜੀ। ਸਭ ਜਣ ਖੜੇ ਹੋ ਜਾਏंगे।